ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਵਾਰਮ ਵੈਲਕਮ ਟੂ ਸਿਵਲ ਸਟੈਪ। ਬੱਚੇ ਪੰਜਾਬ ਪੀਸੀਐਸ 2025 ਦਾ ਪ੍ਰੀਲਿਮਸ ਹੋ ਚੁੱਕਿਆ ਹੈ ਐਂਡ ਉਮੀਦ ਕਰਦੇ ਹਾਂ ਕਿ ਹਾਂਜੀ ਤੁਹਾਡੇ ਸਾਰਿਆਂ ਦਾ ਹੀ ਪ੍ਰੀਲਿਮਸ ਕਲੀਅਰ ਹੋ ਰਿਹਾ ਹੋਊਗਾ। ਹੁਣ ਆਪਾਂ ਗੱਲ ਕਰਦੇ ਹਾਂ ਮੇਨਸ ਦੀ, ਬਿਕੋਜ਼ ਜੇ ਆਪਾਂ ਪੀਸੀਐਸ ਦੇ ਪ੍ਰੀਲਿਮਸ ਤੇ ਮੇਨਸ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਟਾਈਮ ਤਾਂ ਹੁੰਦਾ ਨਹੀਂ ਹੈਗਾ, ਠੀਕ ਹੈ। ਐਂਡ ਜੇ ਇਫ ਵੀ ਵਿਲ ਕੀਪ ਔਨ ਵੇਟਿੰਗ ਫॉर द ਰਿਜ਼ਲਟ ਕਿ ਨਹੀਂ ਰਿਜ਼ਲਟ ਆ ਜਾਵੇ ਫਿਰ ਸ਼ੁਰੂ ਕਰਾਂਗੇ, ਫਿਰ ਬੱਚੇ ਯੂ ਡੋਂਟ ਹੈਵ ਦੈਟ ਸਫੀਸ਼ੀਐਂਟ ਟਾਈਮ ਕਿ ਤੁਹਾਡੇ ਕੋਲ ਤੁਸੀਂ ਤਿਆਰੀ ਵਧੀਆ ਕਰ ਸਕੋ, ਕਿਉਂਕਿ ਤੁਸੀਂ ਆਪਣਾ ਕੰਟੈਂਟ ਵੀ ਪੜ੍ਹਨਾ ਹੈ, ਤੁਸੀਂ ਤਿਆਰੀ ਨਾ ਆਪਣੇ ਨੋਟਸ ਨੂੰ ਵੀ ਪੱਕਾ ਕਰਨਾ ਹੈ, ਤੁਸੀਂ ਆਨਸਰ ਰਾਈਟਿੰਗ ਵੀ ਕਰਨੀ ਹੈ। ਸੋ ਐਂਡ ਜਿਹੜੇ ਬੱਚੇ ਆਪਣੇ ਕੋਲ ਨਾ ਕੰਸੀਡਰਿੰਗ ਦੈਟ ਆਪਣੇ ਕੋਲ ਜ਼ਿਆਦਾ ਟਾਈਮ ਹੈ ਨਹੀਂ ਹੈ, ਐਂਡ ਬਟ ਜਿਹੜੇ ਸਟੂਡੈਂਟਸ ਜਿਨ੍ਹਾਂ ਨੂੰ ਲੱਗਦੇ ਕਿ ਨਹੀਂ ਅਸੀਂ ਬਾਰਡਰ ਲਾਈਨ ਤੇ ਆ, ਪਤਾ ਨਹੀਂ ਹੋਊਗਾ ਕਿ ਨਹੀਂ ਹੋਊਗਾ, ਸੋ ਆ ਜਿਹੜਾ ਟਾਈਮ ਹੈ ਨਾ ਕਿ ਜਿਹੜੇ ਹੂ ਆਰ ਇਨ ਦ ਬਾਰਡਰ ਲਾਈਨ ਕਿ ਹਾਂਜੀ 85 to 95 ਦੇ ਵਿੱਚ ਜਿਨ੍ਹਾਂ ਦਾ ਸਕੋਰ ਬਣ ਰਿਹਾ ਹੈ, ਤੁਸੀਂ ਕਰ ਕੀ ਸਕਦੇ ਹੋ, ਤੁਸੀਂ ਆਪਣੇ ਪੰਜਾਬ ਪੀਸੀਐਸ ਦੇ PYQs ਨੂੰ ਕਰੋ, ਠੀਕ ਹੈ ਨਾ। ਉਹਨਾਂ ਨੂੰ ਦੇਖੋ ਕਿ ਹਾਂਜੀ ਕਿੱਦਾਂ ਦੇ ਕੁਐਸਚਨਸ ਪੁੱਛੇ ਗਏ ਨੇ, ਪਹਿਲਾਂ ਤਾਂ ਸਿਲੇਬਸ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਠੀਕ ਹੈ ਨਾ, ਸੋ ਦੈਟ ਯੂ ਆਰ ਮਾਸਟਰਿੰਗ ਦ ਪ੍ਰੀਵੀਅਸ ਈਅਰ ਕੁਐਸਚਨਸ ਵਿਚ ਹੈਵ ਬੀਨ ਆਸਕਡ। ਤੁਹਾਨੂੰ ਪਤਾ ਲੱਗੇ ਕਿ ਹਾਂਜੀ ਪੀਸੀਐਸ ਦੇ ਵਿੱਚ ਸਿਲੇਬਸ ਨੂੰ ਧਿਆਨ ਚ ਰੱਖਦੇ ਹੋਏ ਕੁਐਸਚਨਸ ਕਿੱਦਾਂ ਦੇ ਫਰੇਮ ਕੀਤੇ ਗਏ ਨੇ, ਬਿਕੋਜ਼ ਦੋਜ਼ ਹੂ ਹੈਵ ਮਾਸਟਰਡ ਦੈਟ ਸਕਿੱਲ ਉਹਨਾਂ ਨੂੰ ਅਗਲੇ ਸਾਲ ਦੀ ਮੇਨਸ ਚ ਬਹੁਤ ਜ਼ਿਆਦਾ ਬੈਨੀਫਿਟ ਮਿਲਣ ਵਾਲਾ ਹੈ, ਠੀਕ ਹੈ ਨਾ। ਸੋ ਕੰਸੀਡਰਿੰਗ ਦੈਟ ਵੀ ਵਿਲ ਬੀ ਸਟਾਰਟਿੰਗ ਵਿਦ ਦੀ ਪੰਜਾਬ ਪੀਸੀਐਸ ਮੇਨਸ, ਠੀਕ ਹੈ ਨਾ। ਸੋ ਆਪਾਂ ਅੱਜ ਪੰਜਾਬ ਪੀਸੀਐਸ ਦੇ GS1 ਦੇ ਕੁਐਸਚਨਸ ਡਿਸਕਸ ਕਰਾਂਗੇ। ਜੇ ਆਪਾਂ ਪੰਜਾਬ ਜੀਕੇ ਦੀ ਗੱਲ ਕਰਦੇ ਹਾਂ ਨਾ, ਤਾਂ ਪੰਜਾਬ ਜੀਕੇ ਤੁਹਾਡੇ ਚਾਰੋਂ ਪੇਪਰਾਂ ਚ ਆਉਂਦਾ, ਠੀਕ ਹੈ ਨਾ, ਬੀ ਇਟ 1 2 3 ਜਾਂ 4। ਸੋ ਚਾਰੋਂ ਦੇ ਚਾਰੋਂ GS ਦੇ ਵਿੱਚ ਆਉਂਦਾ ਹੈ, ਐਂਡ ਆਈ ਐਮ ਹੋਪਿੰਗ ਕਿ ਤੁਹਾਨੂੰ ਪਤਾ ਹੈ, ਤੁਸੀਂ ਆਪਣੇ ਪੇਪਰ ਦਾ ਜਿਹੜੀ ਸਕੀਮ ਹੈ ਉਹ ਦੇਖੀ ਹੋਈ ਹੈ ਕਿ ਹਾਂਜੀ ਤੁਹਾਡਾ ਇੱਕ ਦੋ ਲੈਂਗੁਏਜ ਪੇਪਰਸ ਹੋਣਗੇ, ਇੰਗਲਿਸ਼ ਹੋਏਗਾ, ਪੰਜਾਬੀ ਹੋਏਗਾ, ਇੱਕ ਐਸੇ ਦਾ ਪੇਪਰ ਹੈ। ਇੰਗਲਿਸ਼ ਐਂਡ ਪੰਜਾਬੀ 100 ਨੰਬਰ ਦੇ ਪੇਪਰ ਨੇ, ਠੀਕ ਹੈ। ਜਿਹੜਾ ਐਸੇ ਉਹ 150 ਨੰਬਰ ਦਾ ਆਊਗਾ, ਫੋਲੋਡ ਬਾਈ ਅ ਜਨਰਲ ਸਟੱਡੀਜ਼ ਐਗਜ਼ਾਮ GS 1 2 3 4। ਹੁਣ ਕਿਹੜੇ GS ਚ ਕਿਹੜਾ ਪਾਰਟ ਆਉਂਦਾ ਹੈ, ਕਿਹੜਾ ਸਬਜੈਕਟ ਆਉਂਦਾ ਉਹ ਤੁਸੀਂ ਦੇਖ ਲਿਓ, ਬਿਕੋਜ਼ ਅੱਖਾਂ ਬੰਦ ਕਰਕੇ ਨਹੀਂ ਆਪਾਂ ਦੇਖਣਾ ਕਿ ਹਾਂਜੀ ਨਹੀਂ UPSC ਦੇ ਵਿੱਚ GS2 ਚ ਆਉਂਦਾ ਤਾਂ ਉਹਦੇ PCS ਚ ਵੀ GS2 ਚ ਹੀ ਹੋਊਗਾ, ਨਹੀਂ। ਯੂ ਹੈਵ ਟੂ ਬੀ ਵੈਰੀ ਕਲੀਅਰ ਕਿ ਹਾਂਜੀ ਸੋਸਾਇਟੀ GS1 ਚ ਹੈ ਕਿ GS2 ਚ ਹੈ, ਡਿਜ਼ਾਸਟਰ ਮੈਨੇਜਮੈਂਟ ਕਿੱਥੇ ਹੈ, ਠੀਕ ਹੈ ਨਾ, এনवायरमेंट ਦੇ ਨਾਲ ਹੈ ਕਿ ਜੀਓਗ੍ਰਾਫੀ ਦੇ ਨਾਲ ਹੈ, ਕਿਉਂਕਿ UPSC ਦੇ ਸਿਲੇਬਸ ਤੇ ਪੰਜਾਬ PCS ਦੇ ਸਿਲੇਬਸ 'ਚ ਇਹ ਥੋੜਾ ਜਿਹਾ ਫਰਕ ਹੈ। UPSC ਦੇ ਵਿੱਚ GS4 ਦੇ ਵਿੱਚ ਕੱਲਾ ਐਥਿਕਸ ਪੋਰਸ਼ਨ ਆਉਂਦਾ ਹੈ, PCS ਦੇ ਵਿੱਚ GS4 ਦੇ ਵਿੱਚ ਐਥਿਕਸ ਦੀ ਕੇਸ ਸਟੱਡੀ ਆਉਂਦੀ ਹੈ, ਉਹ ਵੀ ਇੱਕ ਪਾਰਟ ਹੈ, ਉਹਦੇ ਨਾਲ ਥੋੜਾ এনवायरमेंट ਵੀ ਆਉਂਦਾ ਹੈ, ਸਾਇੰਸ ਐਂਡ ਟੈਕ ਵੀ ਆਉਂਦਾ ਹੈ, ਠੀਕ ਹੈ ਨਾ। ਸੋ ਸਿਲੇਬਸ ਵੀ ਪਹਿਲਾਂ ਇੱਕ ਵਾਰ ਧਿਆਨ ਨਾਲ ਪੜ੍ਹ ਲਓ ਤਾਂ ਕਿ ਤੁਹਾਡੇ ਉਸ ਜਗ੍ਹਾ ਤੇ ਤੁਸੀਂ ਬਲੈਂਡਰ ਨਾ ਕਰੋ, ਠੀਕ ਹੈ। ਲਾਸਟ ਮੂਮੈਂਟ ਤੇ ਤੁਹਾਨੂੰ ਨਾ ਕੋਈ ਐਦਾਂ ਦੀ ਹੈਰਾਨੀ ਵਾਲਾ ਤੁਹਾਨੂੰ ਕੋਈ ਟੌਪਿਕ ਮਿਲ ਜੇ ਕਿ ਨਹੀਂ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਹੈ ਕਿਹੜੇ ਪੇਪਰ ਚ ਆਉਂਦਾ, ਠੀਕ ਹੈ। ਸੋ ਕੰਸੀਡਰਿੰਗ ਆਲ ਆਫ ਥੀਸ ਫੈਕਟਰਸ ਲੈਟਸ ਸਟਾਰਟ ਵਿਦ ਦਿਸ ਕਿ ਹਾਂਜੀ ਆਪਾਂ ਦੇਖੀਏ ਕਿ ਆਪਣੇ ਜੋ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਪੁੱਛਿਆ ਕੀ ਗਿਆ ਵੈਨ ਇਟ ਕਮਸ ਟੂ ਪੰਜਾਬ ਜੀਕੇ। ਐਂਡ ਜੇ ਆਪਾਂ ਆਪਣੇ ਸਿਲੇਬਸ ਨੂੰ ਦੇਖੀਏ, ਜੇ ਆਪਾਂ ਆਪਣੀ ਨੋਟੀਫਿਕੇਸ਼ਨ ਨੂੰ ਦੇਖੀਏ ਨਾ, ਨੋਟੀਫਿਕੇਸ਼ਨ ਚ ਬਹੁਤ ਕਲੀਅਰਲੀ ਲਿਖਿਆ ਹੋਇਆ ਕਿ ਤੁਹਾਡੇ PCS ਮੇਨਸ ਦੇ ਵਿੱਚ ਨਾ ਪੰਜਾਬ ਦੇ ਉੱਪਰ ਐਕਸਟਰਾ ਫੋਕਸ ਕੀਤਾ ਜਾਊਗਾ, ਠੀਕ ਹੈ ਨਾ। ਸੋ ਜਦ ਪੰਜਾਬ ਦੇ ਉੱਪਰ ਐਕਸਟਰਾ ਫੋਕਸ ਕੀਤਾ ਜਾਊਗਾ ਤਾਂ ਪੰਜਾਬ ਨੂੰ ਧਿਆਨ ਚ ਰੱਖਣਾ ਬਹੁਤ ਜ਼ਰੂਰੀ ਹੈ, ਜਾਂ ਉਹ ਰੱਖੇ ਬਿਨਾ ਆਪਾਂ ਕੀ ਹਾਂਜੀ ਆਪਾਂ ਕਲੀਅਰ ਕਰ ਲਾਂਗੇ ਮੇਨਸ ਤੋਂ ਥੋੜਾ ਜਿਹਾ ਔਖਾ ਹੈ। ਆਪਾਂ ਸਿਰਫ ਇੰਨਾ ਕੁ ਨਹੀਂ ਲੈਣ ਨੰਬਰ ਕਿ ਆਪਣਾ ਕਲੀਅਰ ਹੋ ਜਾਏ, ਆਪਾਂ ਨੰਬਰ ਮੇਨਸ ਚ ਇੰਨੇ ਲੈਣੇ ਨੇ ਕਿ ਆਪਾਂ ਨੂੰ ਇੰਟਰਵਿਊ ਕਾਲ ਆ ਜਾਏ, ਠੀਕ ਹੈ ਨਾ। ਆਪਾਂ ਟੌਪ ਰੈਂਕਰਸ ਚ ਜਾਣਾ, ਆਪਾਂ ਕੱਲਾ 40% ਕ੍ਰਾਈਟੇਰੀਆ ਨਹੀਂ ਕਲੀਅਰ ਕਰਨਾ ਕਿ 40% ਕ੍ਰਾਈਟੇਰੀਆ ਕਲੀਅਰ ਹੋਊਗਾ ਤਾਂ ਸਾਡਾ ਮੇਨਸ ਕਲੀਅਰ ਹੋ ਜਾਊਗਾ, ਨਹੀਂ। ਵੀ ਹੈਵ ਟੂ ਸਕੋਰ ਇਨ ਦ ਟੌਪ ਰੈਂਕਰਸ, ਠੀਕ ਹੈ ਨਾ, ਮੈਕਸਿਮਮ ਟੌਪ ਮਾਰਕਸ ਚ ਆਪਾਂ ਲੈਣ ਤਾਂ ਕਿ ਆਪਾਂ ਨੂੰ ਇੰਟਰਵਿਊ ਕਾਲ ਵੀ ਆਵੇ, ਠੀਕ ਹੈ ਨਾ। ਸੋ ਪਹਿਲਾਂ ਆਪਾਂ ਆਪਣੇ PYQs ਦੇਖ ਲੈਂਦੇ ਹਾਂ, ਠੀਕ ਹੈ ਜੀ। ਓਕੇ, ਸੋ ਬੱਚੇ ਜਿਹੜਾ ਆ ਕੁਐਸਚਨ ਹੈ, ਐਂਡ ਜੇ ਆਪਾਂ ਆਪਣੇ PYQs ਨੂੰ ਦੇਖਾਂਗੇ ਨਾ, ਤੁਸੀਂ ਥੋੜਾ ਜਿਹਾ ਅਗਰ ਤੁਸੀਂ ਕੁਐਸਚਨਸ ਨੂੰ ਵੀ ਧਿਆਨ ਨਾਲ ਦੇਖੋਗੇ ਨਾ, ਤਾਂ ਇੱਕ ਚੀਜ਼ ਤੁਸੀਂ ਯੂ ਵਿਲ ਸੀ ਕਿ ਪੰਜਾਬ ਦੇ ਹਰ ਸਾਲ, ਵੈਨ ਆਈ ਸੇ ਹਰ ਸਾਲ, ਇਹਦਾ ਮਤਲਬ ਹੈ ਹਰ ਸਾਲ, ਠੀਕ ਹੈ ਨਾ, ਪੰਜਾਬ ਦੇ ਪੇਪਰ ਚ ਹਰ ਸਾਲ ਇੱਕ ਟੌਪਿਕ ਜਿਹਦੇ ਉੱਪਰ ਹਮੇਸ਼ਾ ਕੁਐਸਚਨ ਪੁੱਛਿਆ ਗਿਆ ਨਾ, ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਕੁਐਸਚਨ ਹੈ। ਸੋ ਇਹਨੂੰ ਧਿਆਨ ਚ ਰੱਖਦੇ ਹੋਏ ਆ ਤਾਂ ਆਪਣਾ ਇੱਕ ਕੁਐਸਚਨ ਹੋ ਹੀ ਗਿਆ ਨਾ ਕਿ ਪੱਕਾ ਕਿ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਕੁਐਸਚਨ ਤਾਂ ਆਉਣਾ ਹੀ ਆਉਣਾ ਹੈ, ਠੀਕ ਹੈ ਨਾ। ਸੋ ਇਹਨੂੰ ਤਾਂ ਆਪਾਂ ਛੱਡ ਹੀ ਨਹੀਂ ਸਕਦੇ ਹਾਂ। ਐਂਡ ਜੇ ਤੁਸੀਂ ਕੁਐਸਚਨਸ ਨੂੰ ਦੇਖੋਗੇ ਨਾ, ਉਹਦਾ ਐਸੈਂਸ ਉਹਨਾਂ ਨੇ ਇੱਕੋ ਹੀ ਚੀਜ਼ ਪੁੱਛੀ ਹੋਈ ਹੈ, ਕੁਐਸਚਨਸ ਨੂੰ ਘੁਮਾ ਫਿਰਾ ਕੇ ਪੁੱਛ ਰਹੇ ਨੇ ਬਟ ਐਸੈਂਸ ਉਹਦੇ ਵਿੱਚ ਆਹੀ ਹੈ, ਠੀਕ ਹੈ ਨਾ। ਸੋ ਐਕਸਪਲੇਨ ਦ ਰਾਈਜ਼ ਐਂਡ ਫਾਲ ਆਫ ਰਣਜੀਤ ਸਿੰਘ ਐਮਪਾਇਰ, ਠੀਕ ਹੈ ਨਾ। ਐਂਡ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਹੈ ਬੱਚੇ, ਡਾਇਰੈਕਟਿਵਸ ਤੁਹਾਨੂੰ ਕਲੀਅਰ ਹੋਣੇ ਬਹੁਤ ਜ਼ਰੂਰੀ ਨੇ, ਬਿਕੋਜ਼ ਜੇ ਤੁਸੀਂ ਦੇਖੋਗੇ ਤੁਹਾਨੂੰ ਇਹਦੇ ਵਿੱਚ ਤਾਂ ਬਹੁਤ ਸਿੰਪਲ ਕੁਐਸਚਨ ਹੈ ਕਿ ਤੁਸੀਂ ਐਕਸਪਲੇਨ ਹੀ ਕਰਨਾ। ਇਹਨਾਂ ਨੇ ਐਨਾਲਾਈਜ਼ ਨਹੀਂ ਕਿਹਾ, ਇਹਨਾਂ ਨੇ ਡਿਸਕਸ ਨਹੀਂ ਕਿਹਾ, ਇਹਨਾਂ ਨੇ ਡਿਸਕ੍ਰਾਈਬ ਨਹੀਂ ਕਿਹਾ, ਇਹਨਾਂ ਨੇ ਕ੍ਰਿਟੀਕਲੀ ਐਨਾਲਾਈਜ਼ ਨਹੀਂ ਕਿਹਾ, ਇਹਨਾਂ ਨੇ ਕਮੈਂਟ ਨਹੀਂ ਕਿਹਾ। ਸੋ ਇਹਨਾਂ ਡਾਇਰੈਕਟਿਵਸ ਦਾ ਕਲੀਅਰ ਹੋਣਾ ਬਹੁਤ ਜ਼ਰੂਰੀ ਹੈ। ਇਨ ਕੇਸ ਤੁਹਾਨੂੰ ਲੱਗਦਾ ਕਿ ਨਹੀਂ ਤੁਹਾਨੂੰ ਡਾਇਰੈਕਟਿਵ ਕਲੀਅਰ ਨਹੀਂ ਹੈਗੇ ਤਾਂ ਸਾਨੂੰ ਵੀਡੀਓ ਨੀਚੇ ਨਾ ਕਮੈਂਟ 'ਚ ਲਿਖ ਕੇ ਦੱਸ ਦਿਓ ਕਿ ਹਾਂਜੀ ਤੁਹਾਨੂੰ ਅਗਰ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਵਿਲ ਮੇਕ ਅਨਦਰ ਵੀਡੀਓ ਕਿ ਹਾਂਜੀ ਕਿਹੜੇ ਡਾਇਰੈਕਟਿਵਸ ਤੁਹਾਡੇ ਆਨਸਰ 'ਚ ਕੀ ਡਿਫਰੈਂਸ ਹੋਣਾ ਚਾਹੀਦਾ, ਬਿਕੋਜ਼ ਜੇ ਕੁਐਸਚਨ 'ਚ ਡਿਸਕਸ ਹੈ ਤਾਂ ਯੂ ਹੈਵ ਟੂ ਡਿਸਕਸ ਓਨਲੀ, ਯੂ ਡੋਂਟ ਹੈਵ ਟੂ ਐਨਾਲਾਈਜ਼, ਯੂ ਡੋਂਟ ਹੈਵ ਟੂ ਕਮੈਂਟ ਔਰ ਯੂ ਡੋਂਟ ਹੈਵ ਟੂ ਡਿਸਕ੍ਰਾਈਬ,
डिस्कशन ही होगी, ਤੁਸੀਂ ਡਿਸਕ੍ਰਾਈਬ ਨਹੀਂ ਕਰ ਸਕਦੇ ਹੋ, ਠੀਕ ਹੈ। ਸੋ ਡਿਸਕ੍ਰਾਈਬ ਕਰੋਗੇ ਤਾਂ ਨੰਬਰ ਨਹੀਂ ਮਿਲਣੇ, ਨੰਬਰ ਤੁਹਾਨੂੰ ਐਵਰੇਜ ਤੋਂ ਵੀ ਘੱਟ ਹੀ ਮਿਲਣਗੇ, ਬਿਕੋਜ਼ ਤੁਸੀਂ ਕੁਐਸਚਨ ਦੀ ਨੀਡ ਨੂੰ ਹੀ ਨਹੀਂ ਪੂਰਾ ਕੀਤਾ, ਠੀਕ ਹੈ ਨਾ। ਸੋ ਇਨ ਕੇਸ ਤੁਹਾਨੂੰ ਲੱਗਦਾ, ਕਿਸੇ ਨੂੰ ਵੀ ਲੱਗਦਾ ਕਿ ਨਹੀਂ ਵੀ ਮੈਨੂੰ ਤਾਂ ਇਹਨਾਂ ਦੇ ਡਾਇਰੈਕਟਿਵ ਦਾ ਮਤਲਬ ਹੀ ਨਹੀਂ ਪਤਾ ਵੀ ਕਿਹਨਾਂ ਨੂੰ ਡਿਫਰੈਂਸ ਕਿਵੇਂ ਕਰਨਾ ਹੈ, ਕਿ ਕਮੈਂਟ ਤੇ ਕ੍ਰਿਟੀਕਲ ਕਮੈਂਟ 'ਚ ਫਰਕ ਕੀ ਹੈ, ਠੀਕ ਹੈ ਨਾ, ਐਨਾਲਾਈਜ਼ ਤੇ ਕਮੈਂਟ ਦੇ ਵਿੱਚ ਕੀ ਫਰਕ ਹੈ, ਤਾਂ ਸਾਨੂੰ ਨੀਚੇ ਕਮੈਂਟ ਕਰਕੇ ਦੱਸ ਦਿਓ ਐਂਡ ਵੀਲ ਮੇਕ ਅਨਦਰ ਵੀਡੀਓ ਫॉर दैट ਆਲਸੋ, ਠੀਕ ਹੈ ਨਾ। ਸੋ ਉਸ ਚੀਜ਼ ਦੀ ਟੈਨਸ਼ਨ ਲੈਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਹੈ। ਓਕੇ, ਸੋ ਪਹਿਲਾ ਕੁਐਸਚਨ ਹੈ ਕਿ ਹਾਂਜੀ ਤੇ 2014 ਦਾ ਕੁਐਸਚਨ ਹੈ ਜਿਹੜਾ 13-14 ਚ ਪੇਪਰ ਹੋਇਆ ਸੀਗਾ। एक्सप्लेन द राइज एंड फॉल ऑफ महाराजा रणजीत सिंह एम्पायर। तो बहुत सिंपल है एंड आई बिलीव एवरीबडी नोस कि थोड़े क्वेश्चन का एक स्ट्रक्चर होता है, इंट्रोडक्शन होती है, बॉडी होती है एंड कंक्लूजन होता है। बच्चे एक्सप्लिसिटली नहीं लिखा होंगे कि एक नंबर इंट्रोडक्शन दे मिलेंगे, एक नंबर कंक्लूजन दे मिलेंगे, बट जेड़ा बच्चा इस स्ट्रक्चर को फॉलो नहीं ना करता ਉਹਦਾ 1.5 नंबर कट्टिया जाता है। बिकॉज वेन यू आर नॉट फॉलोइंग दिस, तुसी सिर्फ ऊपर एक लाइन लिखती है, नीचे आंसर लिख रहे हो, तो इंट्रोडक्शन नहीं हुई, वो तो एक इंट्रोडक्टरी लाइन है, वो इंट्रोडक्शन नहीं है थोड़े क्वेश्चन दी। सो इंट्रोडक्शन एंड कंक्लूजन थोड़े आंसर का इक्वली इंपॉर्टेंट पार्ट है जिन्ना थोड़े आंसर का बॉडी का पार्ट है, ठीक है जी। सो इंट्रोडक्शन लिखना है महाराजा रणजीत सिंह के ऊपर, क्योंकि एंड इंट्रोडक्शन थोड़ी इहो जी होनी चाहिए है कि जो पढ़ के लग जाए पता है कि हाँ जी थोड़े आंसर दे विच की होगा, ठीक है ना। सो इंट्रोडक्शन पहली गल तो क्वेश्चन जो बनया होया है एंड ओदे नाल दा रलदा मिलदा इंट्रोडक्शन होवे थोड़ा, ताकि तुहानू टीचर नू लगे पता कि जो क्वेश्चन है ना मैं बच्चा उसी दा ही आंसर लिख रहा, कुछ होर नहीं लिख रहा, ठीक है ना। एंड इंट्रोडक्शन पढ़ के टीचर नू इन्ना पता लग जाना चाहिए कि थोड़े बॉडी दे विच हुण अगे ओनू की मिलणूगा, पढ़न नू मिलूगा, ठीक है ना। बिल्कुल स्टार्क डिफरेंट आंसर्स नहीं होंगे, ठीक है ना। सो राइज एंड फॉल की गल हुई है, जो राइज एंड फॉल की गल होगी तो आप की लिखांगे, ठीक है जी। पहली गल तो उन्होंने मिसलों ਨੂੰ यूनीफाई किया सीगा, तो मिसलों की यूनीफिकेशन के उपर लिखोगे तुसीं, ठीक है। जब वी राइट अबाउट यूनीफिकेशन ऑफ मिसल्स, उन्होंने किवें मिसल्स यूनीफाई किया, ठीक है ना। कई नाल फ्रेंडली ट्रीटी साइन कीतियां, जिवें कि आलू वाले मिसल नाल होई सीगी, फिर मैरिज अलायंस मैट्रीमोनियल अलायंसेस होए सीगे, ठीक है ना, उहदे नाल भी मिसल्स यूनीफाई हो गई एंड बाकी उन्होंने मिसलों नूं जित्तिया सीगा, ठीक है ना। बैटल्स होईयां सीगे जिवें तुहाडी कैप्चर ऑफ लाहौर हो गया, ठीक है ना, अमृतसर हो गई, ठीक है ना। सो ये मेजर सीगे मिसलों उन्होंने कॉन्कर किया सीगा, उन्होंने पूरे पंजाब ਨੂੰ यूनीफाई किया सीगा एंड डिफीट ऑफ अफगान्स ਨੂੰ डिफीट करके उन्होंने अपने एम्पायर का जो वैसटर्न एक्सटेंट है उन्होंने कंसोलीडेट कर लिया सीगा। सो मतलब वैसटर्न साइड तो उन्होंने एम्पायर के ऊपर कोई अटैक्स नहीं हो रहे सीगे, तो ये किते ना किते पूरे के पूरे उन्होंने अपने एम्पायर ਨੂੰ कंसोलीडेट किया सी, यही उन्होंने एम्पायर का राइज सीगा, ठीक है ना। इस तो इलावा देयर वाज नथिंग जिन्हों पर राइज की गल करांगे, ठीक है ना। फिर क्योंकि क्वेश्चन आही पूछ रहे, उन्होंने राइज एंड फॉल की गल की, उन्होंने विच एडमिनिस्ट्रेशन की गल नहीं की, तो विल डायरेक्टली मूव ऑन टू द फॉल ऑफ द एम्पायर। फॉल किवें होया, पहली गल तां सक्सेसर्स वीक सीगे, महाराजा रणजीत सिंह की डेथ तो बाद चो 38 च उन्होंनी डेथ हुई है एंड 41 तक कराउंदे ओदे दो सक्सेसर्स बदल गए, ठीक है ना। सो फॉल ऑफ एम्पायर ना इन जेडे सक्सेसर्स वीक सीगे, ठीक है ना, तो दैट इज वन ऑफ द रीजन, ठीक है ना। फिर उस बाद चो सक्सेशन डिस्प्यूट, ठीक है ना, उस तो बाद जो आप देखेंगे खड़क सिंह तो बाद नौनिहाल सिंह की डेथ तो बाद सक्सेशन डिस्प्यूट स्टार्ट हो गए, दैट्स आल्सो अ फैक्टर। एंड इंटरनल स्ट्राइफ्स डोगरा फैक्टर आ गया, ठीक है जी, वो भी आ गए ने। फिर उस तो बाद जो रॉयल फैमिली है उन्होंने भी डिस्प्यूट शुरू हो गए। सो अगेन इंटरनल स्ट्राइफ, एक तो सक्सेशन डिस्प्यूट है, एक इंटरनल स्ट्राइफ्स आ गई, क्योंकि डोगरा फैक्शन है जो वो भी अपने आप को दे वांटेड टू कैप्चर द थ्रोन, दैट्स आल्सो अ फैक्टर, ठीक है ना। देन आर्मीज लॉस ऑफ डिसिप्लिन, ठीक है जी। आप जे तुसी आई एम होपिंग, ठीक है ना, कि तुसी चंगी तरह एंग्लो सिख वॉर्स पढ़े है, ठीक है ना। तो एंग्लो सिख वॉर्स आप पढ़े है, तो पहली एंग्लो सिख वॉर कदों हुई थी, जदों खालसा आर्मी ने सतलुज रिवर क्रॉस की थी, ब्रिटिश नहीं आए रिवर क्रॉस करके, खालसा आर्मी ने क्रॉस की थी। तो किते ना किते आफ्टर द डेथ ऑफ महाराजा रणजीत सिंह जी आर्मी का डिसिप्लिन सीगा ओदे विच भी थोड़ा जी कमी आई होगी, नैचुरल आई होगी, क्योंकि जो थोड़ा लीडर ही वीक है तो आर्मी भी नैचुरली ऑटोमैटिकली वीक हुंदी है, ठीक है ना। फिर ब्रिटिश एक्सपेंशनिज्म, ब्रिटिश की कदों दी नजर सीगी पंजाब के उपर। सो महाराजा रणजीत सिंह की डेथ वॉज दैट पॉइंट जो उन्होंने मौका मिल गया कि हाँ जी हुण असीं करांगे, एंड जो इंटरनल सक्सेशन होने लगे, स्ट्राइफ दिखण लग गई, फिर तो उन्होंने अपनी एक्सपेंशनिस्ट पॉलिसीज को फॉलो पूरा करना ही सीगा, ठीक है ना। एंड एनेक्सेशन, ठीक है ना। सो जी थोड़ियां एंग्लो सिख वॉर्स हुई सी उस तो बाद उन्होंने एनेक्स किया ही सीगा, ठीक है ना। सो कैप्चर ऑफ लाहौर आ जाऊगा, ठीक है ना। एंड उन्होंने अपनी इत्थे जो आप राइज की गल करेंगे इत्थे थोड़ी मॉडर्न मिलिटरी की डेफिनेटली गल आऊगी, बिकॉज जब तक उन्होंने मिलिटरी मॉडर्न नहीं सीगी उदों तक वो अपने एम्पायर को कंसोलीडेट नहीं कर सकते थे। सो इत्थे उन्होंने मिलिटरी का भी बहुत बड़ा रोल ये आऊगा, ठीक है। फिर फॉल ऑफ एम्पायर दे विच, ठीक है ना, थोड़े सक्सेशन डिस्प्यूट्स आ गए ने, पावर स्ट्रगल्स बहुत हुई सीगियां, देन वीक सक्सेसेस आप देखिए कि लीडरशिप स्किल्स इन्नियां नहीं सीगियां जिहड़े उन्हां दे सक्सेसेस दे विच। देन आर्मीज लॉस ऑफ डिसिप्लिन एंड ब्रिटिश एक्सपेंशनिज्म आप देखिए कि हाँ जी
4 ਸਾਲਾਂ ਦੇ ਅੰਦਰ ਅੰਦਰ 45 ਤੋਂ ਲੈ ਕੇ 49 ਤੱਕ ਤਾਂ ਸਭ ਖਤਮ ਹੋ ਗਿਆ ਸੀਗਾ। 45 ਚ ਸ਼ੁਰੂ ਹੋਈ ਹੈ ਲੜਾਈ ਹੋਣੀ, ਠੀਕ ਹੈ ਨਾ, ਐਂਡ 49 ਤੱਕ ਇਟ ਵਾਸ ਆਲ ਡਨ, ਠੀਕ ਹੈ ਨਾ। ਸੋ ਬਹੁਤ ਜਲਦੀ ਉਹਨਾਂ ਨੇ ਕੀਤਾ ਸੀਗਾ ਐਂਡ ਉਸ ਤੋਂ ਬਾਅਦ ਜੋ ਟ੍ਰੀਟੀ ਸਾਈਨ ਹੋਈਆਂ ਸੀਗੀਆਂ, ਟ੍ਰੀਟੀ ਆਫ ਲਾਹੌਰ, ਟ੍ਰੀਟੀ ਆਫ ਪੈਰੋਵਾਲ, ਉਹ ਬਹੁਤ ਹਿਊਮਿਲੀਏਟਿੰਗ ਟ੍ਰੀਟੀ ਸੀਗੀਆਂ। ਟ੍ਰੀਟੀ ਆਫ ਲਾਹੌਰ ਹਿਊਮਿਲੀਏਟਿੰਗ ਸੀ ਤਾਂ ਹੀ ਸੈਕੰਡ ਐਂਗਲੋ ਸਿੱਖ ਵਾਰ ਹੋਈ ਹੈ, ਠੀਕ ਹੈ ਨਾ। ਸੋ ਇਹ ਸਾਰੇ ਫੈਕਟਰਸ ਤੁਹਾਡੇ ਇਕੱਠੇ ਚੱਲਣਗੇ। ਹੁਣ ਇੱਥੇ ਇੱਕ ਚੀਜ਼ ਹੋਰ, ਐਂਡ ਦੈਨ ਯੂ ਹੈਵ ਟੂ ਕਨਕਲੂਡ ਯੋਰ ਆਨਸਰ, ਠੀਕ ਹੈ ਨਾ, ਬਾਈ ਸਮਰਾਈਜ਼ਿੰਗ ਐਵਰੀਥਿੰਗ, ਓਕੇ। ਹੁਣ ਇੱਥੇ ਇੱਕ ਚੀਜ਼ ਆਪਾਂ ਧਿਆਨ ਨਾਲ ਰੱਖਣਾ ਹੈ ਕਿ ਜਿਵੇਂ ਜਿਸ ਹਿਸਾਬ ਨਾਲ ਤੁਸੀਂ ਪ੍ਰੀਲਿਮਸ ਲਈ ਕੰਟੈਂਟ ਪੜ੍ਹਿਆ ਨਾ, ਮੇਨਸ ਦਾ ਕੰਟੈਂਟ ਥੋੜਾ ਜਿਹਾ ਡਿਫਰੈਂਟ ਹੋ ਜਾਊਗਾ। ਹੁਣ ਤੁਹਾਨੂੰ ਆਪਣੇ ਪ੍ਰੀਲਿਮ ਮੇਨਸ ਦੇ ਕੰਟੈਂਟ ਨੂੰ ਨਾ ਉਹੀ ਚੀਜ਼ ਨੂੰ ਇੱਕ ਐਨਾਲਿਟੀਕਲ ਵੇ 'ਚ ਪੜ੍ਹਨਾ ਹੈ। ਪ੍ਰੀਲਿਮਸ ਆਪਾਂ ਤੁਸੀਂ ਫੈਕਟਸ ਪੜ੍ਹੇ ਸੀ ਕਿ ਹਾਂ ਇਹ ਫੈਕਟ ਨੂੰ ਇਹਦੇ ਨਾਲ ਮੈਚ ਕਰਾਂਗੇ, ਇਹ ਵਾਲੇ ਫੈਕਟ ਨੂੰ ਇਹਦੇ ਨਾਲ ਮੈਚ ਕਰਾਂਗੇ। ਹੁਣ ਤੁਸੀਂ ਉਹ ਸਾਰੇ ਫੈਕਟਸ ਨੂੰ ਐਨਾਲਿਟਿਕਲੀ ਪੜ੍ਹ ਕੇ ਲਿਖਣਾ ਹੈ, ਯੂ ਹੈਵ ਟੂ ਰਾਈਟ ਇਟ ਡਾਊਨ। ਐਂਡ ਜਦ ਤੱਕ ਆਪਾਂ ਲਿਖਾਂਗੇ ਨਹੀਂ ਤਦ ਤੱਕ ਆਪਣਾ ਜਿਹੜਾ ਆਨਸਰ ਰਾਈਟਿੰਗ ਸਕਿੱਲ ਹੈ ਉਹ ਪ੍ਰੋਪਰਲੀ ਸ਼ਾਰਪ ਨਹੀਂ ਹੋ ਸਕਦੀ। ਸੋ ਇਵੈਂਚੁਅਲੀ ਨੰਬਰ ਤੁਹਾਡੇ ਕੋਲ ਕੰਟੈਂਟ ਕਿੰਨਾ ਹੈ ਉਹ ਦੈਟ ਵਿਲ ਨਾਟ ਡਿਟਰਮਾਈਨ ਕਿ ਤੁਹਾਡੇ ਮੇਨਸ ਕਿੰਨੇ ਨੰਬਰ ਆਉਂਦੇ ਨੇ। ਤੁਸੀਂ ਆਨਸਰ ਕਿੰਨਾ ਵਧੀਆ ਲਿਖਦੇ ਹੋ ਦੈਟ ਇਜ਼ ਗੋਇੰਗ ਟੂ ਡਿਟਰਮਾਈਨ। ਸੋ ਅਗਰ ਜੇ ਆਪਾਂ ਮੇਨਸ ਕਲੀਅਰ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਇਟ ਇਜ਼ ਆਲ ਯੋਰ ਆਨਸਰ ਰਾਈਟਿੰਗ ਇਨ ਯੋਰ ਪੀਸੀਐਸ, ਠੀਕ ਹੈ। ਨੈਕਸਟ ਕੁਐਸਚਨ ਸੀਗਾ, ਇਹ ਵੀ 14ਵਾਂ ਦਾ ਕੁਐਸਚਨ ਸੀਗਾ, व्हाट इज ग्राउंड वाटर क्राइसिस इन पंजाब, ठीक है ना। ਹੁਣ ਇੱਥੇ ਕੀ ਆਪਾਂ ਨੂੰ ਪਤਾ ਲੱਗ ਰਿਹਾ ਕਿ ਇਹਦਾ ਸਿੱਧਾ ਇੰਟਰੋਡਕਸ਼ਨ ਹੈ ਕਿ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਗਰਾਊਂਡ ਵਾਟਰ ਕ੍ਰਾਈਸਿਸ ਹੀ ਦੱਸੋਗੇ ਪੰਜਾਬ ਦੀਆਂ, ਠੀਕ ਹੈ ਨਾ। ਪੰਜਾਬ 'ਚ ਹੈ ਕੀ ਗਰਾਊਂਡ ਵਾਟਰ ਕ੍ਰਾਈਸਿਸ ਦਾ, ਠੀਕ ਹੈ ਨਾ। ਹਾਊ ਇਟਸ ਡਿਪਲੀਸ਼ਨ ਕ੍ਰੀਏਟਸ ਵਾਟਰ ਕ੍ਰਾਈਸਿਸ, ਕਿ ਗਰਾਊਂਡ ਵਾਟਰ ਜਿਹੜਾ ਕ੍ਰਾਈਸਿਸ ਹੈ ਗਰਾਊਂਡ ਵਾਟਰ ਦੇ ਡਿਪਲੀਸ਼ਨ ਨਾਲ ਕਿਵੇਂ ਪੰਜਾਬ 'ਚ ਵਾਟਰ ਕ੍ਰਾਈਸਿਸ ਹੋ ਰਿਹਾ ਹੈ, ਠੀਕ ਹੈ ਨਾ। ਐਂਡ ਇਹਨੂੰ ਆਪਾਂ ਰਿਲੇਟ ਕਰਨਾ ਕ੍ਰੌਪਿੰਗ ਪੈਟਰਨ ਦਾ। ਉਹਨਾਂ ਨੇ ਬਹੁਤ ਵੱਡਾ ਹਿੰਟ ਦਿੱਤਾ ਕਿ ਕ੍ਰੌਪਿੰਗ ਪੈਟਰਨ ਨਾਲ ਰਿਲੇਟ ਕਰਕੇ ਦੱਸੋ। ਇੱਥੇ ਤੇ ਤੁਹਾਨੂੰ ਬਹੁਤ ਵੱਡਾ ਹਿੰਟ ਮਿਲ ਜਾਊ ਕਿ ਹਾਂਜੀ ਹੁਣ ਇੱਥੇ ਆਪਾਂ ਤਾਂ ਵੀਟ ਰਾਈਸ ਦੇ ਮੋਨੋਕਲਚਰ ਦੀ ਗੱਲ ਕਰਨੀ ਹੈ, ਠੀਕ ਹੈ ਨਾ, ਜਿਹੜੀ ਦੈਨ ਉਸ ਤੋਂ ਬਾਅਦ ਚੋਂ ਟਿਊਬਵੈਲ ਦੀ ਗੱਲ ਕਰਨੀ ਹੈ। ਤਾਂ ਬਹੁਤ ਕਲੀਅਰ ਤੁਹਾਨੂੰ ਇੱਥੇ ਹਿੰਟ ਮਿਲਦਾ, ਠੀਕ ਹੈ। ਹੁਣ ਇੱਥੇ ਇੱਕ ਹੋਰ ਚੀਜ਼ ਹੈ, ਕਿਉਂਕਿ ਸਿੰਸ ਦ ਕੁਐਸਚਨ ਇਜ਼ ਔਨ ਗਰਾਊਂਡ ਵਾਟਰ ਕ੍ਰਾਈਸਿਸ, तो जो ग्राउंड वाटर क्राइसिस की गल आ रही है तो तुहानू अपने आंसर दे विच डेटा पाउणा पऊगा। बच्चे जिथे क्वेश्चन दी डिमांड डेटा नू करदी है तो यू हैव टू राइट द डेटा। जे डेटा नहीं लिखोगे अपने आंसर दे विच देन यू आर नॉट गोइंग टू गेट द मार्क्स, ठीक है। सो अपना डेटा होना बहुत जरूरी है, ठीक है। सो ब्रीफ इंट्रोडक्शन ऑफ ग्राउंड वाटर क्राइसिस की पंजाब च क्राइसिस की है एंड देन सपोर्ट योर आंसर विद द डेटा। डेटा किहदा देना है, सेंट्रल ग्राउंड वाटर कमिशन दा, ओदी रीसेंटली रिपोर्ट भी आई है, ठीक है ना। सो आपां ना हुण इत्थे कोच इज इंपॉर्टेंट दैट यू हैव टू रिमेंबर ऑल दीज इंपॉर्टेंट डेटास विद यू, ठीक है। हाउ द डिप्लेशन क्रिएट्स अब थोड़ी वाटर क्राइसिस, ठीक है ना। सो पहली गल है कि हाँ जी जो पानी है बहुत अलार्मिंग रेट से घट रहा है, ठीक है ना। दैन इनक्रीज्ड पंपिंग, क्योंकि मल्टीपल फैक्टर्स आउणगे, आप देखेंगे कि हाँ जी जिवें फैक्टर्स हुंदे ने, ठीक है ना। बिकॉज क्रॉपिंग पैटर्न इज अ वेरी बिग फैक्टर, ठीक है ना। क्रॉपिंग पैटर्न दे विच की है जो रीजन सी जिन्हां करके अपना ग्राउंड वाटर क्राइसिस हो रहा है, ठीक है ना। उहदे करके हो की रहा है, ठीक है जी। एक तो तुहाडा पानी डेफिनेटली अलार्मिंग रेट से घट रहा है, ठीक है ना। होर की हो रहा है, थोड़ी पानी घट रहा है तो थोड़ू पानी नूं होर लैण लई थोड़ी पंपिंग कॉस्ट वध रही, तुसीं होर उहनूं डीप जा रहे हो तो होर डीप जाने थोड़ी पंपिंग कॉस्ट वध रही है, ठीक है ना। अगेन फार्मर दे उपर डबल प्रेशर पै रहा है, ठीक है जी। देन जिन्ना तुसीं नीचे जाओगे उन्ना थोड़े पानी दे विच हैवी मैटल्स हैवी मिनरल्स दी लीचिंग होएगी, ठीक है ना। यूरेनियम है, फ्लोराइड है। हुण रीसेंटली रिपोर्ट आई सी उहदे विच की सी कि पंजाब ऑलमोस्ट सारे पंजाब दे विच पर्टिकुलरली द मालवा बेल्ट सारे दे विच यूरेनियम जो लेवल है वो टॉक्सिक लेवल से आ चुके हैं। हुण क्यों होया, क्योंकि पानी इन्ना नीचे चला गया जिथे मिनरल्स मिक्स हो जाते हैं। क्योंकि तुसीं प्रीलिम्स भी पढ़िया होना कि यूरेनियम टॉक्सिसिटी सिर्फ एंथ्रोपोजेनिक नहीं है, नैचुरल भी है। एंथ्रोपोजेनिक इज अ फैक्टर बट नैचुरल कॉजेज भी हैगे ने। उहदे विच एक नैचुरल कॉज कि तुसीं बहुत डीप चले गए हो, जिन्ना डीप जाओगे उत्थे उन्नी हैवी मैटल की टॉक्सिसिटी विच होगी, लीचिंग होएगी विच, ठीक है ना। ਹੁਣ ਜੇ इफ यू रिलेट इट टू क्रॉपिंग पैटर्न तो अपने आफ्टर द ग्रीन रेवोल्यूशन अपनी पंजाब च की हो रहा है, मोनोकल्चर, ठीक है। किहदा मोनोक्रॉपिंग किहदी हो रही है, वीट एंड पैडी, ठीक है ना। सो पैडी लई तुसीं ट्यूबवेल बोर कर रहे हो, ठीक है ना। यू आर गोइंग डीप, मोर डीप। सो किते थोड़ा जिहड़ा मोनोकल्चर दा जिहड़ा मोनोक्रॉपिंग दा पैटर्न ना ये ग्राउंड वाटर क्राइसिस नूं आपां कहंदे कि प्रेसिपिटेट करन दा बहुत बड़ा रोल है, ठीक है जी। फिर देन उस तो बाद जो गवर्नमेंट ने भी कई इहो जिही पॉलिसीज ने जिन्हें इस चीज नूं होर एग्रेवेट करता। गवर्नमेंट ने किहड़ियां पॉलिसीज ने, पहली गल तां फ्री इलैक्ट्रिसिटी किसानां नूं, ठीक है ना, फार्मर्स नूं फ्री इलैक्ट्रिसिटी दित्ती जा रही है। हुण दिन रात मुफ्त बिजली आ रही है तो उहदे नाल की हो रहा है, बोरां चों बोर हो रहे हैं पानी दे, ट्यूबवेलां चों पानी निकली जा रहा है, ठीक है ना। बिकॉज देयर इज नो लिमिट ना, जिन्नी मर्जी यूज करो, जो लिमिट ही नहीं है फिर तो पानी ही निकलूगा ना। ग्राउंड वाटर एक्सट्रैक्ट ही किया जाऊगा तो नैचुरल डिप्लीट होगा, उहदे नाल होर प्लस मोर ओवर एश्योर्ड एमएसपी। हुण एमएसपी मिल रही है सिर्फ इन्ना ही इन वाटर इंटेंसिव क्रॉप्स के उपर, होर क्रॉप्स के उपर एमएसपी है ही नहीं है। जो हैगी है तो एक सिस्टमैटिक पैटर्न च नहीं हैगी है, क्योंकि देन फार्मर इज नॉट मोटिवेटेड कि वो डाइवर्सिफाई कर सकन।
ਉਹਨਾਂ ਨੂੰ ਅਸ਼ੋਰੈਂਸ ਹੀ ਨਹੀਂ ਕਿ ਹਾਂਜੀ ਆਪਾਂ ਕਿਤੇ ਹੋਰ ਕ੍ਰੌਪ ਤੇ ਜਾਵਾਂਗੇ, ਮੇਜ਼ ਤੇ ਜਾਵਾਂਗੇ ਜਾਂ ਫਿਰ ਹਾਰਟੀਕਲਚਰ ਜਾਵਾਂਗੇ, ਆਪਾਂ ਨੂੰ ਓਨੀ ਕਮਾਈ ਹੋਊਗੀ। ਆਪ ਪਤਾ ਕਿ ਹਾਂਜੀ ਬੀਟ ਹੈ, ਝੋਨਾ ਹੈ, ਕਣਕ ਲਾਵਾਂਗੇ ਤਾਂ ਐਟਲੀਸਟ ਐਮਐਸ ਮਿਲੂਗਾ ਤਾਂ ਸਹੀ ਨਾ, ਕਮਾਈ ਤਾਂ ਹੋ ਰਹੀ ਹੈ। ਤਾਂ ਦ ਫਾਰਮਰ ਇਜ਼ ਰਿਲਕਟੈਂਟ ਟੂ ਸ਼ਿਫਟ ਔਨ ਟੂ ਅਦਰ ਕ੍ਰੌਪਸ ਬਿਕੋਜ਼ ਤੁਸੀਂ ਐਮਐਸਪੀ ਸਿਰਫ ਵੀਟ ਐਂਡ ਰਾਈਸ ਦੇ ਉੱਪਰ ਨਹੀਂ ਪੱਕੀ ਕਰਤੀ ਕਿ ਹੋਰ ਕ੍ਰੌਪਸ ਨੂੰ ਆਪਾਂ ਇਗਨੋਰ ਹੀ ਕਰਤਾ। ਇਹ ਬਹੁਤ ਵੱਡਾ ਫੈਕਟਰ ਆਉਂਦਾ ਤੁਹਾਡੇ ਗਰਾਊਂਡ ਵਾਟਰ ਕ੍ਰਾਈਸਿਸ ਦੇ ਵਿੱਚ ਪੰਜਾਬ, ਠੀਕ ਹੈ ਨਾ। ਐਂਡ ਦੈਨ ਉਸ ਤੋਂ ਬਾਅਦ ਯੂ ਹੈਵ ਟੂ ਕਨਕਲੂਡ ਯੋਰ ਆਂਸਰ। ਹੁਣ ਜੇ ਆਪਾਂ ਇੱਕ ਚੀਜ਼ ਹੈ, ਆਪਾਂ ਕਲਾਸਿਸ ਦੇ ਵਿੱਚ ਵੀ ਆਪਾਂ ਆਪਣੇ ਸਟੂਡੈਂਟਸ ਨੂੰ ਬੋਲਦੇ ਹੁੰਦੇ ਆ ਕਿ ਜਿਹੜਾ ਤੁਹਾਡਾ ਆਂਸਰ ਹੈ ਨਾ, ਇਟ ਹੈਜ਼ ਟੂ ਬੀ ਐਨ ਆਪਟਿਮਿਸਟਿਕ ਟੋਨ, ਇਟ ਹੈਜ਼ ਟੂ ਬੀ ਐਨ ਆਪਟਿਮਿਸਟਿਕ ਟੋਨ, ਠੀਕ ਹੈ ਨਾ। ਇਸ ਤੋਂ ਪਹਿਲਾ ਕੁਐਸਚਨ ਸੀ ਮਹਾਰਾਜਾ ਰਣਜੀਤ ਸਿੰਘ ਦਾ, ਉਹ ਹਿਸਟਰੀ ਦਾ ਕੁਐਸਚਨ ਸੀ। ਹਿਸਟਰੀ ਜੋ ਸੀ ਸੋ ਹੈ ਉਹ ਉਹੀ ਰਹੇਗੀ, ਆਪਾਂ ਨੂੰ ਚੇਂਜ ਨਹੀਂ ਕਰ ਸਕਦੇ, ਉਹਨੂੰ ਤੁਸੀਂ ਸਮਰਾਈਜ਼ ਕਰਨਾ ਆਪਣੇ ਕਨਕਲੂਜਨ ਦੇ ਵਿੱਚ, ਠੀਕ ਹੈ ਨਾ। ਬਟ ਜਦੋਂ ਆਪਾਂ ਬਾਕੀ ਟੌਪਿਕਸ ਦੀ ਗੱਲ ਕਰਦੇ ਹਾਂ, ਫॉर ਐਗਜ਼ਾਮਪਲ ਗਰਾਊਂਡ ਵਾਟਰ ਕ੍ਰਾਈਸਿਸ ਦੀ ਗੱਲ ਹੋਈ ਹੈ, ਇਹੋ ਜਿਹੇ ਜਿਹੜੇ ਕੁਐਸਚਨਸ ਹੁੰਦੇ ਨੇ ਨਾ, ਕਰੰਟ ਬੇਸ ਜਿਹੜੇ ਕੁਐਸਚਨਸ ਹੋ ਜਾਂਦੇ ਨੇ, ਇਸ਼ੂ ਬੇਸ ਜਿਹੜੇ ਕੁਐਸਚਨਸ ਹੋ ਜਾਂਦੇ ਨੇ, ਹਰ ਇੱਕ ਕੁਐਸਚਨ ਆਪਾਂ ਇੱਕ ਆਪਟਿਮਿਸਟਿਕ ਉਹਦੀ ਕਨਕਲੂਜਨ ਦੇਣੀ ਹੁੰਦੀ ਹੈ, ਠੀਕ ਹੈ ਨਾ। ਸੋ ਹੁਣ ਇਹਦੇ ਵਿੱਚ ਤੁਸੀਂ ਕਿਉਂਕਿ क्वेश्चन खत्म कितने, अपनी बॉडी कितने खत्म हो रही है, एक चैलेंज के ऊपर खत्म हो रही है कि हाँ जी अपना चैलेंज है, ग्राउंड वाटर क्राइसिस एक चैलेंज है। तो कंक्लूजन दे विच की लिखोगे, भावें 2 लाइनां च लिखो बट सोल्यूशन लिखो। इट योर कंक्लूजन शुड ऑलवेज एंड ऑन अ पॉजिटिव नोट। सो द कंक्लूजन दे विच थोड़ा सोल्यूशन होना बहुत जरूरी है, ठीक है ना। जे आप इस चीज को नहीं फॉलो करांगे तो बच्चे नंबर ना किते नहीं मिल, किते ना किते घट जाते हैं बिकॉज ये क्वेश्चन एक्सप्लिसिटली किते नहीं लिखे कि हमें सोल्यूशन भी दो। बट थोड़ा क्वेश्चन जब आंसर राइटिंग की गल करते हैं, आंसर राइटिंग के कंक्लूजन हमेशा एक पॉजिटिव नोट पे होता है, ठीक है ना। आप एक नकारात्मक सोच नाल क्वेश्चन नहीं एंड करना, इट ऑलवेज हैज टू बी विद अ पॉजिटिव आउटलुक, ठीक है ना। एक सकारात्मक अप्रोच होनी चाहिए है, ठीक है ना, बिकॉज दैट इज व्हाट इज रिक्वायर्ड फ्रॉम अ सिविल सर्वेंट। सो तुहानू अपने कंक्लूजन नू उदा ही कंक्लूड करना है विद सम पॉजिटिव, ठीक है ना, सॉल्यूशंस नू आपां लिखना हुंदा है, ठीक है। सो आपां ठीक है ना, सो देख सकते कि हाँ जी दीज आर द पंपिंग कॉस्ट है। ਇਹਦੇ ਹੁਣ ਇੱਥੇ ਥੋੜਾ ਡੇਟਾ ਆਊਗਾ, ਇੱਥੇ ਥੋੜਾ ਗਰਾਊਂਡ ਵਾਟਰ ਕਮਿਸ਼ਨ ਦਾ ਡੇਟਾ ਆਊਗਾ, ਇਹਦੇ ਬਿਨਾ ਤੁਹਾਡਾ ਆਨਸਰ ਪੂਰਾ ਨਹੀਂ ਹੋ ਸਕਦਾ, ਠੀਕ ਹੈ। तो ये मैं ਤੁਹਾਨੂੰ ਹੁਣੇ ਦੱਸ ਚੁੱਕੀ ਹਾਂ, ਵਾਟਰ ਇੰਟੈਂਸਿਵ ਕ੍ਰੌਪਸ ਆ ਗਏ, ਸਬਸਿਡਾਈਜ਼ਡ ਇਲੈਕਟ੍ਰਿਸਿਟੀ ਹੈ, ਠੀਕ ਹੈ ਨਾ, ਅਸ਼ੋਰਡ ਐਮਐਸਪੀ ਹੈ, ਠੀਕ ਹੈ ਨਾ। ਬਾਕੀ ਜਿਹੜੀ ਬਾਕੀ ਕ੍ਰੌਪਸ ਨੇ ਉਹਨਾਂ ਨੂੰ ਆਪਾਂ ਇੰਨੀ फार्मर्स ਨੂੰ प्राइस स्टेबिलिटी नहीं मिल रही है, तो फार्मर इज रिलक्टेंट टू मूव ऑन टू दी, ठीक है ना, डाइवर्सिफाइड क्रॉप्स, ठीक है। फिर नेक्स्ट क्वेश्चन सीगा, the Gurudwara reform movement of Punjab made an important contribution towards India's freedom struggle, discuss। ਹੁਣ ਇੱਥੇ ਡਾਇਰੈਕਟਿਵ ਆ ਗਿਆ discuss, ਤੁਸੀਂ डिस्कस करना है कि हाँ जी ਉਹਦਾ इंपैक्ट ਕੀ ਹੋਇਆ, ठीक है ना। सो क्वेश्चन ਚ ਵੀ ਲਿਖਿਆ ਹੋਇਆ the Gurudwara reform movement of Punjab made an important contribution towards India's freedom struggle, कि गुरुद्वारा रिफॉर्म मूवमेंट ਦਾ इंडिया ਦੇ freedom struggle ਦੇ ਵਿੱਚ ਕੀ contribution ਰਿਹਾ, ठीक है। ਇਹ ਲਿਖਣਾ ਹੀ लिखना मतलब impact। when we write about discuss you have to write the impact हर एक पॉइंट का impact लिखे बिना वो पॉइंट पूरा नहीं होगा, ठीक है ना, ठीक है जी, क्लियर है। तो पहली गल तो इंट्रोडक्शन लिख देंगे, ब्रीफ इंट्रोडक्शन हो जाएगी अपने गुरुद्वारा रिफॉर्म मूवमेंट की। फिर बॉडी च लिखांगे कि कंट्रीब्यूशन की सीगी अपने गुरुद्वारा रिफॉर्म मूवमेंट की, ठीक है ना। पहली गल की सीगी, ठीक है, ਇਹਦੇ ਵਿੱਚ ਆਪਾਂ ਕੀ ਕੀਤਾ ਸੀ, ਅਡਾਪਸ਼ਨ ਆਫ ਨॉन ਵਾਇਲੈਂਸ, ਠੀਕ ਹੈ ਨਾ, ਆਪਣੀ ਜਿਹੜੀ ਹੋਈ ਹੈ, ਠੀਕ ਹੈ ਨਾ। ਸੋ ਨॉन ਵਾਇਲੈਂਟ ਰੈਜ਼ਿਸਟੈਂਸ ਤੁਸੀਂ ਦੇਖੀਏ ਵੀ ਹੋਣੀ ਹੈ ਸਾਰੀਆਂ ਜਿਹੜੇ ਕ੍ਰੋਨੋਲੋਜੀ ਦੇਖੇ ਹੋਣੇ ਕਿ ਹਾਂਜੀ ਆਪਣੇ ਜਿਹਨੂੰ ਸਟਾਰਟ ਫਰਮ ਦੀ ਪੰਜਾ ਸਾਹਿਬ ਦਾ ਸਾਕਾ ਹੋ ਗਿਆ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਨਨਕਾਣਾ ਸਾਹਿਬ ਹੋ ਗਿਆ, ਤਰਨਤਾਰਨ ਦਾ ਮੋਰਚਾ ਹੋ ਗਿਆ, ਇਹ ਜਿੰਨੇ ਸਾਰਿਆਂ ਦੇ ਵਿੱਚ ਨॉन ਵਾਇਲੈਂਸ ਯੂਜ਼ ਕੀਤੀ ਗਈ ਸੀਗੀ ਬਾਏ ਦਾ ਅਕਾਲੀ ਜਥਾ, ठीक है ना। फिर पॉलिटिकल मोबिलाइजेशन, यही वो टाइम सीगा इतों ही पंजाबी पॉलिटिकली मोबिलाइज होए सीगे, ठीक है। एक पॉलिटिकल यूनिटी मिली सी एकदम एसजीपीसी दे अंडर। फिर द पीपल ऑफ पंजाब पॉलिटिकली मोबिलाइज कि हाँ जी असीं अपने हक नूं प्रोटेक्ट करने लई यू हैव टू मोबिलाइज एंड यू हैव टू मार्च अगेंस्ट द अथॉरिटी। ਇੱਥੋਂ ਹੀ ਮੋਬਿਲਾਈਜੇਸ਼ਨ ਸਟਾਰਟ ਹੋਈ ਸੀਗੀ। ਆਫਟਰ ਦੈਟ ਓਨਲੀ ਪੰਜਾਬੀਆਂ ਦੀ ਜਿਹੜੀ ਕਹਿੰਦੇ ਕੰਟਰੀਬਿਊਸ਼ਨ ਟੁਵਰਡਸ ਫਰੀडम ਸਟਰਗਲ ਵਧੀ ਸੀਗੀ। ਸੋ ਦਿਸ ਵਾਸ ਦੈਟ ਸਟਾਰਟਿੰਗ ਪੁਆਇੰਟ, ਠੀਕ ਹੈ ਨਾ। ਐਂਡ ਦੈਨ ਡਾਇਰੈਕਟ ਅਲਾਈਅੰਸ ਵਿਦ ਇੰਡੀਅਨ ਨੈਸ਼ਨਲ ਕਾਂਗਰਸ, ਇਸ ਤੋਂ ਪਹਿਲਾਂ ਇੰਨੀ ਨਹੀਂ ਸੀਗੀ, ਬਹੁਤ ਘੱਟ ਸੀਗੀ ਪੰਜਾਬੀਆਂ ਦੀ ਕੰਟਰੀਬਿਊਸ਼ਨ। ਬਟ ਆਫਟਰ ਅਕਾਲੀ ਮੂਵਮੈਂਟ, ਆਫਟਰ ਦੀ ਗੁਰਦੁਆਰਾ ਰਿਫਾਰਮ ਮੂਵਮੈਂਟ, ਪੰਜਾਬੀਆਂ ਦੀ ਜਿਹੜੀ ਕੰਟਰੀਬਿਊਸ਼ਨ ਟੁਵਰਡਸ ਇੰਡੀਅਨ ਨੈਸ਼ਨਲ ਕਾਂਗਰਸ ਉਹ ਵੱਧ ਗਈ ਸੀ। ਇਸੇ ਟਾਈਮ ਦੇ ਵਿੱਚ ਆਈਐਨਸੀ ਦੇ ਲੀਡਰਸ ਵੀ ਪੰਜਾਬ ਦੇ ਵੱਲ, ਠੀਕ ਹੈ ਨਾ, ਥੋੜੇ ਜਿਹੇ ਉਹਨਾਂ ਦਾ ਝੁਕਾਅ ਵਧਿਆ ਸੀਗਾ, ਠੀਕ ਹੈ ਨਾ। ਸੋ ਐਂਡ ਦੈਨ you can conclusion ਦੇ ਵਿੱਚ ਆਪਾਂ ਸਿੰਪਲੀ ਆਪਾਂ ਕਨਕਲੂਜਨ ਕਰਾਂਗੇ, ਠੀਕ ਹੈ ਨਾ। ਸੋ ਕੰਟਰੀਬਿਊਸ਼ਨ ਕੀ ਹੈ, ਅਡਾਪਸ਼ਨ ਆਫ ਨਾਨ ਵਾਇਲੈਂਟ ਪ੍ਰਿੰਸੀਪਲਸ ਹੈ। ਤੁਸੀਂ ਹੁਣ ਇੱਥੇ ਜਦੋਂ ਆਪਾਂ ਨਾਨ ਵਾਇਲੈਂਟ ਰੈਜ਼ਿਸਟੈਂਸ ਦੀ ਗੱਲ ਕਰਾਂਗੇ, ਇੱਥੇ ਤੁਸੀਂ ਆਪਣਾ ਕੋਟ ਕਰਨਾ ਹੈ ਨਨਕਾਣਾ ਸਾਹਿਬ ਦਾ ਮੈਸੇਕਰ, ਠੀਕ ਹੈ ਨਾ। ਭਾਈ ਲక్ష్మణ ਸਿੰਘ ਦਾ ਜਿਹੜਾ ਜੱਥਾ ਸੀ ਪੀਸਫੁਲੀ ਕੀਰਤਨ ਕਰ ਰਿਹਾ ਸੀ, ਪੀਸਫੁਲੀ ਪਾਠ ਕਰ ਰਿਹਾ ਸੀ, ਉਹਨਾਂ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ, ਠੀਕ ਹੈ ਨਾ, महंतां वालों। सो इत्थे तुसीं एग्जाम्पल लिखना है। जब तक थोड़ा एग्जाम्पल नहीं आऊगा बच्चा, थोड़ा पॉइंट इनकम्प्लीट है। यू हैव टू कंप्लीट योर आंसर विद अ फैक्ट, ओके।
ਦੈਨ ਪੋਲੀਟੀਕਲ ਮੋਬਿਲਾਈਜੇਸ਼ਨ, ਇੱਥੇ ਐਸਜੀਪੀਸੀ ਬਣੀ ਸੀਗੀ, ਆਪਾਂ ਨੂੰ ਪਤਾ ਹੀ ਹੈ। ਉਸ ਤੋਂ ਬਾਅਦ ਐਸਜੀਪੀਸੀ ਐਕਟ ਦੇ ਅੰਡਰ ਪੂਰੀ ਕੰਸੋਲੀਡੇਟ ਹੋਈ ਸੀਗੀ, ਬਟ ਬਣ ਤੋਂ ਪਹਿਲਾਂ ਹੀ ਗਈ ਸੀਗੀ ਨਾ, ਆ ਤਾਂ ਨਹੀਂ ਕਿ 25 ਤੋਂ ਬਾਅਦ ਚੋਂ ਬਣੀ ਹੈ, ਬਣ ਤੋਂ ਪਹਿਲਾਂ ਹੀ ਗਈ ਸੀਗੀ, ਠੀਕ ਹੈ ਨਾ। ਐਂਡ ਦੈਨ ਡਾਇਰੈਕਟ ਅਲਾਈਅੰਸ ਵਿਦ ਇੰਡੀਅਨ ਨੈਸ਼ਨਲ ਕਾਂਗਰਸ, ਇੱਥੇ ਹੁਣ ਕਾਂਗਰਸ ਦੇ ਲੀਡਰਸ ਵੀ ਪੰਜਾਬੀਆਂ ਨਾਲ ਐਸੋਸੀਏਟ ਹੋਏ ਸੀਗੇ, ਠੀਕ ਹੈ ਨਾ। ਸੋ ਦਿਸ ਇਜ਼ ਦ ਇੰਪੈਕਟ ਆਫ ਗੁਰਦੁਆਰਾ ਰਿਫਾਰਮ ਮੂਵਮੈਂਟ ਔਨ ਐਂਡ ਕੰਟਰੀਬਿਊਸ਼ਨ ਹੈ ਆਪਣੀ ਫਰੀडम स्ट्रगल ਦੇ ਵਿੱਚ, ਠੀਕ ਹੈ ਨਾ। ਐਂਡ ਦੈਨ ਯੂ ਵਿਲ ਸਿੰਪਲੀ ਕੰਕਲੂਡ योर ਆਨਸਰ। ਕੰਕਲੂਜਨ ਕੀ ਕਰਾਂਗੇ, ਇਹਦੇ ਇਸ ਸਾਰੇ ਇਵੈਂਟ ਦਾ ਕੰਕਲੂਜਨ ਕੀ ਹੋਇਆ, ਐਸਜੀਪੀਸੀ ਦਾ ਬਣਨਾ ਅੰਡਰ ਐਨ ਐਕਟ, ਲੈਜਿਸਲੇਟਿਵ ਐਕਟ ਦੇ ਅੰਡਰ ਬਣਿਆ ਸੀਗਾ। ਸੋ ਉਹ ਤੁਸੀਂ ਆਪਣੇ ਆਨਸਰ ਦੇ ਵਿੱਚ ਕੰਕਲੂਡ ਕਰਨਾ, ਠੀਕ ਹੈ ਜੀ। ਹੁਣ ਇਹ ਦਿਸ ਵਾਸ ਦ ਕੁਐਸਚਨ ਆਫ 2015। ਦੇਖ ਸਕਦੇ ਆ ਅਗੇਨ ਕੁਐਸਚਨ ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਨਾ। ਹਰ ਸਾਲ ਬੱਚੇ, ਹਰ ਸਾਲ ਬਿਨਾ ਨਾਗਾ ਤੁਹਾਡਾ ਮਹਾਰਾਜਾ ਰਣਜੀਤ ਸਿੰਘ ਦੇ ਉੱਪਰ ਕੁਐਸਚਨ ਆਇਆ। ਸੋ ਯੂ ਆਰ ਸਪੋਜ਼ ਟੂ ਪ੍ਰਿਪੇਅਰ, ਜਿਹੜੇ ਵੀ ਬੱਚੇ ਮੇਨਸ ਦੇਣਗੇ, ਠੀਕ ਹੈ ਨਾ। ਸੋ ਯੂ ਆਰ ਸਪੋਜ਼ ਟੂ ਪ੍ਰਿਪੇਅਰ ਦ ਕੁਐਸਚਨ ਔਨ ਮਹਾਰਾਜਾ ਰਣਜੀਤ ਸਿੰਘ, ਠੀਕ ਹੈ ਨਾ। ਜੇ ਤੁਸੀਂ ਦੇਖੋਗੇ ਵੀ ਨਾ, ਕੁਐਸਚਨ ਦਾ ਐਸੈਂਸ ਉਹੀ ਹੈ, ਸਿਰਫ ਫਰੇਮਿੰਗ ਡਿਫਰੈਂਟ ਹੈ, ਇੰਨਾ ਹੀ ਫਰਕ ਹੈ, ਬਾਕੀ ਚੀਜ਼ ਉਹਨਾਂ ਨੇ ਉਹੀ ਪੁੱਛੀ ਗਈ ਹੈ। ਪਿਛਲੇ ਕੁਐਸਚਨ ਚ ਰਾਈਜ਼ ਐਂਡ ਫਾਲ ਲਿਖਿਆ ਹੋਇਆ ਸੀਗਾ, ਠੀਕ ਹੈ ਨਾ, ਰਾਈਜ਼ ਐਂਡ ਰਾਈਜ਼ ਆਫ, ਠੀਕ ਹੈ ਨਾ, ਸਿੱਖ ਐਮਪਾਇਰ ਅੰਡਰ ਮਹਾਰਾਜਾ ਰਣਜੀਤ ਸਿੰਘ। ਇੱਥੇ ਕੁਐਸਚਨ ਕੀ ਹੈ, ਰੋਲ ਇਨ ਕੰਸੋਲੀਡੇਸ਼ਨ ਆਫ ਸਿੱਖ ਮਿਸਲੈਂਡ ਟੂ ਪਾਵਰਫੁਲ ਸਟੇਟ, ਇਹ ਰਾਈਜ਼ ਹੀ ਤਾਂ ਹੈਗਾ, ਹੋਰ ਕੀ ਹੈ ਇਹ ਨਾ। ਰੋਲ ਪੁੱਛੇ ਕਿ ਹਾਂਜੀ ਉਹਨਾਂ ਨੇ ਕਿਵੇਂ ਪੰਜਾਬ ਨੂੰ ਕੀਤਾ ਸੀ, ਕਿ ਹਾਂਜੀ ਉਹਨਾਂ ਨੇ ਪਾਵਰਫੁਲ ਸਟੇਟ ਕਿਵੇਂ ਬਣਾਇਆ ਸੀਗਾ, ਬਾਈ ਕੰਸੋਲੀਡੇਟਿੰਗ ਆਲ ਦ ਮਿਸਸ। ਇਹੀ ਤਾਂ ਰਾਈਜ਼ ਹੈ ਪੰਜਾਬ ਦਾ ਨਾ, ਇਹੀ ਤਾਂ ਰਾਈਜ਼ ਹੈ ਮਹਾਰਾਜਾ ਰਣਜੀਤ ਸਿੰਘ ਦਾ। ਇਹੀ ਉਹਨਾਂ ਨੇ ਦੂਸਰਾ ਅਗਲੇ ਸਾਲ ਸੇਮ ਹੋਈ ਕੁਐਸਚਨ ਬਟ ਵਿਦ ਅ ਡਿਫਰੈਂਟ ਸਟੇਟਮੈਂਟ, ਠੀਕ ਹੈ ਜੀ। ਵਟ ਰਿਫਾਰਮਸ, ਸੌਰਟ ਆਫ ਰਿਫਾਰਮਸ ਜਿਹੜੀ ਇੰਟਰੋਡਿਊਸ ਇਨ ਸਿਵਲ ਐਂਡ ਮਿਲਟਰੀ ਤੁਹਾਡੇ ਐਡਮਿਨਿਸਟ੍ਰੇਸ਼ਨ ਹੈ, ਇਹ ਤੁਸੀਂ ਹੁਣ ਇੱਥੇ ਉਹਨਾਂ ਦੇ ਰਿਫਾਰਮਸ ਲਿਖਣੇ ਨੇ। ਹੁਣ ਇੱਥੇ ਫਾਲ ਦੀ ਗੱਲ ਨਹੀਂ ਹੋਈ ਹੈ, ਹੁਣ ਇੱਥੇ ਤੁਸੀਂ ਉਹਨਾਂ ਦੇ ਰਿਫਾਰਮਸ ਦੀ ਗੱਲ ਕਰਨੀ ਹੈ, ਠੀਕ ਹੈ ਨਾ। ਸੋ ਜੇ ਆਪਾਂ ਦੇਖਾਂਗੇ ਆ ਤਾਂ ਆਪਾਂ ਕਰ ਹੀ ਲਏ ਕਿ ਹਾਂਜੀ ਉਹਨਾਂ ਨੇ ਕਿਵੇਂ ਕੰਸੋਲੀਡੇਟ ਕੀਤਾ ਸੀਗਾ, ਮਿਸਲੋਂ ਜਿੱਤਿਆ ਸੀਗਾ, ਠੀਕ ਹੈ ਨਾ। ਫ੍ਰੈਂਡਲੀ ਹੈ, ਮਿਲੀਟਰੀਲੀ ਉਹਨਾਂ ਨੇ ਜਿੱਤਿਆ ਸੀਗਾ। ਐਂਡ ਦੈਨ ਯੂ ਵਿਲ ਰਾਈਟ ਅਬਾਊਟ ਦੀ, ਆਪਾਂ ਕਹਿ ਸਕਦੇ ਹਾਂ ਰਿਫਾਰਮਸ ਦੀ ਆਪਾਂ ਗੱਲ ਕਰਾਂਗੇ, ਠੀਕ ਹੈ। ਸੋ ਇੱਥੇ ਦੇਖ ਸਕਦੇ ਹਾਂ। ਸੋ ਰਾਈਟ ਕੰਸੋਲੀਡੇਸ਼ਨ ਦੀ ਗੱਲ ਕਰਾਂਗੇ ਤਾਂ ਮਿਲਟਰੀ ਕੰਕੁਐਸਟ ਹੈ, ਡਿਪਲੋਮੇਸੀ, ਠੀਕ ਹੈ ਨਾ, ਸ਼ਿਊ ਡਿਪਲੋਮੇਸੀ, ਮਿਲਟਰੀ ਪ੍ਰੋਵੈਸ, ਹਰ ਇੱਕ ਚੀਜ਼ ਉਹਨਾਂ ਨੇ ਆਪਣੇ ਆਪ ਨੂੰ ਐਜ਼ ਅ ਰੂਲਰ, ਠੀਕ ਹੈ ਨਾ, ਐਮਪਰਰ ਆਫ ਸਿੱਖ ਐਮਪਾਇਰ ਉਹਨੇ ਆਪਣੇ ਸਟੈਬਲਿਸ਼ ਕੀਤਾ ਸੀਗਾ ਬਾਈ ਡਿਫਰੈਂਟ ਟੈਕਨੀਕਸ, ਠੀਕ ਹੈ ਨਾ। ਐਂਡ ਹੁਣ ਨੈਕਸਟ ਪਾਰਟ ਹੈ ਤੁਹਾਡਾ ਰਿਫਾਰਮਸ ਦੇ ਉੱਪਰ, ਕਿ ਉਹਨਾਂ ਨੇ ਰਿਫਾਰਮਸ ਕੀ ਕੀਤੇ ਸੀਗੇ, ਕੁਝ ਸਿਵਲ ਵੀ ਸੀ, ਕੁਝ ਮਿਲਟਰੀ ਵੀ ਸੀਗੇ। ਸਿਵਲ ਦੀ ਗੱਲ ਕਰੋਗੇ ਤਾਂ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਰੈਵਨਿਊ ਸਿਸਟਮ ਨੂੰ ਰਿਫਾਰਮ ਕੀਤਾ ਹੈ। ਪਹਿਲਾਂ ਬਟਾਈ ਸੀ, ਫਿਰ ਕਨਕੂਟ ਸਿਸਟਮ ਆ ਗਿਆ ਸੀਗਾ। ਸੈਕੂਲਰਿਜ਼ਮ ਉਹਨਾਂ ਦੇ ਐਮਪਾਇਰ ਸੀ। ਹੁਣ ਐਗਜ਼ਾਮਪਲ ਦਿਓ ਇੱਥੇ, ਠੀਕ ਹੈ ਜੀ, ਉਹਨਾਂ ਦੇ ਪ੍ਰਾਈਮ ਮਿਨਿਸਟਰ ਦੀ, ਉਹਨਾਂ ਦੇ ਫਾਈਨਾਂਸ ਮਿਨਿਸਟਰ ਦੀ, ਉਹਨਾਂ ਦੇ ਫੋਰਨ ਮਿਨਿਸਟਰ ਦੀ ਡਿਫਰੈਂਟ ਰਿਲੀਜਨ ਤੋਂ ਬਿਲੋਂਗ, ਆਪ ਉਹ ਡਿਫਰੈਂਟ ਰਿਲੀਜਨ ਨੂੰ ਬਿਲੋਂਗ ਕਰਦੇ ਨੇ, ਬਟ ਫਾਈਨਾਂਸ ਮਿਨਿਸਟਰ, ਫੋਰਨ ਮਿਨਿਸਟਰ ਉਹਨਾਂ ਦਾ ਮੁਸਲਿਮ ਸੀਗਾ, ਠੀਕ ਹੈ ਨਾ, ਫਾਈਨਾਂਸ ਮਿਨਿਸਟਰ ਉਹਨਾਂ ਦਾ ਹਿੰਦੂ ਸੀਗਾ। ਇਹ ਸੈਕੂਲਰਿਜ਼ਮ ਹੀ ਤਾਂ ਹੈਗੀ ਹੈ। ਹੋਰ ਉਹਨਾਂ ਨੇ ਕੀ ਕੀਤਾ, ਦੈਨ ਸਿੰਸ ਹੀ ਵਾਸ ਅ ਸੈਕੂਲਰ, ਠੀਕ ਹੈ ਨਾ, ਤਾਂ ਉਹਨਾਂ ਨੇ ਡਿਫਰੈਂਟ ਰਿਲੀਜੀਅਸ ਇੰਸਟੀਟਿਊਸ਼ਨਸ ਨੂੰ ਦਾਨ ਦਿੱਤਾ ਸੀਗਾ, ਕਿਸੇ ਇੱਕ ਨੂੰ ਨਹੀਂ ਦਿੱਤਾ ਸੀਗਾ। ਉਹਨਾਂ ਨੇ ਕਾਸ਼ੀ ਦੇ ਮੰਦਿਰ ਨੂੰ ਵੀ ਦਿੱਤਾ ਸੀਗਾ, ਠੀਕ ਹੈ ਜੀ, ਪੂਰੀ ਦੇ ਮੰਦਿਰ ਨੂੰ ਵੀ ਦਿੱਤਾ, ਉਹਨਾਂ ਨੇ ਦਰਬਾਰ ਸਾਹਿਬ ਨੂੰ ਵੀ ਉਨਾ ਹੀ ਸੋਨਾ ਚੜਾਇਆ ਉਹਨਾਂ ਨੇ, ਠੀਕ ਹੈ ਨਾ। ਸੋ ਇਕੁਅਲ ਉਹਨਾਂ ਨੇ ਕੰਟਰੀਬਿਊਸ਼ਨ ਦਿੱਤੀ ਸੀ। ਫਿਰ ਮਿਲਟਰੀ ਰਿਫਾਰਮਸ ਕੀ ਸੀਗਾ, ਜਿਹੜੇ ਯੂਰੋਪੀਅਨ ਰੂਲਰ ਸੀਗੇ, ਲੀਡਰ ਸੀ, ਉਹਨਾਂ ਨੂੰ ਬੁਲਾਇਆ ਗਿਆ ਸੀਗਾ ਖਾਲਸਾ ਆਰਮੀ ਨੂੰ ਟ੍ਰੇਨ ਕਰਨ ਲਈ। ਖਾਲਸਾ ਆਰਮੀ ਵਾਸ ਟ੍ਰੇਨਡ ਔਨ ਯੂਰੋਪੀਅਨ ਲਾਈਨਸ, ਠੀਕ ਹੈ ਨਾ। ਤਾਂ ਹੀ ਕਿਤੇ ਨਾ ਕਿਤੇ ਦਿਸ ਵਾਸ ਅ ਵੈਰੀ ਬਿਗ ਫੈਕਟਰ ਕਿ ਕਿਉਂ ਬ੍ਰਿਟਿਸ਼ ਐਂਡ ਮਹਾਰਾਜਾ ਰਣਜੀਤ ਸਿੰਘ ਦੇ ਜਦ ਤੱਕ ਉਹ ਸੀਗੇ ਕੋਈ ਲੜਾਈ ਨਹੀਂ ਹੋਈ ਸੀ, ਬਿਕੋਜ਼ ਦੇ ਵਨ ਦ ਬ੍ਰਿਟਿਸ਼ ਨਿਊ ਕਿ ਹਾਂਜੀ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਵਾਸ ਵੈਰੀ ਵੈਲ ਇਕਵਿਪਡ ਕਿ ਜੇ ਲੜਾਈ ਕਰਾਂਗੇ ਤਾਂ ਦੇ ਆਰ ਗੋਇੰਗ ਟੂ ਸਫਰ ਡਿਫੀਟ, ਠੀਕ ਹੈ ਨਾ। ਸੋ ਇਹ ਕਿਉਂਕਿ ਉਹਨਾਂ ਦੀ ਮਿਲਟਰੀ ਰਿਫਾਰਮਸ ਦਾ that was the, ਠੀਕ ਹੈ ਨਾ, ਕੰਕਲੂਜਨ, ਠੀਕ ਹੈ ਨਾ। ਸੋ ਉਹਨਾਂ ਨੇ ਆਰਟਿਲਰੀ ਹੋ ਗਈ, ਇਨਫੈਂਟਰੀ ਹੋ ਗਈ, ਉਹਦੇ ਉੱਪਰ ਬਹੁਤ ਖਾਸ ਕਰਕੇ ਧਿਆਨ ਦਿੱਤਾ ਸੀਗਾ ਆਪਣੀ ਪੂਰੀ ਆਰਮੀ ਦੀ ਸਟਰਕਚਰਲ ਰਿਫਾਰਮਸ ਨੂੰ ਕਰਨ ਲਈ, ਠੀਕ ਹੈ ਜੀ। ਦੈਨ ਠੀਕ ਹੈ ਨਾ, ਆਪਾਂ ਦੇਖ ਹੀ ਲਏ ਕਿ ਸਿਵਲ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਰੈਵਨਿਊ ਸਿਸਟਮ ਬਹੁਤ ਐਨਹਾਂਸ ਕੀਤਾ ਸੀਗਾ। ਇਰੀਗੇਸ਼ਨ ਲਈ ਆਪਾਂ ਤੁਹਾਨੂੰ ਪਤਾ ਹੀ ਕਿ ਹਾਂਜੀ ਕਨਾਲਸ ਕੱਢੇ ਗਏ ਸੀਗੇ, ਰਾਵੀ ਐਂਡ ਰਾਵੀ ਤੋਂ ਕਨਾਲਸ ਕੱਢੇ ਗਏ ਸੀਗੇ, ਠੀਕ ਹੈ ਨਾ। ਅੰਮ੍ਰਿਤਸਰ ਆ ਰਿਹਾ ਸੀਗਾ, ਲਾਹੌਰ ਗਿਆ ਸੀਗਾ। ਸੋ ਕਨਾਲ ਦਾ ਡਿਗ ਕਰਨਾ ਵੀ ਇੱਕ ਉਹਨਾਂ ਦੀ ਸਿਵਲ ਰਿਫਾਰਮ ਦੇ ਵਿੱਚ ਹੀ ਤੁਸੀਂ ਕਾਊਂਟ ਕਰੋਗੇ, ਠੀਕ ਹੈ ਨਾ। ਐਂਡ ਦੈਨ ਯੂ ਵਿਲ ਸਿੰਪਲੀ ਕੰਕਲੂਡ ਯੋਰ ਆਂਸਰ ਵਿਦ ਦ ਕੰਕਲੂਡ, ਕਿਉਂਕਿ ਨਾ ਸਿਰਫ ਦਿਸ ਕੁਐਸਚਨ ਇਜ਼ ਔਨ ਅ ਫੈਕਟ ਕਿ ਉਹਨਾਂ ਨੇ ਕੀਤਾ ਕੀ ਸੀਗਾ। ਸੋ ਸਿੰਪਲੀ conclude your answer by concising all the points। ਹੁਣ ਇੱਥੇ ਆਪਣਾ ਸਿਰਫ ਕੰਸਾਈਜ਼ ਹੋਊਗਾ, ਆਪਾਂ ਇੱਥੇ ਕੁਝ ਇੱਥੇ ਪੋਜ਼ਿਟਿਵ ਨੈਗੇਟਿਵ ਨਹੀਂ ਲਿਖਣਾ। ਐਂਡ ਇੱਕ ਚੀਜ਼ ਹੋਰ ਧਿਆਨ ਰੱਖਣੀ ਹੈ, ਤੁਹਾਡਾ ਕੰਕਲੂਜਨ should never end on a negative tone। ਕਦੇ ਵੀ ਨੈਗੇਟਿਵ ਟੋਨ ਤੁਹਾਡਾ ਆਨਸਰ ਹੋਣਾ ਹੀ ਨਹੀਂ ਚਾਹੀਦਾ, ਠੀਕ ਹੈ। ਸੋ ਨੈਕਸਟ ਹੈ, so this was also a question 2015। define the term chose, discuss their associated problem with special reference to Punjab। ਹੁਣ ਚੋ ਦੇ ਉੱਪਰ ਕੁਐਸਚਨ ਹੈ। ਹੁਣ ਕੁਐਸਚਨ ਬੱਚੇ ਚੋ ਦੇ ਉੱਪਰ ਆਵੇ, ਕੁਐਸਚਨ ਥੋੜਾ ਕੰਡੀ ਰੀਜਨ ਦੇ ਉੱਪਰ ਆਵੇ, ਇੱਕੋ ਹੀ ਗੱਲ ਹੈ, ਕਿਉਂਕਿ ਕੰਡੀ ਰੀਜਨਸ ਹੀ ਚੋ ਹੁੰਦੇ ਨੇ, ਠੀਕ ਹੈ ਨਾ। ਸੋ ਚੋ ਕੀ ਨੇ,
ठीक है ना। एंड उन्होंने प्रॉब्लम्स की ने, ठीक है ना, विद स्पेशल रेफरेंस टू पंजाब, मतलब सीधा सीधा कह रहे हैं कि हाँ जी पंजाब के कंडी रीजन ਦੇ ਵਿੱਚ ਚੋਣ ਨਾਲ ਕੀ ਪ੍ਰੋਬਲਮਸ ਆ ਰਹੇ ਉਹ ਸਾਨੂੰ ਦੱਸਣਾ ਬਹੁਤ ਤੁਸੀਂ ਤੁਹਾਨੂੰ ਕੁਐਸਚਨ ਨੂੰ, ਠੀਕ ਹੈ ਨਾ, ਉਹਨੂੰ ਪੂਰਾ ਬ੍ਰੇਕ ਕਰਨਾ ਆਉਣਾ ਚਾਹੀਦਾ ਕਿ ਹਾਂਜੀ ਮੇਰੇ ਤੋਂ ਕੁਐਸਚਨ ਚ ਪੁੱਛਿਆ ਕੀ ਜਾ ਰਿਹਾ, ਤਾਂ ਹੀ ਕੁਐਸਚਨ ਤੁਸੀਂ ਆਪਣਾ ਵਧੀਆ ਅਟੈਂਪਟ ਕਰੋਗੇ, ਠੀਕ ਹੈ ਨਾ। ਸੋ ਵਟ ਆਰ ਚੋਜ਼ ਇਹ ਆਪਣੇ ਤੁਹਾਡੇ ਐਫਿਮਰਲ ਸੀਜ਼ਨਲ ਨਾ ਦਰਿਆਈ ਜਿਹੜੇ ਆਪਣੇ ਸੀਜ਼ਨਲ ਨਾਲੇ ਹੁੰਦੇ ਨੇ ਉਹੀ ਨੇ ਨਾ ਸੀਜ਼ਨਲ ਐਫਿਮਰਲ ਜੇ ਨਾ ਸੀਜ਼ਨਲ ਸਟ੍ਰੀਮਸ ਹੁੰਦੇ ਨੇ ਜੋ ਕਿ ਕੰਡੀ ਰੀਜਨ ਦੇ ਵਿੱਚ ਹੁੰਦੇ ਨੇ, ਠੀਕ ਹੈ ਨਾ। ਸੋ ਜਦੋਂ ਵੀ ਮੀਂਹ ਆਉਂਦਾ ਹੈ, ਠੀਕ ਹੈ ਨਾ, ਉਦੋਂ ਇਹਨਾਂ ਦੇ ਵਿੱਚ ਪਾਣੀ ਆ ਜਾਂਦਾ ਹੈ, ਜਦੋਂ ਮੀਂਹ ਨਹੀਂ ਹੈ ਉਦੋਂ ਇਹ ਸੁੱਕ ਜਾਂਦੇ ਨੇ, ਠੀਕ ਹੈ। ਥੀਸ ਆਰ ਦੋਸ ਸੀਜ਼ਨਲ ਸਟ੍ਰੀਮਸ ਜੋ ਕਿ ਕੰਡੀ ਰੀਜਨ ਦੇ ਵਿੱਚ ਪ੍ਰੈਜ਼ੈਂਟ ਨੇ। ਹੁਣ ਪ੍ਰੋਬਲਮ ਹੈ ਤੁਹਾਡੀ ਆਉਂਦੀ ਹੈ ਤੁਹਾਡੀ, ਠੀਕ ਹੈ ਨਾ, ਵੈਨ ਇਟ ਕਮਸ ਟੂ ਦੀ ਪ੍ਰੋਬਲਮਸ ਐਸੋਸੀਏਟਡ ਵਿਦ ਇਟ, ਠੀਕ ਹੈ ਨਾ। ਪਹਿਲੀ ਗੱਲ ਤਾਂ ਹੈ ਕਿ ਹਾਂਜੀ ਇਹ ਜੇ ਆਪਾਂ ਦੇਖਾਂਗੇ ਤਾਂ ਕਿਉਂਕਿ ਇਹ ਸਾਰਾ ਕੰਕਰ ਰੀਜਨ ਹੈ, ਠੀਕ ਹੈ ਨਾ, ਇੱਥੇ ਫਰਟਾਈਲਿਟੀ ਘੱਟ ਹੈ ਕਿਉਂਕਿ ਇੱਥੇ ਸਾਰੇ ਨੋਡਿਊਲਸ ਨੇ, ਰਿਵਰਸ ਆ ਰਹੀਆਂ ਨੇ ਕਿਉਂਕਿ ਸੀਜ਼ਨਲ ਹੈ ਤਾਂ ਇੱਕਦਮ ਰਿਵਰ ਦੇ ਨਾਲ ਸਾਰਾ ਕੁਝ ਆਉਂਦਾ, ਤੇ ਰਿਵਰ ਆਪਣੇ ਨਾਲ ਪਾਣੀ ਦੇ ਨਾਲ ਉਹ ਆਪਣੀ ਮਿੱਟੀ ਵੀ ਲੈ ਕੇ ਆਉਂਦੇ, ਉਹ ਆਪਣੇ ਨਾਲ ਪੱਥਰ ਵੀ ਲੈ ਕੇ ਆਉਂਦੇ। ਜਦੋਂ ਪੱਥਰ ਤੁਹਾਡੀ ਸੈਂਡ ਦੇ ਉੱਪਰ ਆਊਗਾ ਤਾਂ ਤੁਹਾਡੀ ਸੋਇਲ ਇਨਫਰਟਾਈਲ ਡਿਕਲੇਅਰ ਹੋਊਗੀ, ਠੀਕ ਹੈ ਨਾ। ਸੋ ਫਰਟੀਲਿਟੀ ਇਸ ਰੀਜਨ 'ਚ ਘੱਟ ਹੈ, ਠੀਕ ਹੈ ਨਾ, ਫਰਟੀਲਿਟੀ ਘੱਟ ਹੈ। ਐਂਡ ਇੱਥੇ ਗਲੀਜ਼ ਐਂਡ ਰਿਵਾਈਨਸ ਬਣਦੇ ਨੇ, ਜਿਵੇਂ ਚੰਬਲ ਦੇ ਰੀਜਨ ਦੇ ਵਿੱਚ ਗਲੀਜ਼ ਐਂਡ ਰਿਵਾਈਨਸ ਬਣਦੇ ਨੇ ਨਾ, ਉਹੋ ਜਿਹੇ ਰਿਵਾਈਨਸ ਤੁਹਾਨੂੰ ਇੱਥੇ ਵੀ ਮਿਲਣ ਨੂੰ ਦੇਖਣ ਨੂੰ ਮਿਲਦੇ ਨੇ। ਤਾਂ ਲੈਂਡ ਡਿਗਰੇਡੇਸ਼ਨ ਬਹੁਤ ਜ਼ਿਆਦਾ ਹੈ, ਠੀਕ ਹੈ ਨਾ। ਸੋ ਇਨਫਰਾਸਟ੍ਰਕਚਰ ਡਿਸਟਰੋਏ ਹੁੰਦਾ ਹੈ ਕਿਉਂਕਿ ਜਦੋਂ ਇੱਕਦਮ ਪਾਣੀ ਆਊਗਾ, ਐਂਡ ਹਰ ਸਾਲ ਜਦੋਂ ਮੀਂਹ ਦਾ ਪਾਣੀ ਆਉਂਦਾ ਤਾਂ ਕਨਾਲ ਦੇ ਨਾਲ ਤੁਹਾਡੀ ਸਿਲਟ ਵੀ ਆਉਂਦੀ ਹੈ। ਜਦੋਂ ਸਿਲਟ ਆਉਂਦੀ ਹੈ ਤਾਂ ਤੁਹਾਡਾ ਕਨਾਲ ਦੀ ਜਾਂ ਡਰੇਨ ਦੀ ਕੈਰਿੰਗ ਕਪੈਸਿਟੀ ਘਟਦੀ ਹੈ, ਤਾਂ ਫਲੱਡਿੰਗ ਹੋਣ ਦੀ ਪੋਸਿਬਿਲਿਟੀ ਉਨੀ ਜ਼ਿਆਦਾ ਵੱਧ ਜਾਂਦੀ ਹੈ। ਹੁਣ ਇਸ ਚੀਜ਼ ਦਾ ਐਗਜ਼ਾਮਪਲ ਤੁਹਾਡੇ ਕੋਲ ਇਸ ਸਾਲ ਦੇ ਜਿਹੜੇ ਹੜ੍ਹ ਆਏ ਨੇ ਉਹ ਤੁਹਾਨੂੰ ਮਿਲਦਾ ਹੈ ਕਿ ਇਹੀ ਚੀਜ਼ ਬਾਰ-ਬਾਰ ਬੋਲੀ ਜਾ ਰਹੀ ਹੈ ਕਿ ਜਿਹੜੀ ਕਨਾਲ ਦੀ ਡੀਸਿਲਟੇਸ਼ਨ ਨਹੀਂ ਹੋਈ ਹੈ, ਉਹਨਾਂ ਨੇ ਸਿਲਟ ਕੱਢੀ ਨਹੀਂ ਗਈ। ਜੋ ਸਿਲਟ ਕੱਢੀ ਨਹੀਂ ਗਈ ਹੈ ਤਾਂ ਡਰੇਨ ਜਿਹੜੀ ਕੈਰਿੰਗ ਕਪੈਸਿਟੀ ਉਹ ਆਪੇ ਘਟੂਗੀ, ਜਦੋਂ ਘਟ ਜੂਗੀ ਫਿਰ ਫਲੱਡਸ ਹੀ ਆਉਣਗੇ, ਠੀਕ ਹੈ ਨਾ। ਫਲੱਡਸ ਆਉਣਗੇ ਤਾਂ ਇਨਫਰਾਸਟ੍ਰਕਚਰ ਆਪੇ ਡੈਮੇਜ ਹੋਣਾ ਹੀ ਹੋਣਾ, ਠੀਕ ਹੈ ਨਾ। ਯੂ ਗੈਟਿੰਗ ਮੀ। एंड देन डिस्प्लेसमेंट है, जो फ्लडिंग आऊगी तो डिस्प्लेसमेंट भी होगी, ठीक है जी। एंड देन वाटर स्कैरसिटी, मीह के दिनों के पानी है, जो मीह नहीं है ऑफ सीजन है तो वाटर स्कैरसिटी है, पानी की कमी है, ठीक है ना। सो देन एनवायरमेंटल इंपैक्ट है क्योंकि जो एकदम हड़ आता है तो थोड़ी उपरली टॉप सॉइल हटती है, जो टॉप सॉइल हटती है तो थोड़ी मिट्टी की उपजाऊ जी क्षमता है वो घटती है। तो लैंड डिग्रेडेशन बहुत बड़ा इत्थे बहुत बड़ा एक सवाल है, ठीक है ना। सो हुण इत्थे आपां देखांगे तो ये सारा प्रॉब्लम्स ने ना, क्वेश्चन प्रॉब्लम्स दे उपर इत्थे कंक्लूजन की लिखोगे, कंक्लूजन हैज टू बी अ पॉजिटिव। इत्थे लिखो गवर्नमेंट दी कोई स्कीम कि कंडी रीजन नूं फर्टाइल बनाउण लई सरकार दी कोई स्कीम हैगी है, जे हैगी है तो लिखो, ठीक है ना। सो ओहदे लई गवर्नमेंट दे इनिशिएटिव जिवें फॉर एग्जांपल कंडी एरिया डेवलपमेंट प्रोजेक्ट है, ठीक है ना। सो दैट इज टू सॉल्व द प्रॉब्लम ऑफ दिस पर्टिकुलर रीजन, ठीक है ना। सो बार-बार बच्चे मैं कह रही हूं जो अपने PYQs तो अपन सीखने की लोड़ है कि हाँ जी की पूछा गया, ठीक है। सेकंड है, ठीक है ना, इसी साल का क्वेश्चन सीगा एक्सप्लेन द सेलिएंट फीचर्स ऑफ फिजियोग्राफी ऑफ अपर बारी दोआब के नाल, अपर बारी दोआब के नाल ऊपर ला किथे अपना, ठीक है ना, जेड़ा अपना माझा रीजन है, जे आप देखेंगे कि अपर बारी दोआब के नाल केड़ा रीजन आ गया, ठीक है ना, इट इज योर माझा रीजन। सो माझे रीजन दे विच तुसी देखना है कि हाँ जी अपनी फिजियोग्राफी केड़ी है, अमृतसर, गुरदासपुर, तरनतारन ਇਹਦੀ ਫਿਜ਼ੀਓਗ੍ਰਾਫੀ ਉਹਨਾਂ ਨੇ ਪੁੱਛੀ ਹੋਈ ਹੈ, ਉਹ ਤੁਸੀਂ ਲਿਖਣੀ ਹੈ, ਠੀਕ ਹੈ ਨਾ। ਸੋ ਅਪਰ ਬਾਰੀ ਤੋਂ ਆਪਕੇ ਨਾਲ ਜਿਹਨੂੰ ਕਿ ਆਪਾਂ ਮਾਝੇ ਰੀਜਨ ਵੀ ਕਹਿੰਦੇ ਆ, ਬਸ ਤੁਸੀਂ ਇਹਦੀ ਫਿਜ਼ੀਓਗ੍ਰਾਫੀ ਲਿਖ ਦਿਓ, ਇਹਦੀ ਜੀਓਗ੍ਰਾਫੀ ਤੁਸੀਂ ਲਿਖਣੀ ਹੈ, ਠੀਕ ਹੈ ਜੀ। ਸੋ ਕੀ ਹੈ ਪਹਿਲੀ ਗੱਲ ਤਾਂ ਕੀ ਹੈ, ਨੰਬਰ 1 ਐਲੂਵੀਅਲ ਪਲੇਨਸ ਨੇ ਇੱਥੇ, ਠੀਕ ਹੈ ਨਾ, ਐਵਰੀਬਾਡੀ ਨੋਸ ਮੈਜੋਰਿਟੀ ਐਲੂਵੀਅਲ ਪਲੇਨਸ ਨੇ, ਸੋ ਇੱਥੇ ਵੀ ਐਲੂਵੀਅਲ ਪਲੇਨਸ ਆਉਂਦੇ ਨੇ ਆਪਣੇ। ਦੈਨ ਜੈਂਟਲ ਗ੍ਰੇਡੀਐਂਟ ਹੈ, ਬਹੁਤ ਹੀ ਜੈਂਟਲੀ ਹੈ, ਕੋਈ ਸਟੀਪ ਸਲੋਪਿੰਗ ਨਹੀਂ ਹੈਗੀ ਇੱਥੇ। ਦੈਨ ਉਸ ਤੋਂ ਬਾਅਦ ਚੋਂ क्योंकि रिवर अलूवियल प्लेन है तो खादर ते बांगर रीजन आ जाता है, ठीक है ना। देन अपने फ्लड प्लेन्स भी आते हैं क्योंकि रावी एंड ब्यास दे विचला रीजन है तो फ्लड प्लेन्स भी आउणगे, बेट रीजन भी आऊगा इत्थे, ठीक है ना। सो यू आर सपोज्ड टू राइट दैट आल्सो। एंड सॉइल टाइप की गल करोगे तो तुहानूं इत्थे अलूवियल सॉइल भी मिलूगा, अ बिट ऑफ लोमी सॉइल भी इत्थे हैगा, ठीक है ना, क्योंकि मैक्सिमम प्रोडक्टिविटी जो तुसीं देखोगे तो इसी रीजन दी है, ठीक है। एंड देन ड्रेनेज है तो यू विल राइट अबाउट दी रिवर्स आल्सो, ठीक है ना। सो इत्थे तुसी रावी रिवर की गल करोगे प्लस यू विल बी राइटिंग अबाउट द कैनाल्स आल्सो, द अपर बारी दोआब कैनाल, ठीक है ना। सो ये भी तुसी इत्थे लिखोगे अपना, ठीक है ना। एंड देन उस तो बाद चो इफ यू टॉक अबाउट द फिजियोग्राफी इत्थे तुसी हुण इत्थे गल करोगे थोड़ी अपनी लिटिल बिट ऑफ यू कैन हिंट अबाउट द वेजिटेशन, एंड वेजिटेशन करके इहो जी बारिश किहो जी हुंदी है। सो अ लिटिल नॉट दैट मच बट अ लिटिल बिट लास्ट पॉइंट दे अपन लिखांगे। एंड फाइनली यू विल कंक्लूड योर आंसर कि ਜਿਹੜੇ ਸਾਰੇ फैक्टर्स ने, ये सारे फैक्टर्स ਦੀ बदौलत ਜਿਹੜਾ ਤੁਹਾਡਾ ਇਹ ਮਾਝਾ ਰੀਜਨ ਹੈ ਜਾਂ ਫਿਰ ਜਿਹੜਾ ਅਪਰ ਬਾਰੀ ਦੁਆਬ ਕੈਨਾਲ ਰੀਜਨ ਹੈ ਇਹ ਫਰਟੀਲਿਟੀ ਵਾਈਜ਼ ਬਹੁਤ ਵਧੀਆ, ਠੀਕ ਹੈ। ਇਟ ਇਜ਼ ਵੈਰੀ ਵੈਰੀ ਗੁੱਡ व्हेन इट कम्स टू फर्टिलिटी बिकॉज ऑफ ऑल दीस रीजंस, ओके। ओके
ठीक है जी। हुण अगला क्वेश्चन आउंदा है अपना, एक मिनट बच्चे, ओके ठीक है ना। सो नेक्स्ट क्वेश्चन है, क्रिटिकली एग्जामिन द प्रोसेस ऑफ अर्बनाइजेशन इन पंजाब। पंजाब दी अर्बनाइजेशन के ऊपर क्वेश्चन है। हुण ये थोड़ा ज्योग्राफी दा क्वेश्चन है, ठीक है ना। सो व्हेन नाउ द क्वेश्चन इज अर्बनाइजेशन, करंट दा टॉपिक है। सो व्हेन इट इज अ टॉपिक ऑफ करंट, यू आर सपोज्ड टू कोट योर आंसर विद डेटा। डेटा बिना ये आंसर थोड़ा इनकम्प्लीट है, एग्जांपल्स बिना ये आंसर थोड़ा इनकम्प्लीट है, ठीक है ना। सो क्वेश्चन की अपना एक बार दोबारा रीड कर लेने हैं। क्रिटिकली एग्जामिन द प्रोसेस ऑफ अर्बनाइजेशन इन पंजाब, कि हाँ जी पंजाब में जी अर्बनाइजेशन हुई है किवें हुई है। क्रिटिकली एग्जामिन करना है, क्रिटिकली करना है। ਜਦੋਂ ਵੀ वर्ड बच्चे क्रिटिकल आ गया ਤੁਸੀਂ ਉੱਥੇ ਨੈਗੇਟਿਵਸ ਵੀ ਲਿਖਣੇ ਨੇ, ਪੋਜ਼ਿਟਿਵ ਦੇ ਨਾਲ ਨਾਲ ਨੈਗੇਟਿਵ ਲਿਖਣਾ ਇਕੁਅਲੀ ਇੰਪੋਰਟੈਂਟ ਹੈ, ਠੀਕ ਹੈ ਨਾ। ਬਾਕੀ ਕੁਐਸਚਨ ਦੇ ਵਿੱਚ ਡਿਸਕਸ ਦੇ ਵਿੱਚ ਨੈਗੇਟਿਵ ਵੀ ਲਿਖਦੇ ਹੋ ਬਟ ਥੋੜੇ ਲਿਖਦੇ ਹੋ, ਕ੍ਰਿਟੀਕਲ ਦੇ ਵਿੱਚ ਜਿੰਨੇ ਪੋਜ਼ਿਟਿਵ ਉਹਨੇ ਨੈਗੇਟਿਵ, ਕਿਉਂਕਿ ਕੁਐਸਚਨ 'ਚ ਉਹ ਕਹਿ ਰਹੇ ਨੇ ਸਾਨੂੰ ਨੈਗੇਟਿਵ ਵੀ ਦੱਸੋ ਕਿ ਪੰਜਾਬ ਦੀ ਜਿਹੜੀ ਅਰਬਨਾਈਜੇਸ਼ਨ ਹੋਈ ਉਹਦੇ ਕੀ ਨੈਗੇਟਿਵਸ ਨੇ, ਠੀਕ ਹੈ ਨਾ, ਉਹ ਆਪਾਂ ਲਿਖਣੀ ਹੈ, ठीक है ना। सो करैक्टरिस्टिक्स की ने पंजाब दी अर्बनाइजेशन दे ऊपर, ठीक है ना। ये रैपिड हुई है, ग्रीन रेवोल्यूशन हुई, ग्रीन रेवोल्यूशन तो बाद चो किसानां दे कोल उन्हां दी जेब च पैसा आया, एकदम अर्बनाइजेशन हुई, शहरां वाल शिफ्ट हुई, ठीक है ना। एक रैपिड अर्बनाइजेशन हुई, ठीक है जी, पोस्ट ग्रीन रेवोल्यूशन। एंड मेजर सिटीज दे विच उन्हां दी कंसंट्रेशन वधी है, मेजर शहरां विच उन्हां ने मूव ऑन कीता, कोई अमृतसर आ गया, कोई जलंधर आ गया, कोई लुधियाने आ गया, कोई पटियाले आ गया, कोई चंडीगढ़ चला गया। सो किते ना किते आप कह सकते हैं कि हाँ जी चंडीगढ़ नहीं इंक्लूड करांगे, आप हियर वी आर टॉकिंग अबाउट जस्ट दी पंजाब रीजन, पंजाब के अंदरले मेजर शहरों की गल कर रहे हैं, मोगे की गल कर लो, जी शहरों की अर्बनाइजेशन हुई है, ठीक है ना, एकदम हुई है, सडन हुई है, रैपिड हुई है, सडन हुई है, ठीक है ना, आफ्टर द ग्रीन रेवोल्यूशन, ठीक है ना। एंड कुछ शहरों च कंसनट्रेशन हो गई है। सो जब कुछ शहरों च कंसनट्रेशन हो गई है तो ਉਹਦਾ कुछ नेगेटिव भी होगा, क्योंकि ਆਪਾਂ नेगेटिव लिखने ने। सो अनप्लान्ड इंक्रोचमेंट हुई है, जिथे जगह मिली उत्थे घर बना लिया, जिथे जगह मिली उत्थे घर बना लिया, अनप्लान्ड हुई, उत्थे कॉलोनियां कट्टियां गईयां, ठीक है। सो अनप्लान्ड हुई है, देन इंफ्रास्ट्रक्चर एडिक्वेट नहीं हैगा, सर्विस डिलीवरी नहीं हैगी है, ठीक है ना। सो किते ना किते आप देखेंगे कि हाँ जी सीवर लाइन्स नहीं पईयां हुईयां हैगियां, घर पाए गए ने, ओपन ड्रेन्स ने, हजे भी बहुत देर बाद चो उत्थे ड्रेन्स कवर हुईयां ने, ठीक है ना। ओपन शहरों दे विच भी ओपन ड्रेन्स रहीयां ने। ਇਹ ਬਹੁਤ ਵੱਡਾ ਆਪਾਂ ਇਹ ਫੀਚਰ ਹੈ ਪੰਜਾਬ ਦੀ ਅਰਬਨਾਈਜੇਸ਼ਨ ਦਾ, ਬਹੁਤ ਵੱਡਾ ਫੀਚਰ ਹੈ ਪੰਜਾਬ ਦੀ ਅਰਬਨਾਈਜੇਸ਼ਨ ਦਾ, ਠੀਕ ਹੈ ਜੀ। ਘਰਾਂ ਦੀ ਸ਼ਾਰਟੇਜ ਹੋ ਗਈ, ਹਾਊਸਿੰਗ ਸ਼ਾਰਟੇਜ, ਤਾਂ ਸਲਮਸ ਬਣ ਗਏ, ठीक है ना, स्लम्स बन गए ने, स्लम्स होए ने, उधर पुअर वेस्ट मैनेजमेंट है, ये उन्होंने सारे क्रिटिकल है थोड़ा, ठीक है। वेस्ट मैनेजमेंट प्रॉपर नहीं है, कूड़े के ढेर ने, जो तुसी देखोगे हुण इत्थे तुसी ਜਦੋਂ ਤੁਸੀਂ अर्बनाइजेशन की गल कर रहे हो, ਤੁਹਾਨੂੰ स्वच्छ भारत मिशन का डेटा जरूर है कि पंजाब के शहरों का की स्टेटस है व्हेन इट कम्स टू क्लीनलीनेस। इत्थे अर्बनाइजेशन का काम आऊगा ना, अर्बनाइजेशन का डेटा आऊगा ਤੁਹਾਡੇ ਕੋਲ, सो ये तुसी लिखना बहुत जरूरी है। देन वाटर एंड सैनिटेशन डेफिसिट्स आ जाते हैं, एंड गवर्नेंस एंड फाइनेंशियल वीकनेस। गवर्नेंस वीकनेस में ना लॉ एंड ऑर्डर की कमी आ जाएगी, क्योंकि जब एक जगह ते इन्ने लोगों का इकट्ठा जमावड़ा होगा, सो ये थोड़ी सारे नेगेटिव्स ने एकदम सडन अर्बनाइजेशन दे, ये सारे तुसी अपने आंसर च लिखना है। देन विद डेटा, सफिशिएंट डेटा जरूरी है थोड़ा इत्थे। सिर्फ इत्थे अपना क्वेश्चन दी बॉडी दे विच इट इज ऑल नेगेटिव्स, क्योंकि क्रिटिकल है, जिथे बच्चे क्रिटिकल आ गया उत्थे थोड़े सॉल्यूशन, उत्थे थोड़ी बॉडी दे विच, ठीक है ना, या फिर बॉडी दे लास्ट लिखो, या फिर कंक्लूजन दे विच यू हैव टू राइट द सॉल्यूशन, कि सॉल्यूशन लिखे बिना थोड़ा आंसर इनकम्प्लीट है, बिकॉज यू हैव टू कंप्लीट योर आंसर विद द फीचर विद द सॉल्यूशन। यानी ਆਪਾਂ ਇਸ ਪ੍ਰੋਬਲਮ ਨੂੰ ਸੋਲਵ ਕਿਵੇਂ ਕਰ ਸਕਦੇ ਹਾਂ, ਅਦਰਵਾਈਜ਼ ਤੁਹਾਡਾ ਆਨਸਰ ਇਨਕੰਪਲੀਟ ਆਊਗਾ ਇਹਦੇ ਵਿੱਚ, ਠੀਕ ਹੈ ਜੀ। तो इत्थे तुसी अपना हुण इत्थे डेटा दोगे कि हाँ जी 37% ਜਿਹੜਾ अपनी पंजाब की पॉपुलेशन है वो अर्बन एरियाज ਦੇ ਵਿੱਚ ਰਹਿੰਦੀ ਹੈ, ਇਹ ਤਾਂ ਤੁਸੀਂ ਆਪਣੇ ਸੈਂਸਸ ਦੇ ਵਿੱਚ ਵੀ ਪੜ੍ਹਿਆ, ਠੀਕ ਹੈ ਨਾ। ਸੋ ਇੱਥੇ ਤੁਸੀਂ ਆਪਣਾ ਡੇਟਾ ਕਰ ਦੱਸੋਗੇ ਕਿ ਹਾਂਜੀ ਕਿਵੇਂ ਮੇਜਰ ਸਿਟੀਜ਼ ਹੋ ਗਏ, ਠੀਕ ਹੈ ਨਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਇੱਥੇ ਹੀ ਸਾਰੀ ਮੇਜਰ ਕੰਸੈਂਟ੍ਰੇਸ਼ਨ ਹੋਈ ਸੀਗੀ। ਐਂਡ ਅਨਪਲਾਨ ਹੋਈ ਤਾਂ ਖੰਨਾ, ਮੰਡੀ ਗੋਬਿੰਦਗੜ੍ਹ, ਇਹ ਵੀ ਸ਼ਹਿਰ ਤੁਹਾਡੇ ਬੜੇ ਹੀ ਨੇ, ਠੀਕ ਹੈ ਜੀ। ओके, मेन शहरों के विच जिहड़ी थोड़ी छोटे टाउन्स दी जिहड़ी होई है वो अनप्लान्ड ने, जिहड़े मेजर टाउन्स ने वो थोड़े अनप्लान्ड टाउन्स ने, ठीक है। देन शॉर्टेज ऑफ स्लम्स ने, ठीक है ना। सो स्लम्स तुसीं लिखना डेफिनेटली तुहाडे कोल लुधियाने दा हो गया, अमृतसर हो गया, जलंधर हो गया, बड़े शहरों के स्लम्स बहुत फेमस ने। सो तुसीं थोड़ा ये एग्जाम्पल थोड़े होने चाहिए, ठीक है ना। ओके, सो नेक्स्ट क्वेश्चन है, सो नाउ दिस वाज द क्वेश्चन ऑफ, ये अगले साल का क्वेश्चन आया था, जे आप देखांगे तो ये क्वेश्चन आया था थोड़ा 18 का, ठीक है ना। सो जब आप 18 की गल करते हैं, सो इफ वी सी हर साल दे हिस्टरी दे भी थोड़ा महाराजा रणजीत सिंह के ऊपर क्वेश्चन पक्का है, ठीक है ना। सो एस्टिमेट द कंट्रीब्यूशन महाराजा रणजीत सिंह द हिस्ट्री ऑफ पंजाब, अगेन सेम वही क्वेश्चन है जो PYQ जो बच्चा पढ़ के गया होगा ना उन्हें एज इट इज कॉपी किया होना,
ਉਹੀ ਕੁਐਸਚਨ ਹੈ ਕਿ ਕੰਟਰੀਬਿਊਸ਼ਨ ਆਫ ਮਹਾਰਾਜਾ ਰਣਜੀਤ ਸਿੰਘ ਇਨ ਦ ਹਿਸਟਰੀ ਆਫ ਪੰਜਾਬ। ਯੂ ਹੈਵ read about the गवर्नर अपने एडमिनिस्ट्रेटिव कंट्रीब्यूशन की है, सिविल कंट्रीब्यूशन की है, मिलिटरी कंट्रीब्यूशन की है, ਤੁਹਾਡੀ ਕਹਿੰਦੇ ਇਨਫਰਾਸਟ੍ਰਕਚਰਲ ਕੰਟਰੀਬਿਊਸ਼ਨ ਕੀ ਹੈ। ਤੁਸੀਂ ਉਹੀ ਚੀਜ਼ ਲਿਖਣੀ ਹੈ ਜਿਹੜੀ ਪਹਿਲਾਂ ਲਿਖੀ ਸੀਗੀ। ਕਲੀਅਰ ਹੈ ਨਾ? ਜੇ ਆਪਾਂ ਦੇਖਾਂਗੇ ਤਾਂ ਨਾਓ ਯੂ ਕੈਨ ਸੀ ਕਿ ਉਹਨਾਂ ਨੇ ਕੀ ਕੁਝ ਕੀਤਾ ਹੈ। ਉਹਨਾਂ ਨੇ ਮਿਸਲਾਂ ਨੂੰ ਯੂਨੀਫਾਈ ਕੀਤਾ, ਸੈਕੂਲਰ ਐਡਮਿਨਿਸਟ੍ਰੇਸ਼ਨ, ਮਾਡਰਨ ਆਰਮੀ, ਇਕਨੋਮਿਕ ਪ੍ਰੋਸਪੈਰਿਟੀ, ਇਨਫਰਾਸਟ੍ਰਕਚਰ ਬਣਾਏ। ਸੋ ਯੂ ਕੈਨ ਸੀ बहुत कुछ है, ठीक है ना। इंफ्रास्ट्रक्चर बहुत बनाया उन्होंने, ठीक है ना। अपने पटना साहब का तख्त है, हजूर साहब का तख्त उन्होंने ही बनवाए ने। सो ये इंफ्रास्ट्रक्चर डेवलपमेंट हुई है, ठीक है ना। काशी का मंदिर है, पुरी का मंदिर है, ठीक है ना, उत्थे भी उन्होंने गोल्ड दिता है, ठीक है ना। दरबार साहब के नाल उत्थे भी गोल्ड चढ़ाया गया। सो इंफ्रास्ट्रक्चर लाइक कैनाल्स डिग आउट किए गए थे, तो वही चीज है, एग्जैक्टली वही क्वेश्चन अपना कॉपी हो रहे हैं, ठीक है। तो आगे चलते हैं। नेक्स्ट राइट अ शॉर्ट नोट ऑन नामधारीज, ठीक है ना। ਹੁਣ ਇਹ ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ ਦੇ ਉੱਪਰ ਹੈ ਬੱਚੇ। ਪਹਿਲਾ ਕੁਐਸਚਨ ਆਇਆ ਸੀ ਕਿ ਗੁਰਦੁਆਰਾ ਰਿਫਾਰਮ ਮੂਵਮੈਂਟ, ਠੀਕ ਹੈ ਨਾ। ਸੋ ਨਾਓ ਕੈਨ ਵੀ ਸੀ ਨਾਓ ਨਾਮਧਾਰੀ ਦੇ ਉੱਪਰ ਹੈ ਟੌਪਿਕ, ਉਹਨਾਂ ਨੇ ਉਹੀ ਚੱਕਿਆ, ਥੀਮ ਉਹੀ ਹੈ, ਸੋਸ਼ਲ ਰਿਲੀਜੀਅਸ ਰਿਫਾਰਮ ਮੂਵਮੈਂਟ। ਕੁਐਸਚਨ ਚੇਂਜ ਕੀਤਾ ਉਹਨਾਂ ਨੇ ਸਿਰਫ ਨਾਮਧਾਰੀ ਮੂਵਮੈਂਟ, ਠੀਕ ਹੈ ਨਾ। ਸੋ ਨਾਮਧਾਰੀ ਕਿਉਂਕਿ ਸ਼ਾਰਟ ਨੋਟ ਲਿਖਣ ਨੂੰ ਕਿਹਾ ਆਇਆ ਸੀਗਾ, ਠੀਕ ਹੈ ਜੀ। ਸੋ ਪਹਿਲਾਂ ਛੋਟੀ ਜਿਹੀ, ਕਿਉਂਕਿ ਜੇ ਸ਼ਾਰਟ ਨੋਟ ਆਉਂਦੇ ਨੇ ਤਾਂ ਉਹਦੇ ਨੰਬਰ ਵੀ ਘੱਟ ਹੁੰਦੇ ਨੇ, ਤਾਂ ਤੁਹਾਡੇ ਨਾ ਵਰਡ ਲਿਮਿਟ ਵੀ ਘੱਟ ਹੁੰਦੀ ਹੈ, ਤਾਂ ਤੁਸੀਂ ਛੋਟਾ ਹੀ ਲਿਖਣਾ ਹੁੰਦਾ ਸਭ ਕੁਝ, ਠੀਕ ਹੈ ਨਾ। ਇੱਕ ਮੇਜਰ ਆਨਸਰ ਜਿੰਨਾ ਆਪਾਂ ਨਹੀਂ ਲਿਖਣਾ, ਠੀਕ ਹੈ ਨਾ। ਸੋ ਬਰੀਫ ਇੰਟਰੋਡਕਸ਼ਨ ਆਫ ਨਾਮਧਾਰੀ ਮੂਵਮੈਂਟ। ਸੋਸ਼ਲ ਰਿਫਾਰਮ ਮੂਵਮੈਂਟ ਦੇ ਵਿੱਚ ਆਪਾਂ ਲਿਖਾਂ ਕੀ ਹੈ, ਉਹਨਾਂ ਦੇ ਫਾਊਂਡੇਸ਼ਨ ਤੇ ਉਹਨਾਂ ਦੇ ਪ੍ਰਿੰਸੀਪਲ ਕੀ ਹੋਏ ਨੇ, ਠੀਕ ਹੈ ਨਾ। ਐਂਡ ਉਹਨਾਂ ਨੇ ਸੋਸ਼ਲ, ਕਿਉਂਕਿ ਰਿਲੀਜੀਅਸ ਰਿਫਾਰਮ ਮੂਵਮੈਂਟ ਸੀਗੀ ਨਾ ਨਾਮਧਾਰੀ ਮੂਵਮੈਂਟ, ਤਾਂ ਉਹਨਾਂ ਨੇ ਉਹਨਾਂ ਦੀ ਕੀ ਕੰਟਰੀਬਿਊਸ਼ਨ ਰਹੀ ਹੈ, ਠੀਕ ਹੈ ਨਾ। ਸੋ ਵਿਡੋ ਰੀਮੈਰਿਜ ਦੇ ਉੱਪਰ ਗੱਲ ਕੀਤੀ ਗਈ ਸੀਗੀ, ਅਬੋਲਿਸ਼ਨ ਆਫ ਫੀਮੇਲ ਇਨਫੈਂਟੀਸਾਈਡ, ਫੀਮੇਲ ਫੀਟੀਸਾਈਡ ਦੇ ਉੱਪਰ ਗੱਲ ਕੀਤੀ ਗਈ ਸੀਗੀ, ਕਾਊ ਸਲੌਟਰਿੰਗ ਨੂੰ ਬੈਨ ਕਰਨ ਦੀ ਗੱਲ ਕੀਤੀ ਗਈ ਸੀਗੀ, ਸਿੰਪਲ ਲਾਈਫ ਸਟਾਈਲ ਦੀ ਗੱਲ ਕੀਤੀ ਗਈ ਸੀਗੀ, ਠੀਕ ਹੈ ਨਾ। ਇਹਦੇ ਨਾਲ ਉਹਨਾਂ ਨੇ ਕੁਝ ਪੋਲੀਟੀਕਲ ਵੀ ਕਿਹਾ ਸੀਗਾ, ਕੀ ਸੀਗਾ ਕਿ ਹਾਂਜੀ ਨੌਨ ਕੋਆਪਰੇਸ਼ਨ, ਬॉयकॉट्स। ਇਹ ਵੀ ਉਹਨਾਂ ਨੇ, ਤੁਹਾਨੂੰ ਪਤਾ ਹੈ ਕਿ ਮਲੇਰਕੋਟਲੇ ਵਾਲਾ ਜਿਹੜਾ ਇੰਸੀਡੈਂਟ ਹੋਇਆ ਹੈ, ਠੀਕ ਹੈ ਨਾ, ਲੁਧਿਆਣਾ ਵਾਲਾ ਜਿਹੜਾ ਇੰਸੀਡੈਂਟ ਹੋਇਆ ਇਹ ਆਪਾਂ ਨੂੰ ਪਤਾ ਹੀ ਹੈ, ठीक है ना। ऑल्टरनेट सिस्टम ਦੀ ਉਹਨਾਂ ਨੇ ਗੱਲ ਕੀਤੀ ਸੀਗੀ, ਮਲੇਰਕੋਟਲਾ ਮੈਸੇਕਰ, एवरीबॉडी हैज रेड इट व्हेन इट कम्स टू प्रीलिम्स, ठीक है ना। सो यही सब आप ਇੱਥੇ ਲਿਖਣਾ ਹੈ, ठीक है ना। सो ਨਾਮਧਾਰੀ ਮੂਵਮੈਂਟ, ਕੁੱਕਾ ਮੂਵਮੈਂਟ, ठीक है ना, ਬਾਬਾ ਰਾਮ ਸਿੰਘ, ਬਾਬਾ ਬਾਲਕ ਸਿੰਘ, ਤੁਸੀਂ ਇਹਨਾਂ ਬਾਰੇ ਲਿਖਣਾ ਹੀ ਲਿਖਣਾ ਹੈ, ठीक है ना। ਇਹਦੇ ਇਹਨਾਂ ਚੀਜ਼ਾਂ ਬਾਰੇ ਆਪਣਾ ਇਹਨਾਂ ਤੋਂ ਬਿਨਾ ਆਪਣਾ ਆਨਸਰ ਇਨਕੰਪਲੀਟ ਹੈ, ठीक है ना। ਹੁਣ ਇੱਥੇ ਬੱਚੇ ਇਹੋ ਜਿਹੜੇ ਕੁਐਸਚਨਸ ਹੁੰਦੇ ਨੇ ਨਾ, ਸਾਲ ਯਾਦ ਹੈ ਤਾਂ ਲਿਖ ਦੋ, ਨਹੀਂ ਯਾਦ ਹੈ ਦੈਨ ਆਲਸੋ ਇਟਸ ਓਕੇ, ठीक है ना। बट जो मेजर ने वो तो ना ਜਿਵੇਂ ਨਾਮਧਾਰੀ ਕੁੱਕਾ ਮੂਵਮੈਂਟ ਹੈ, ਯੂ ਆਰ ਐਕਸਪੈਕਟਡ ਕਿ ਤੁਹਾਨੂੰ ਇਹਦਾ ਸਾਲ ਪਤਾ ਹੋਊਗਾ, ਠੀਕ ਹੈ ਨਾ। ਜੇ ਆਪਾਂ ਕਿ ਬਟ ਹਰ ਕਿਸੇ ਦਾ ਸਾਲ ਪਤਾ ਹੋਊਗਾ ਉਹ ਇੰਪੋਰਟੈਂਟ ਨਹੀਂ, ਕਿ ਨਹੀਂ ਹਾਂਜੀ ਕਿੰਨੀਆਂ ਰਿਫਾਰਮ ਮੂਵਮੈਂਟਸ ਹੋਈਆਂ ਨੇ। ਜਿਵੇਂ ਇਸ ਵਾਰ ਪ੍ਰੀਲਿਮਸ ਕੁਐਸਚਨ ਆ ਗਿਆ ਆਦ ਧਰਮ ਦੇ ਉੱਪਰ ਕੁਐਸਚਨ ਆਇਆ, ਤੁਹਾਨੂੰ ਉਹਦਾ ਸਾਲ ਨਹੀਂ ਵੀ ਯਾਦ ਹੈ, ਦੈਟਸ ਕੰਪਲੀਟਲੀ ਐਕਸੈਪਟੇਬਲ। ਬਟ ਨਾਮਧਾਰੀ ਮੂਵਮੈਂਟ ਦਾ ਸਾਲ ਪਤਾ ਹੋਣਾ ਚਾਹੀਦਾ, ਠੀਕ ਹੈ ਨਾ। ਰਾਧਾ ਸਵਾਮੀ ਮੂਵਮੈਂਟ ਦਾ ਸਾਲ ਪਤਾ ਹੋਣਾ ਚਾਹੀਦਾ, ਨਿਰੰਕਾਰੀ ਮੂਵਮੈਂਟ ਹੈ, ਠੀਕ ਹੈ ਨਾ, ਸਿੰਘ ਸਭਾ ਮੂਵਮੈਂਟ ਹੈ, ਇਹਨਾਂ ਦੇ ਸਾਲ ਪਤਾ ਹੋਣੇ ਜ਼ਰੂਰੀ ਨੇ, ਕਿਉਂਕਿ ਮੇਜਰ ਮੂਵਮੈਂਟਸ ਨੇ ਪੰਜਾਬ ਦੇ ਵਿੱਚ। ਕੋਈ 15-20 ਤਾਂ ਨਹੀਂ ਸੀਗੀਆਂ, 4-5 ਹੀ ਸੀਗੇ, ਇਹਨਾਂ ਦੇ ਸਾਲ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਠੀਕ ਹੈ। ਸੋ ਥੀਸ ਵਰ ਦ ਮੇਜਰ ਇਹਨਾਂ ਦੇ ਉਹ ਸੀਗੇ ਪ੍ਰਿੰਸੀਪਲ ਸੀਗੇ ਜਿਨ੍ਹਾਂ ਦੇ ਉੱਪਰ ਇਹਨਾਂ ਨੇ ਗੱਲ ਕੀਤੀ ਸੀਗੀ, ਠੀਕ ਹੈ। फिर अगेन उसी साल का सेकंड क्वेश्चन, अनदर क्वेश्चन ऑन रिफॉर्म मूवमेंट्स, ठीक है ना, सोशल रिफॉर्म मूवमेंट, लाहौर सिंह सभा, ठीक है ना। सो ਉਹਦੇ ਵਿੱਚ ਵੀ ਆਪਾਂ ਹੀ ਲਿਖਾਂਗੇ ਬਰੀਫ ਇੰਟਰੋਡਕਸ਼ਨ ਉਹਦੇ ओरिजिन ਦੀ ਗੱਲ ਕਰਾਂਗੇ, ਐਂਡ ਫਿਰ ਉਹਨਾਂ ਦੀ ਕੰਟਰੀਬਿਊਸ਼ਨ ਦੀ ਗੱਲ ਕਰਾਂਗੇ ਕਿ ਹਾਂਜੀ ਉਹਨਾਂ ਨੇ ਪੰਜਾਬ ਦੇ ਸੋਸ਼ਲ ਆਰਕੀਟੈਕਚਰ, ਪੋਲੀਟੀਕਲ ਆਰਕੀਟੈਕਚਰ ਨੂੰ ਉਹਨਾਂ ਨੇ ਕਿਵੇਂ ਇਨਫਲੂਐਂਸ ਕੀਤਾ ਸੀਗਾ, ਠੀਕ ਹੈ। ਸੋ ਲਾਹੌਰ, ਹੁਣ ਇੱਥੇ ਕਿਤੇ ਨਾ ਕਿਤੇ ਕੁਐਸਚਨ ਇਜ਼ ਐਂਟਾਇਰਲੀ ਔਨ ਲਾਹੌਰ ਸਿੰਘ ਸਭਾ। ਸੋ ਇੱਥੇ ਆਪਾਂ ਅੰਮ੍ਰਿਤਸਰ ਜਿਹੜੀ ਸਿੰਘ ਸਭਾ ਉਹਦੇ ਉੱਪਰ ਇੰਨਾ ਫੋਕਸ ਨਹੀਂ ਕਰਨਾ ਆਪਣੇ ਆਨਸਰ ਦੇ ਵਿੱਚ। ਯੂ ਆਰ ਸਪੋਜ਼ ਟੂ ਰਾਈਟ ਐਂਟਾਇਰਲੀ ਔਨ ਲਾਹੌਰ ਸਿੰਘ ਸਭਾ, ਠੀਕ ਹੈ ਨਾ। ਉਹਦੀ ਕੀ ਕੰਟਰੀਬਿਊਸ਼ਨ ਰਹੀ ਹੈ ਪੰਜਾਬ ਨੂੰ ਲੈ ਕੇ, ਉਹੀ ਆਪਾਂ ਲਿਖਣੀ ਹੈ, ਠੀਕ ਹੈ ਨਾ। ਸੋ ਪ੍ਰੋਗਰੈਸਿਵ ਐਂਡ ਰਿਫਾਰਮਿਸਟ ਸਟੈਂਸ ਰਿਹਾ ਉਹਨਾਂ ਦਾ, ਠੀਕ ਹੈ ਜੀ। ਐਮਫੈਸਿਸ ਔਨ ਮਾਡਰਨ ਐਜੂਕੇਸ਼ਨ ਉਹਨਾਂ ਨੇ ਬਹੁਤ ਪ੍ਰਮੋਟ ਕੀਤੀ ਸੀਗੀ, ਓਕੇ। ਦੈਨ ਉਸ ਤੋਂ ਬਾਅਦ ਚੋਂ ਪ੍ਰਮੋਸ਼ਨ ਆਫ ਪੰਜਾਬੀ ਲੈਂਗੁਏਜ ਐਂਡ ਲਿਟਰੇਚਰ, ਠੀਕ ਹੈ ਜੀ। ਇਹਨਾਂ ਦੇ ਜਿਹੜੀ ਬਹੁਤ ਸਾਰੀਆਂ ਜਰਨਲ ਸੀ, ਜਿਵੇਂ ਖਾਲਸਾ ਸਮਾਚਾਰ ਸੀਗਾ, ਉਹਨਾਂ ਨੂੰ ਤਾਂ ਐਡਿਟ ਭਾਈ ਵੀਰ ਸਿੰਘ ਜੀ ਨੇ ਕੀਤਾ ਸੀਗਾ, ਠੀਕ ਹੈ ਨਾ। ਸੋ ਮਾਡਰਨ ਲੈਂਗੁਏਜ ਹੈ, ਠੀਕ ਹੈ ਨਾ, ਲਿਟਰੇਚਰ ਨੂੰ ਪ੍ਰਮੋਟ ਕਰਨ ਦੇ ਵਿੱਚ ਲਾਹੌਰ ਸਿੰਘ ਸਭਾ ਦਾ ਬਹੁਤ ਵੱਡਾ ਰੋਲ ਰਿਹਾ, ਠੀਕ ਹੈ ਨਾ। ਐਂਡ ਅਸਰਸ਼ਨ ਆਫ ਡਿਸਟਿੰਕਟ ਸਿੱਖ ਆਇਡੈਂਟੀਟੀ, ਸਾਰਿਆਂ ਨੇ ਪੜ੍ਹਿਆ ਹੈਗਾ ਭਾਈ ਕਾਹਨ ਸਿੰਘ ਨਾਭਾ ਦੀ ਹਮ ਹਿੰਦੂ ਨਹੀਂ, ਠੀਕ ਹੈ ਨਾ। ਉਹ ਇਹੀ ਦਿਖਾਉਂਦੇ ਕਿ ਹਾਂਜੀ ਆਪਣੀ ਅੱਡ ਡਿਸਟਿੰਕਟ ਆਇਡੈਂਟੀਟੀ ਨੂੰ ਉਹਨਾਂ ਨੇ ਪ੍ਰਮੋਟ ਕੀਤਾ ਸੀਗਾ, ਹਿੰਦੂਇਜ਼ਮ ਤੋਂ ਸੈਪਰੇਟ ਆਪਣੇ ਆਪ ਨੂੰ ਰੱਖਿਆ ਸੀਗਾ ਉਹਨਾਂ ਨੇ, ਠੀਕ ਹੈ ਜੀ। ਐਂਡ when we compare it with the ਅੰਮ੍ਰਿਤਸਰ ਸਿੰਘ ਸਭਾ, ਤਾਂ ਇਹਨਾਂ ਦੀ ਜਿਹੜੀ ਰੀਚ ਸੀਗੀ that was more wider, ਠੀਕ ਹੈ ਨਾ। ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਉਹਨਾਂ ਦੀ ਪੋਪੂਲੇਸ਼ਨ ਸੀਗੀ ਉਹ ਥੋੜੀ ਜਿਹੀ ਜ਼ਿਆਦਾ ਸੀਗੀ when it compared to the ਅੰਮ੍ਰਿਤਸਰ ਸਿੰਘ ਸਭਾ, ਠੀਕ ਹੈ ਨਾ। and then you simply conclude your answer। ਜਿੱਥੇ ਬੱਚੇ ਸ਼ਾਰਟ ਨੋਟ ਆ ਜਾਂਦੇ ਹੁੰਦੇ ਨੇ ਨਾ, ਉੱਥੇ ਤੁਹਾਨੂੰ ਕਨਕਲੂਜਨ ਪ੍ਰੋਪਰ ਵੱਡਾ ਲਿਖਣ ਦੀ ਲੋੜ ਨਹੀਂ ਹੈ,
ਕੰਕਲੂਜਨ ਸਟੇਟਮੈਂਟ ਵੀ ਇਸ਼ੂ ਹੋ ਸਕਦੀ ਹੈ। ਆਨਸਰ ਦੇ ਵਿੱਚ ਯੂ ਨੀਡ ਟੂ ਰਾਈਟ ਪੈਰਾਗ੍ਰਾਫ, ਸ਼ਾਰਟ ਨੋਟ ਦੇ ਵਿੱਚ ਕੰਕਲੂਡਿੰਗ ਸਟੇਟਮੈਂਟ ਵਿਲ ਆਲਸੋ ਗੋ, ਠੀਕ ਹੈ ਨਾ। ਤੁਹਾਨੂੰ ਉੱਥੇ ਪ੍ਰੋਪਰ ਵੱਡੇ ਪੈਰਾਗ੍ਰਾਫਸ ਦੇਖਣ ਦੀ ਲੋੜ ਨਹੀਂ, ਕਿਉਂਕਿ ਉੱਥੇ ਤੁਹਾਡਾ ਮੇਨ ਫੋਕਸ ਬੋਡੀ ਤੇ ਹੋਣਾ ਚਾਹੀਦਾ ਹੈ, ਇੰਟਰੋਡਕਸ਼ਨ ਤੇ ਕੰਕਲੂਜਨ ਤੇ ਇੰਨਾ ਆਪਾਂ ਮੇਨ ਫੋਕਸ ਨਹੀਂ ਕਰਨਾ, ਠੀਕ ਹੈ। ਫਿਰ ਦਿਸ ਵਾਸ ਦ ਕੁਐਸਚਨ, ठीक है ना। राइट अ क्रिटिकल नोट ऑन द वेलफेयर स्कीम्स बाय सेंटर एंड द स्टेट, ठीक है ना। सो दिस वाज अगेन अ क्वेश्चन, ठीक है ना, 2018 ਦਾ क्वेश्चन ਸੀਗਾ। ਪੰਜਾਬ क्रिटिकल नोट लिखना है सेंटर ਤੇ स्टेट ਦੀ वेलफेयर स्कीम्स ਦਾ। ਬੱਚੇ ਚਾਹੇ सेंटर ਦੀ ਪੁੱਛੀ ਗਈ ਚਾਹੇ स्टेट ਦੀ, तो लिखोगे कि ਪੰਜਾਬ ਦੀ ਗਵਰਨਮੈਂਟ ਨੇ ਪੰਜਾਬ ਚ ਵੈਲਫੇਅਰ ਲਈ ਕਿਹੜੀ ਸਕੀਮ ਲਾਂਚ ਕੀਤੀ ਗਈ ਹੈ। when it comes to center also ਨਾ, ਹੁਣ ਇੱਥੇ ਸੈਂਟਰ ਦੀ ਸਕੀਮ ਦੀ ਗੱਲ ਕਰਾਂਗੇ। ਹੁਣ ਸੈਂਟਰ ਦੀਆਂ ਬਹੁਤ ਸਾਰੀਆਂ ਸਕੀਮਾਂ ਨੇ, ਤੁਸੀਂ ਸਕੀਮਾਂ ਉਹ ਚੱਕਣੀਆਂ ਨੇ ਜਿਨ੍ਹਾਂ ਦਾ ਤੁਹਾਡੇ ਕੋਲ ਪੰਜਾਬ ਦਾ ਡੇਟਾ ਵੀ ਹੈਗਾ। ਸੈਂਟਰਲ ਗਵਰਨਮੈਂਟ ਦੀ ਕਿਹੜੀ ਵੈਲਫੇਅਰ ਸਕੀਮ ਹੈ ਜੋ ਪੰਜਾਬ 'ਚ ਚੱਲ ਰਹੀ ਹੈ, ਐਂਡ ਉਹਦਾ ਤੁਸੀਂ ਡੇਟਾ ਵੀ ਦੇਣਾ। ਆਪਾਂ ਉਸ ਹਿਸਾਬ ਨਾਲ ਆਪਣੀ ਸਕੀਮਾਂ ਨੂੰ ਸਿਲੈਕਟ ਕਰਾਂਗੇ, ਠੀਕ ਹੈ ਨਾ। ਇਸ ਚੀਜ਼ ਦਾ ਆਪਾਂ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਬਿਕੋਜ਼ when it comes to writing your answer, ਤੁਹਾਡੇ ਆਨਸਰ ਦੇ ਵਿੱਚ ਨਾ ਪੰਜਾਬ ਸਪੈਸਿਫਿਕ ਐਗਜ਼ਾਮਪਲ ਹੋਣੇ ਬਹੁਤ ਜ਼ਰੂਰੀ ਨੇ, ਤਾਂ ਹੀ ਨੰਬਰ ਮਿਲਣਗੇ। ਆਪਾਂ ਜਨਰਲ ਨੈਸ਼ਨਲ ਲੈਵਲ ਐਗਜ਼ਾਮਪਲ ਦਵਾਂਗੇ ਤੇ ਆਪਾਂ ਐਕਸਪੈਕਟ ਕਰਾਂਗੇ ਆਪਾਂ ਨੂੰ ਮੇਨਸ ਨੰਬਰ ਮਿਲ ਜਾਣਗੇ, ਤਾਂ ਨਹੀਂ ਮਿਲਣੇ। ਤੁਹਾਨੂੰ ਹਰ ਇੱਕ ਕੁਐਸਚਨ ਦੇ ਵਿੱਚ ਕੋਸ਼ਿਸ਼ ਕਰਨੀ ਹੈ, ਹਰ ਇੱਕ ਕੁਐਸਚਨ GS 1 2 3 4 ਹਰ ਇੱਕ ਕੁਐਸਚਨ ਵਿੱਚ ਪੰਜਾਬ ਸਪੈਸਿਫਿਕ ਐਗਜ਼ਾਮਪਲ ਤੁਹਾਡਾ ਹੋਣਾ ਹੀ ਹੋਣਾ ਹੈ, ਬਹੁਤ ਜ਼ਰੂਰੀ ਹੈ। ਚਾਹੇ ਸਾਇੰਸ ਤੇ ਟੈਕਨੋਲੋਜੀ ਦੀ ਗੱਲ ਕਰੋ ਚਾਹੇ ਗਵਰਨੈਂਸ ਦੀ ਗੱਲ ਕਰੋ, ਠੀਕ ਹੈ ਨਾ। ਟੇਕ ਇਟ ਐਨੀ ਐਗਜ਼ਾਮ ਪੇਪਰ, ਬਟ ਯੂ ਨੀਡ ਟੂ हैव द एग्जांपल्स ऑफ पंजाब आल्सो विद यू, ठीक है। तो पॉजिटिव क्योंकि क्रिटिकली क्या है उन्होंने, तो पॉजिटिव एंड क्रिटिसिज्म ऐदा ही चलूगा, ठीक है ना। सो सेंट्रल गवर्नमेंट ने स्कीम जो पंजाब चल रही ने, आयुष्मान भारत स्कीम है, ठीक है ना। देन प्रधानमंत्री किसान स्कीम है, एंड देन मनरेगा। ये मेजर स्कीम्स ने जो कि पंजाब से वेलफेयर लिए काम कर रही हैं, ठीक है ना। इन्हां दी क्रिटिसिज्म, इंप्लीमेंटेशन गैप्स ने, ठीक है जी। पोलिटिकल डिसएग्रीमेंट्स हो जाते हैं क्योंकि यू नो सेंट्रल एंड स्टेट दे जिहड़ियां पोलिटिकल पार्टीज ने वो डिफरेंट ने, तो डिसएग्रीमेंट्स होने की पॉसिबिलिटी बहुत ज्यादा बढ़ जाती है, ठीक है ना। एंड आउटकम वर्सेस आउटपुट फोकस, आउटकम होना कितना चाहिए तो आउटपुट कितना है, ठीक है। ਇਹਦੇ ਵਿੱਚ ਵੀ ਗੈपिंग आ जाती है। देन पंजाब गवर्नमेंट दी स्कीम्स आ गई, ਇਹਦੇ ਵਿੱਚ ਤੁਹਾਡੇ ਕੋਲ ਮਲਟੀਪਲ ਨੇ, आटा दाल स्कीम है, भगत पूरन सिंह स्कीम है, ठीक है ना, आम आदमी क्लिनिक्स ने। सो यू कैन राइट एनी स्कीम जो ਤੁਹਾਨੂੰ याद है, जो ਤੁਹਾਨੂੰ लगता कि नहीं मेरे को ਇਹਦੇ ਬਾਰੇ कंटेंट है, यू कैन एज ऑफ योर मर्जी। कोई वो नहीं है कि नहीं जो ਇਹਦੇ ਵਿੱਚ ਆਹੀ ਦੋ ਲਿਖਣੇ ਨੇ, ਹੋਰ ਤਾਂ मैं नहीं लिखूंगा ਤਾਂ ਸੋਹਣੀ नहीं हैगी स्कीम, ठीक है ना। जो ਤੁਹਾਨੂੰ लगता कि नहीं ठीक है ਆਪਾਂ ਉਹੀ ਲਿਖਾਂਗੇ, ओके। फिर ना क्रिटिसिज्म आ जाती है, फाइनैशियली स्ट्रेन है, क्योंकि आप देखेंगे पंजाब का जो रेवेन्यू डेफिसिट है ना वो 40% तो भी ऊपर है, ठीक है ना। जो अपना GDP टू डेट रेशो है ना, GDP डेट रेशो है पंजाब का इज लाइक अनसस्टेनेबिलिटी वाल जा रहा है। FRBM कहते हैं कि हाँ जी 30 तो 35% होना चाहिए, पंजाब का 40% क्रॉस कर गया है, तो फाइनैशियल स्ट्रेन है। ये पंजाब स्पेसिफिक स्कीमां दा है, ये सेंट्रल गवर्नमेंट दे विच इंप्लीमेंटेशन लिख लोगे, पोलिटिकल गैप डिसएग्रीमेंट की गल कर लोगे, पंजाब की स्कीम सब तो पहले आती कि हाँ जी फाइनैशियल स्ट्रेन है, ठीक है ना। देन अनफुलफिल्ड प्रोमिसेस, आप प्रोमिसेस सरकारां करदियां ने वो भी इत्थे बहुत वड्डा आ जांदा है, ठीक है ना। एंड अवेयरनेस गैप, ठीक है ना। सो ये क्योंकि इत्थों आप एक आ चीज देख सकते हैं कि थोनू स्कीम्स का पता होना चाहिए, हर एक स्कीम तो कोई भी स्कीम है कुछ भी है पंजाब स्पेसिफिक एग्जांपल आप डेफिनेटली अपने नाल याद रखने ही रखने, ठीक है। हुण इत्थे वेलफेयर दे विच सरकार सबसिडी दिंदी है, ठीक है ना। 300 यूनिट फ्री हो रहे हैं, किसानों को बिजली मुफ्त हो रही है, तो ये सरकार एक्सचेकर दे पॉकेट के उपर कितना फाइनैशियल बर्डन पै रहा है, ये भी आप क्रिटिसिज्म है, सब तो बड़ा क्रिटिसिज्म है पंजाब का, ठीक है ना। किसी टाइम के पंजाब वॉज दी हाईएस्ट रेवेन्यू अर्निंग स्टेट दे विच सीगी, आज तो 10-15 साल पहला। हुण पंजाब बिल्कुल बॉटम है। हुण रिसेंटली नॉट रिसेंटली जनवरी दे विच आया सी ना नीति आयोग का इंडेक्स आया सीगा, ਉਹਦੇ ਵਿੱਚ ਪੰਜਾਬ बिल्कुल आखिरी नंबर ਤੇ ਆਉਂਦੀ ਹੈ। ਇਹ ਦਿਖਾਉਂਦਾ ਕਿ ਹਾਂਜੀ ਪੰਜਾਬ ਜਿਹੜਾ ਡੈਟ ਸਸਟੇਨੇਬਿਲਿਟੀ ਹੈ ਉਹ ਬਹੁਤ ਪੂਅਰ ਹੈ, ਬਹੁਤ ਪੂਅਰ ਹੈ। ਹੁਣ ਉਹ ਤੁਹਾਨੂੰ ਡੇਟਾ ਇੱਥੇ ਕੋਟ ਕਰਨਾ ਪਊਗਾ, ਠੀਕ। ਉਹ ਡੇਟਾ ਬਿਨਾਂ ਤੁਹਾਡਾ ਆਨਸਰ ਇਨਕੰਪਲੀਟ ਆਊਗਾ, ਠੀਕ ਹੈ। ਜੇ ਇਦਾਂ ਦਾ ਕੋਈ ਰਲਦਾ ਮਿਲਦਾ ਕੁਐਸਚਨ ਤੁਹਾਡੇ ਕੋਲੇ ਆਉਂਦਾ ਹੈ, ਠੀਕ ਹੈ। ਤਾਂ ਹੀ ਜਦੋਂ ਆਪਾਂ ਮੇਨਸ ਦੀ ਗੱਲ ਕਰਦੇ ਆ ਨਾ, ਮੇਨਸ ਦੇ ਵਿੱਚ ਤੁਹਾਨੂੰ ਡੇਟਾ ਦਾ ਹੋਣਾ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ, ਠੀਕ ਹੈ। So next, critically examine the impact of मनरेगा on poverty eradication in the rural areas of Punjab. ਹੁਣ again critically examine करना कि मनरेगा ਜਿਹੜੀ ਸਕੀਮ ਹੈ ਸੈਂਟਰਲ ਗਵਰਨਮੈਂਟ ਦੀ, ਉਹਨੇ ਪੰਜਾਬ ਦੇ ਰੂਰਲ ਏਰੀਆਜ਼ ਦੇ ਵਿੱਚ ਪੋਵਰਟੀ ਨੂੰ ਇਰੈਡੀਕੇਟ ਕੀਤਾ ਤਾਂ ਕਿੰਨਾ ਕੀਤਾ, ਨਹੀਂ ਕੀਤਾ ਤਾਂ ਉਹਦੇ ਕੀ ਕ੍ਰਿਟਿਸਿਜ਼ਮ ਹੈ। ਇਹੀ ਕਿਉਂਕਿ ਕ੍ਰਿਟੀਕਲ ਐਗਜ਼ਾਮਿਨ ਆ ਗਿਆ ਨਾ, ਤਾਂ ਯੂ ਹੈਵ ਟੂ ਬੀ ਅ ਕ੍ਰਿਟਿਕ,
ठीक है ना, क्रिटिक बनना तुसीं इत्थे, ठीक है ना। पहली गल इंट्रोडक्शन लिखांगे कि हाँ जी की यस डेफिनेटली देयर इज एन इंपैक्ट ऑफ मनरेगा ऑन पॉवर्टी इरेडिकेशन। तुसीं अपने आंसर दी मैं पहला भी कहा सीगा इंट्रोडक्शन वो लिखनी है जो कि क्वेश्चन दे नाल मेल खावे, एंड उदां दी लिखनी कि थोड़ी बॉडी का भी लग जाए पता है कि हाँ जी हुण अगे मैनूं टीचर नूं की पढ़न नूं मिलूगा, ठीक है ना। सो पॉजिटिव इंपैक्ट लिखांगे कि हाँ जी हाउस होल्ड इनकम वधी है, डेफिनेटली वधी है, ठीक है ना। अंडर एम्प्लॉयमेंट अनएम्प्लॉयमेंट घटी है, ठीक है ना। पहला सारा परिवार खेती च हुंदा सीगा, हुण खेती करने वाला बंदा खेती कर रहा है, बाकी परिवार मनरेगा विच लग्या होया, ठीक है। सो अंडर एम्प्लॉयमेंट अनएम्प्लॉयमेंट घटी है, डेफिनेटली जिहड़ी रूरल वेजिस ने वो वधिया ने रूरल वेजिस वधिया ने, पहला कल्ले खेती चों कमाई सीगी, हुण मनरेगा दी भी कमाई आ गई है थोड़ी, ठीक है ना। एम्पावरमेंट ऑफ मार्जिनलाइज्ड ग्रुप, जिहड़े अपने मार्जिनलाइज्ड ग्रुप्स ने, ठीक है ना, एससीज हो गए ने, एसबी ओबीसीज हो गए, जिन्ने भी मार्जिनलाइज्ड ग्रुप आ गए ने अपने, उन्हां दी एम्पावरमेंट हुई है, ठीक है ना। दे हैव बीन मेड मोर इंक्लूसिव, ठीक है ना। एंड क्रिएशन ऑफ रूरल एसेट्स, थोड़े आई एम सॉरी इंफ्रास्ट्रक्चर के एसेट्स बन रहे हैं, चाहे सड़कों की ले डाउन है, चाहे वाटर पॉन्ड इंफ्रास्ट्रक्चर बन रहा है, क्योंकि जो भी मनरेगा के अंडर काम होता है वो थोड़ा बेसिकली रूरल इंफ्रास्ट्रक्चर बन रहा है, ठीक है जी। बट क्रिटिसिज्म की है, जिन्हें कहे जाते हैं वो तो घट लो वर्क डेज मिलते हैं, हुण इत्थे तुहानूं ये डेटा कित्थों मिलूगा, न्यूज़पेपर। सो हजे भी कुछ नहीं बिगड़िया हैगा, आज आप 2-3 महीने भी अपने न्यूज़पेपर पढ़ लिए ना बच्चे, तुहानूं मेन्स दी आंसर राइटिंग दे विच ना बहुत मदद मिलूगी, ठीक है ना। सो इंप्लीमेंटेशन अवेयरनेस गैप, ठीक है ना। डिस्पैरिटी इन पार्टिसिपेशन, कि पार्टिसिपेट कौन कर रहे हैं, कि जिन्ना ਲਈ ਇਹ ਸਕੀਮ ਚਲਾਈ ਗਈ ਸੀ ਕਿ ਉਹਨਾਂ ਦੀ ਪਾਰਟਿਸਿਪੇਸ਼ਨ ਹੈਗੀ ਹੈ कि नहीं, ਜਿਹੜੇ ਆਲਰੇਡੀ ਲੈ ਰਹੇ ਨੇ ਉਹਨਾਂ ਦੀ ਜਿਹੜੀ ਦੋਜ਼ ਹੂ ਹੈਵ ਗੁੱਡ ਯੂ ਨੋ ਆਪਣੇ ਕੋਲ ਲੈਂਡ ਵੀ ਹੈਗਾ ਐਂਡ ਉਹਨਾਂ ਦੀ ਹੀ ਫੈਮਿਲੀਜ਼ ਮਨਰੇਗਾ ਚੋਂ ਵੀ ਕਮਾਈ ਕਰ ਰਹੇ ਨੇ, ਤਾਂ ਇਹਦੀ ਵੀ ਇੰਪਲੀਮੈਂਟੇਸ਼ਨ ਗੈਪ ਹੈ, ਠੀਕ ਹੈ ਨਾ। ਪਾਰਟਿਸਿਪੇਸ਼ਨ ਐਂਡ ਇੰਪੈਕਟ ਔਨ ਐਗਰੀਕਲਚਰ, ਹੁਣ ਐਗਰੀਕਲਚਰ ਦੇ ਉੱਪਰ ਇਹਦਾ ਕੀ ਇੰਪੈਕਟ ਹੋਇਆ, ਦੇਖੋ ਜੇ ਆਪਾਂ ਦੇਖਾਂਗੇ ਤਾਂ ਜਿਹੜੇ ਲੇਬਰਰ ਸੀਗੇ ਪਹਿਲਾਂ ਐਗਰੀਕਲਚਰ 'ਚ ਜਾਂਦੇ ਹੁੰਦੇ ਸੀਗੇ, ਠੀਕ ਹੈ ਨਾ। ਤੇ ਐਗਰੀਕਲਚਰ ਦਾ ਆਪਣਾ ਜਿਹੜੀ ਐਗਰੀਕਲਚਰਲ ਦੀ ਇਨਪੁਟ ਕਾਸਟ ਹੁੰਦੀ ਸੀ ਨਾ ਘੱਟ ਹੁੰਦੀ ਸੀਗੀ, ਹੁਣ ਕੀ ਹੋ ਰਿਹਾ, ਹੁਣ ਲੇਬਰ ਜਿਹੜੇ ਮਾਰਜਨਲਾਈਜ਼ ਕਲਾਸ ਦੇ ਨੇ ਉਹਨਾਂ ਨੂੰ ਮਨਰੇਗਾ ਵੱਲ ਐਮਪਲੋਇਮੈਂਟ ਮਿਲ ਰਹੀ ਹੈ, ਤਾਂ ਦੇ ਆਰ ਨੋਟ ਗੋਇੰਗ ਵਰਕਿੰਗ ਐਜ਼ ਐਗਰੀਕਲਚਰਲ ਲੇਬਰਸ, ਉਹਦੇ ਕਰਕੇ ਕਿ ਐਗਰੀਕਲਚਰ ਦੇ ਵਿੱਚ ਇਨਪੁਟ ਕਾਸਟ ਵੱਧ ਗਈ, ठीक है ना। क्योंकि ਉਹੀ किसान ਨੂੰ ਜੇ ਲੇਬਰ ਨੂੰ ਅਪਾਇੰਟ ਰੱਖਣਾ ਹੈ ਦਿਹਾੜੀ ਤੇ ਰੱਖਣਾ ਹੈ ਤਾਂ ਉਹਨੂੰ ਜ਼ਿਆਦਾ ਪੇ ਕਰਨਾ ਪਊਗਾ ਕਿ ਹਾਂਜੀ ਕਿਉਂਕਿ ਮਨਰੇਗਾ ਦੇ ਵਿੱਚ ਕੁਝ ਬੇਸਿਕ ਤੁਹਾਨੂੰ ਮਿਲਣਾ ਹੀ ਹੈ, ਤਾਂ ਮਨਰੇਗਾ ਤੋਂ ਜ਼ਿਆਦਾ ਹੁਣ ਕਿਸਾਨ ਨੂੰ ਲੇਬਰ ਨੂੰ ਪੇ ਕਰਨਾ ਪਊਗਾ, ਤਾਂ ਐਗਰੀਕਲਚਰ ਦੀ ਇਨਪੁਟ ਕਾਸਟ ਵਧ ਰਹੀ ਹੈ, ਠੀਕ ਹੈ। ਸੋ ਦੈਟਸ ਆਲਸੋ ਕ੍ਰਿਟਿਸਿਜ਼ਮ ਆਫ ਦਿਸ ਮਨਰੇਗਾ, ਇਹ ਆਪਾਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ, ਠੀਕ ਹੈ। ਐਂਡ ਦੈਨ क्योंकि नेगेटिव है तो यू विल राइट अ वे फॉरवर्ड कि इस जेडे मनरेगा दे क्रिटिसिजम्स ने क्रिटिकल्स ने इन्हों आप कवर अप किवें करांगे, ठीक है जी। ਹੁਣ ਇਹਦੇ ਵਿੱਚ ਤੁਸੀਂ ਠੀਕ ਹੈ ਨਾ, ਸੋ ਯੂ ਕੈਨ ਜਸਟ ਹੈਵ ਅ ਲੁੱਕ ਕਿ ਜੋ ਆਪਾਂ ਹੁਣੇ ਡਿਸਕਸ ਕੀਤਾ ਨਾ ਉਹੀ ਚੀਜ਼ ਹੈ। ਫॉर एग्जांपल ਆਪਾਂ ਦੇਖਾਂਗੇ ਇਨ ਬਠਿੰਡਾ ਡਿਸਟ੍ਰਿਕਟ 82% ਆਫ ਵਰਕਰਸ ਦੇ ਵਰ ਫਰਮ ਐਸਟੀ ਕੈਟਾਗਰੀ, ਠੀਕ ਹੈ ਨਾ, ਐਂਡ ਉਹਦੇ 64% ਸਿਰਫ ਕਿੰਨੀਆਂ ਵੂਮਨ ਸੀਗੀਆਂ, ਤੇ ਇਹੀ ਤਾਂ ਮਾਰਜਨਲਾਈਜ਼ਡ ਗਰੁੱਪਸ ਨੇ, ਤੇ ਇਹੀ ਤਾਂ ਇਹਨਾਂ ਦਾ ਉਹ ਕਹਿ ਸਕਦੇ ਕਿ ਹਾਂਜੀ ਜੋ ਜਿਸ ਆਬਜੈਕਟਿਵ ਨਾਲ ਮਨਰੇਗਾ ਲੈ ਕੇ ਆਈ ਸੀ ਸਰਕਾਰ, ਉਹ ਆਬਜੈਕਟਿਵ ਕਿਤੇ ਨਾ ਕਿਤੇ ਪੂਰਾ ਹੁੰਦਾ ਦਿਖ ਰਿਹਾ ਹੈ ਕਿਉਂਕਿ ਮਾਰਜਨਲਾਈਜ਼ਡ ਗਰੁੱਪਸ ਨੂੰ ਕਮਾਈ ਮਿਲ ਰਹੀ ਹੈ, ਠੀਕ है ना। एंड क्रिएशन ऑफ रूरल एसेट्स है, ठीक है, वाटर कंजर्वेशन हो गया, रूरल कनेक्टिविटी है, लैंड डेवलपमेंट है, सब कुछ जो कि बेसिकली सस्टेनेबिलिटी वाल जा रहे हैं, ठीक है। सो नाउ दिस क्वेश्चन वाज ऑफ 2020 या 2021 जिवें मर्जी कह लो तुसी, नोटिफिकेशन 20 आई सीगी, पेपर 21 होया सीगा। अगेन गिव अ ब्रीफ अकाउंट ऑफ महाराजा रणजीत सिंह रिलेशन विद द ब्रिटिश, अगेन 4 साल 4 महाराजा रणजीत सिंह के ऊपर क्वेश्चन, कैन यू सी दिस, कैन यू सी दिस, ਉਹੀ ਚੀਜ਼ ਰਿਪੀਟ ਹੋ ਰਹੀ ਹੈ ਬੱਚੇ, ਤੁਹਾਡੇ ਕੋਲ ਥੀਮਸ ਦਿਖ ਰਹੀਆਂ ਨੇ ਵੀ ਜੀ ਇਹ ਤਾਂ ਹੈਗੀ ਹੀ ਹੈ, ਇਹ ਕਿਤੇ ਬਿਨਾ ਮੈਂ ਨਹੀਂ ਜਾ ਸਕਦਾ ਜਾਂ ਮੈਂ ਨਹੀਂ ਜਾ ਸਕਦੀ, ਮੈਂ ਪੇਪਰ 'ਚ ਨਹੀਂ ਬਹਿ ਸਕਦੀ ਹਾਂ, ਠੀਕ ਹੈ ਨਾ। ਸੋ ਪਹਿਲਾ ਕੁਐਸਚਨ ਕੀ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦਾ ਬ੍ਰਿਟਿਸ਼ ਦੇ ਨਾਲ ਰਿਲੇਸ਼ਨਸ ਕਿਹੋ ਜਿਹੇ ਸੀਗੇ। ਹੁਣ ਇੱਥੇ ਤੁਸੀਂ ਕੀ ਲਿਖੋਗੇ, ਉਹਨਾਂ ਦੀਆਂ ਟ੍ਰੀਟੀਜ਼, ਰਿਲੇਸ਼ਨ ਤਾਂ ਇਹੀ ਸੀਗੇ ਨਾ, ਟ੍ਰੀਟੀ ਸਾਈਨ ਕੀਤੀ ਸੀ ਉਹਨਾਂ ਨੇ ਮਹਾਰਾਜਾ ਬ੍ਰਿਟਿਸ਼ ਨਾਲ, ਠੀਕ ਹੈ ਨਾ। ਦੈਨ ਵਾਈ ਡਿਡ ਦ ਬ੍ਰਿਟਿਸ਼ ਕੈਪਟ ਅ ਕੋਵਰਟਸ ਆਈ ਔਨ ਪੰਜਾਬ, ਮਤਲਬ ਉਹਨਾਂ ਨੇ ਪੰਜਾਬ ਦੇ ਉੱਪਰ ਇੱਕ ਕੋਵਰਟਸ ਆਈ ਕਿਉਂ ਰੱਖੀ ਹੈ ਕਿ ਹਾਂਜੀ ਪੰਜਾਬ ਨੂੰ ਅਨੈਕਸ ਕਰਨ ਦੇ ਬਹਾਨੇ ਲੱਭ ਰਹੇ ਸੀਗੇ, ਕਿਉਂ ਰੱਖੀ ਹੈ, ਕਿਉਂ ਉਹਨਾਂ ਨੇ ਪੰਜਾਬ ਨੂੰ ਅਨੈਕਸ ਕੀਤਾ, ਬੇਸਿਕਲੀ ਤਾਂ ਕੁਐਸਚਨ ਆਈ ਹੈ ਨਾ ਕਿ ਹਾਂਜੀ ਉਹਨਾਂ ਨੇ ਪੰਜਾਬ ਨੂੰ ਅਨੈਕਸ ਕਿਉਂ ਕੀਤਾ, ਇਹ ਉਹਨਾਂ ਨੇ ਪੁੱਛੀ ਗਈ ਹੈ। ਸੋ ਇੱਥੇ ਤਾਂ ਤੁਸੀਂ ਲਿਖੋਗੇ ਕਿ ਹਾਂਜੀ ਰਿਲੇਸ਼ਨ ਕੀ ਹੈ, ਉਹਨਾਂ ਨੇ ਟ੍ਰੀਟੀ ਸਾਈਨ ਕੀਤੀਆਂ ਸੀਗੀਆਂ, they have signed, ठीक है ना। 1809 ਦੀ ਟ੍ਰੀਟੀ ਹੋ ਗਈ, 1838 ਦੀ ਟ੍ਰੀਟੀ ਹੋ ਗਈ ਹੈ, ਤੇ ਟ੍ਰਾਈਪਾਰਟਾਈਟ ਟ੍ਰੀਟੀ ਸੀਗੀ, ਠੀਕ ਹੈ ਨਾ। ਦੈਨ ਟ੍ਰੀਟੀ ਆਫ ਅੰਮ੍ਰਿਤਸਰ ਸੀ, ਇਹ ਟ੍ਰੀਟੀਜ਼। ਦੈਨ ਮਹਾਰਾਜਾ ਰਣਜੀਤ ਸਿੰਘ ਦੀ ਕੌਸ਼ੀਅਸ ਕੋਐਗਜ਼ਿਸਟੈਂਸ, ब्रिटिश नाल ट्रीटी साइन कीतियां, ठीक है ना। यूरोपीयंस ਨੂੰ ਕਿਉਂਕਿ ਬਟ ਮਹਾਰਾਜਾ ਰਣਜੀਤ ਸਿੰਘ ਨੂੰ ਬ੍ਰਿਟਿਸ਼ ਬਾਰੇ ਪਤਾ ਵੀ ਸੀ ਕਿ ਉਹ ਕਿਹੋ ਜਿਹੇ ਨੇ, ਤਾਂ ਆਪਣੀ ਆਰਮੀ ਨੂੰ ਟ੍ਰੇਨ ਕਰਨ ਲਈ ਉਹਨਾਂ ਨੇ ਕਿਸੇ ਬ੍ਰਿਟਿਸ਼ ਨੂੰ ਨਹੀਂ ਅਪਾਇੰਟ ਕੀਤਾ, ਠੀਕ ਹੈ ਨਾ। ਨੈਪੋਲੀਅਨ ਦੇ ਆਰਮੀ ਦੇ ਜਨਰਲਸ ਨੂੰ ਅਪਾਇੰਟ ਕੀਤਾ ਗਿਆ ਸੀਗਾ, ਇਟਲੀ ਤੋਂ ਅਪਾਇੰਟਮੈਂਟ ਹੋਈਆਂ ਸੀਗੀਆਂ, ਬ੍ਰਿਟਿਸ਼ ਅਪਾਇੰਟਮੈਂਟ ਨਹੀਂ ਹੋਈ ਸੀਗੀ,
ठीक है ना, इस चीज पे उन्होंने ध्यान रखा होया सीगा, ठीक है ना। डिप्लोमैटिक एंगेजमेंट्स कि हाँ जी तुसी सतलुज क्रॉस करनी है नहीं करनी है, ठीक है ना। सो डिप्लोमैटिकली उन्होंने ब्रिटिश नाल बहुत ही एक यू नो डिप्लोमेसी वाइज बहुत वधिया रिलेशंस बिल्डअप किए हुए सीगे। बट एंड सेकंड पार्ट क्वेश्चन, व्हाई डिड ब्रिटिश कोवेटेड पंजाब, ठीक है ना, क्यों पंजाब उन्होंने लेना इंपॉर्टेंट सीगा। पहली गल तो स्ट्रैटेजिक लोकेशन है, बिल्कुल अफगानिस्तान ਨੂੰ ਜਾਣਾ ਤਾਂ ਪੰਜਾਬ ਹੀ ਵੱਲੋਂ ਹੀ ਜਾਇਆ ਜਾਊਗਾ। ਸੋ ਸਟ੍ਰੈਟੇਜਿਕ ਲੋਕੇਸ਼ਨ ਆਫ ਪੰਜਾਬ। ਦੈਨ ਲਾਸਟ ਰਿਮੇਨਿੰਗ ਇੰਡੀਪੈਂਡੈਂਟ ਕਿੰਗਡਮ ਹੁਣ ਤੱਕਰ 1848 1846 ਇਹੋ ਟਾਈਮ ਸੀਗਾ ਪੰਜਾਬ ਇੰਡੀਆ ਦੀ ਸਾਰੀਆਂ ਪ੍ਰਿੰਸਲੀ ਸਟੇਟਸ ਅਨੈਕਸ ਹੋ ਚੁੱਕੀਆਂ ਸੀਗੀਆਂ ਪੰਜਾਬ ਨੂੰ ਛੱਡ ਕੇ। ਪੰਜਾਬ ਵਾਸ ਦ ਲਾਸਟ ਪ੍ਰਿੰਸਲੀ ਸਟੇਟ ਟੂ ਬੀ ਨੈਕਸਟ ਬਾय ਦ ਬ੍ਰਿਟਿਸ਼। ਸੋ ਲਾਸਟ ਰਿਮੇਨਿੰਗ ਇੰਡੀਪੈਂਡੈਂਟ ਕਿੰਗਡਮ ਸੀਗੀ ਬ੍ਰਿਟਿਸ਼ ਦੀ। ਆਪਾਂ ਕਹਿੰਦੇ ਕਿ ਹਾਂਜੀ ਆਪਾਂ ਕਹਿੰਦੇ ਉਹਨਾਂ ਦੀ ਪ੍ਰੈਸਟੀਜ ਦਾ ਸਵਾਲ ਸੀਗਾ, ਠੀਕ ਹੈ। then rich agricultural land, revenue source बहुत ज्यादा सी पंजाब क्योंकि agricultural land सीगा, 5 दरियावां दी धरती सीगी, ठीक है ना, इन्ना वाटर रिसोर्स है, इन्नी रिच सॉइल है, alluvial soil है, मेहनती किसान ने, रेवेन्यू कितना जनरेट होगा ब्रिटिश ਨੂੰ, ठीक है ना। रीअसर्टिंग द प्रेस्टीज, क्योंकि अफगान वॉर्स होके हटियां सीगियां, अफगान वॉर्स ब्रिटिश जितने नहीं सीगे तो अपनी प्रेस्टीज ਨੂੰ ਦੁਬਾਰਾ रीअसर्ट ਕਰਨ ਲਈ ਉਹਨਾਂ ਕੋਲ ਇਹੀ ਤਰੀਕਾ ਸੀਗਾ पंजाब ਨੂੰ ਜਿੱਤੋ, ਤਾਂ ਕਿ ਜਿਹੜੀ ਸਾਡੀ ਪ੍ਰੈਸਟੀਜ ਲੂਜ਼ ਹੋਈ ਸੀ ਆਪਾਂ ਉਹਨੂੰ ਦੁਬਾਰਾ ਰੀਅਸਰਟ ਕਰਨਾ, ਠੀਕ ਹੈ ਨਾ। ਐਂਡ ਐਕਸਪੈਕਟੇਸ਼ਨ ਆਫ ਇੰਟਰਨਲ ਸਟੇਬਿਲਿਟੀ, ਉਹਨੂੰ ਦਿਖ ਰਿਹਾ ਸੀ ਕਿ ਹਾਂਜੀ ਪੰਜਾਬ ਹੁਣ ਸਾਡੇ ਅੰਡਰ ਆਉਣ ਵਾਲੀ ਹੈ ਕਿਉਂਕਿ ਇੰਟਰਨਲ ਸਟੇਬਿਲਿਟੀ ਉੱਥੇ ਸ਼ੁਰੂ ਹੋ ਗਈ ਹੈ, ਠੀਕ ਹੈ ਨਾ। ਜਿੱਥੇ ਵੀ ਇੰਟਰਨਲ ਸਟੇਬਿਲਿਟੀ ਹੋਈ ਹੈ ਬ੍ਰਿਟਿਸ਼ ਨੂੰ ਨੈਕਸਟ ਕੀਤਾ ਹੀ ਕੀਤਾ, ਠੀਕ ਹੈ ਨਾ। ਸੋ ਥੀਸ ਵਰ ਦ ਰੀਜ਼ਨਸ ਵਾਈ ਬ੍ਰਿਟਿਸ਼ ਵਰ ਸੋ you know anxious or not anxious I would say, ठीक है ना, why British so wanted to capture the Punjab or annex the Punjab, ठीक है ना। so then you can simply conclude your answer by summarizing all the points, ठीक है। okay, next question है what is the role of contract farming in helping agricultural diversification and development in Punjab, ठीक है ना। so पंजाब ਵਿੱਚ contract farming ਦੀ ਗੱਲ ਆ ਰਹੀ है, ठीक है ना। so what is the role ਕੀ ਹੈ contract farming ਦਾ in agricultural diversification of Punjab, ki how can contract farming help in agricultural diversification in Punjab, ठीक है ना। so ਪਹਿਲਾਂ ਤਾਂ ਤੁਸੀਂ ਇੰਟਰੋਡਕਸ਼ਨ ਚ ਲਿਖੋਗੇ ਕਿ ਹਾਂਜੀ contract farming ਹੈ ਕੀ ਹੈ, ठीक है ना। ਹੁਣ ਇਹ ਕਿਵੇਂ ਕਰ ਰਹੀ ਹੈ, ਕਿਵੇਂ ਡਾਈਵਰਸਿਫਾਈ ਕਰੂ। ਪਹਿਲੀ ਗੱਲ ਤਾਂ ਵਿਦ ਕੰਟਰੈਕਟ ਫਾਰਮਿੰਗ, ਕਿਉਂਕਿ ਕੰਟਰੈਕਟਸ ਹੁੰਦੇ ਨੇ ਨਾ, ਹਾਈ ਵੈਲਿਊ ਕ੍ਰੌਪਸ ਗਰੋ ਕਰਵਾਏ ਜਾਂਦੇ ਨੇ। ਸੋ ਇੰਟਰੋਡਕਸ਼ਨ ਆਫ ਹਾਈ ਵੈਲਿਊ ਕ੍ਰੌਪਸ, ਟੈਕਨੋਲੋਜੀ ਐਡ ਕਰਵਾਈ ਜਾਂਦੀ ਹੈ, ਠੀਕ ਹੈ ਨਾ। ਗੁੱਡ ਕੁਆਲਿਟੀ ਸੀਡਸ ਦਿੱਤੇ ਜਾਂਦੇ ਨੇ ਤਾਂ ਕਿ ਗੁੱਡ ਕੁਆਲਿਟੀ ਕ੍ਰੌਪ ਪੈਦਾ ਕੀਤੇ ਜਾਣ, ਠੀਕ ਹੈ ਨਾ। ਸੋ ਹਾਈ ਵੈਲਿਊ ਕ੍ਰੌਪਸ, ਅਸ਼ੋਰਡ ਮਾਰਕੀਟ ਮਿਲਦੀ ਹੈ ਕਿਉਂਕਿ ਐਗਰੀਮੈਂਟ ਸਾਈਨ ਹੁੰਦਾ ਹੈ, फार्मर्स आर अश्योर्ड कि सानू इन्नी कमाई मिलनी ही मिलनी है, ठीक है ना। सो अश्योर्ड मार्केट एंड प्राइस स्टेबिलिटी, एक्सेस टू टेक्नोलॉजी, मॉडर्न टेक्नोलॉजी भी कंपनी दिंदी है ताकि उन्होंने क्वालिटी भी तो मिल चाहिए है ना, तो टेक्नोलॉजी भी आती है, ठीक है ना। एंड इंक्रीज इनकम एंड एम्प्लॉयमेंट, इंक्रीज इनकम भी होंगी है, ठीक है ना। ओके, बट कुछ ये लिमिटेशन भी हैगियां ने। पहली गल की है इन्ने बेनिफिट होने के बावजूद ये कवरेज है वो लिमिटेड है, सारे पंजाब च नहीं है, कुछ पॉकेट्स है जिथे जिथे कोई प्लांट है ना उत्थे ही है, ये होर जगह नहीं, ठीक है ना। देन परसिस्टेंस ऑफ मोनोकल्चर, ठीक है, क्योंकि गवर्नमेंट ने सब्सिडी तो दी हुई ने, गवर्नमेंट दी पॉलिसीज ने, MSP हो गया, तो वो फार्मर्स को इन्ना इनकरेज नहीं करती कि फार्मर्स ना होर कॉन्ट्रैक्ट्स फार्मिंग वाल जा सकन, क्योंकि उन्होंने पता कि ना कणक ते झोना लावांगे तो सानू MSP मिल जानी है। तो ये थोड़ा सा एक लिमिटिंग फैक्टर आ जाता है कि हाँ जी क्यों डाइवर्सिफिकेशन क्यों नहीं हो रही है, ठीक है नहीं। एंड पावर इंबैलेंस एंड फार्मर्स रिस्क, क्योंकि प्रोडक्ट रिजेक्शन, ठीक है ना, क्योंकि जो कंपनी मना कर दे कि हाँ जी नहीं थोड़ा प्रोड्यूस की क्वालिटी ठीक जो सानू चाहिए है। एंड देन एग्रीमेंट्स ओरल होंगे ने, जो ओरल एग्रीमेंट होंगे तो फिर इन केस ऑफ एनी डिस्प्यूट फार्मर को कोई रस्ता नहीं होंगे कि हाँ जी अपना जो अपना पॉइंट है वो किहदे सामने प्रेजेंट करेगा, ठीक है ना। एंड देन सेम पॉइंट दैट लैक ऑफ लीगल प्रोटेक्शन नहीं मिलती होंगी जो कॉन्ट्रैक्ट फार्मिंग होंगी है। इन केस द कॉन्ट्रैक्ट इज ओरल, ठीक है ना, ओरल है, ठीक है ना, म्यूचुअल है, बट रिटन कुछ नहीं है तो फिर उत्थे लीगल प्रोटेक्शन का थोड़ा जा औखा हो जाता है। And then you will conclude your answer with a way forward. Okay, आप और देखिए सी लिमिटेशन की गल करांगे तो लिमिटेड एरिया सिर्फ अपनी स्टेट का सिर्फ 1% है जिथे कॉन्ट्रैक्ट फार्मिंग होंदी है, ठीक है। देन परसिस्टेंस ऑफ मोनोकल्चर है क्योंकि MSP मिलता है। पावर इंबैलेंस की गल करांगे, ठीक है ना, क्योंकि जिहड़े ये कॉन्ट्रैक्ट्स ने एक कंपनी वाली साइड पे ज्यादा टिल्टेड होंदे ने, फार्मर्स नूं इन्ना ज्यादा बेनिफिट नहीं मिलता है, ठीक है ना। प्रोड्यूस रिजेक्शन है, डिलेड पेमेंट है, लीगल अपनी प्रोटेक्शन इस नहीं होंदी है, ठीक है ना। So again you will simply conclude your answer with a positive conclusion, ठीक है ना। नेक्स्ट राइटर अगले शॉर्ट नोट्स आ गए, ये भी 2021 का क्वेश्चन है थोड़ा अपना, ठीक है ना। आइडेंटिफाई द मेजर्स व्हिच हैव बीन टेकन बाय द पंजाब गवर्नमेंट टू प्रमोट इको टूरिज्म। बच्चे हुण ये तो आप GS1 की गल कर रहे हैं,
ਜਦੋਂ ਆਪਾਂ ਅੱਗੇ ਦੇਖਾਂਗੇ ਨਾ GS3 ਦੀ ਗੱਲ ਕਰਾਂਗੇ, GS2 ਦੀ ਗੱਲ ਕਰਾਂਗੇ, ਉੱਥੇ ਵੀ ਤੁਸੀਂ ਦੇਖੋਗੇ ਕਿ ਪੰਜਾਬ ਪੀਸੀਐਸ ਦੇ ਵਿੱਚ ਨਾ ਪਾਲਿਸੀ ਦੇ ਉੱਪਰ ਕੁਐਸਚਨ ਪੁੱਛੇ ਗਏ ਨੇ। ਸੋ ਜਦੋਂ ਆਪਣੀ ਗਵਰਨਮੈਂਟ ਕੋਈ ਪਾਲਿਸੀ ਲੈ ਕੇ ਆ ਰਹੀ ਹੈ ਨਾ, ਤੁਹਾਨੂੰ ਪਾਲਿਸੀ ਬਾਰੇ ਸਭ ਕੁਝ ਪਤਾ ਹੋਣਾ ਚਾਹੀਦਾ, ਬਿਕੋਜ਼ ਡਾਇਰੈਕਟਲੀ ਪਾਲਿਸੀ ਦੇ ਉੱਪਰ ਕੁਐਸਚਨ ਪੁੱਛਿਆ ਜਾਂਦਾ ਹੈ, ਠੀਕ ਹੈ ਨਾ। ਇੰਡਸਟਰੀਅਲ ਪਾਲਿਸੀ 2009 ਦੀ ਪੁੱਛੀ ਗਈ ਹੈ ਪੀਸੀਐਸ ਦੇ ਵਿੱਚ, ਠੀਕ ਹੈ ਨਾ। ਐਂਡ ਪੰਜਾਬ ਗਵਰਨਮੈਂਟ ਟੂ ਪ੍ਰਮੋਟ ਇਕੋ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਕੀ ਕੀਤਾ ਜਾ ਰਿਹਾ। ਹੁਣ ਇਹ ਕੁਐਸਚਨ ਹੁਣ ਵੀ ਕਿਉਂ ਇੰਪੋਰਟੈਂਟ ਹੈ, ਬਿਕੋਜ਼ ਹੁਣੇ ਰੀਸੈਂਟਲੀ, ਠੀਕ ਹੈ ਨਾ, ਪੰਜਾਬ ਦਾ ਲੈਂਡ ਪ੍ਰੈਜ਼ਰਵੇਸ਼ਨ ਐਕਟ ਹੈ ਜਿਹੜਾ, ਉਹ ਨਿਊਜ਼ 'ਚ ਰਿਹਾ, ਠੀਕ ਹੈ ਨਾ। ਬਿਕੋਜ਼ ਚੰਡੀਗੜ੍ਹ ਦੇ ਕੋਲ ਜਿਹੜੇ ਸ਼ਿਵਾਲਿਕ ਰੇਂਜ ਦੇ ਵਿੱਚ ਜਿਹੜੇ ਵੱਡੇ ਵੱਡੇ ਬਿਊਰੋਕਰੈਟਸ ਦੇ ਫਾਰਮ ਹਾਊਸਿਸ ਦੇ ਆਰ ਅੰਡਰ ਸਕੈਨਰ, ਬਿਕੋਜ਼ ਕਿ ਉਹਨਾਂ ਨੇ ਇਕੋਲੋਜੀਕਲੀ ਫ੍ਰੈਜਾਈਲ ਰੀਜਨ ਦੇ ਵਿੱਚ ਇਹ ਫਾਰਮ ਹਾਊਸਿਸ ਬਣੇ ਹੋਏ ਨੇ। ਤਾਂ ਇਕੋ ਟੂਰਿਜ਼ਮ ਇੱਥੇ ਕੁਐਸਚਨ 'ਚ ਆ ਜਾਂਦਾ, ਠੀਕ ਹੈ ਨਾ। ਇਟ ਇਜ਼ ਇਨ ਨਿਊਜ਼, ਪਿਛਲੇ 6-8 ਮਹੀਨਿਆਂ 'ਚ ਇਕੋ ਟੂਰਿਜ਼ਮ ਨਿਊਜ਼ 'ਚ ਹੈ। ਸੋ ਹੁਣ ਵੀ ਤੁਹਾਡੇ ਪੇਪਰ ਲਈ ਇੰਪੋਰਟੈਂਟ ਟੌਪਿਕ ਬਣਦਾ ਹੈ, ਠੀਕ ਹੈ। ਸੋ ਪਹਿਲੀ ਗੱਲ ਤਾਂ ਇੰਟਰੋਡਕਸ਼ਨ ਲਿਖਾਂਗੇ, ਕਿਉਂਕਿ ਸ਼ਾਰਟ ਨੋਟ ਹੈ ਤਾਂ ਬਹੁਤਾ ਲੰਬਾ ਆਪਾਂ ਲਿਖਣਾ ਨਹੀਂ ਹੈਗਾ, ਠੀਕ ਹੈ ਨਾ। ਸੋ ਇੰਟਰੋਡਕਸ਼ਨ ਦੇ ਵਿੱਚ ਇਕੋ ਟੂਰਿਜ਼ਮ ਹੁੰਦਾ ਕੀ ਹੈ, ਐਂਡ ਕਿਉਂਕਿ ਮੈਰੀਜ਼ ਹੈ ਤਾਂ ਹੁਣ ਇੱਥੇ ਆਪਾਂ ਸਿੱਧੀ ਸਿੱਧੀ ਗਵਰਨਮੈਂਟ ਦੀ ਪਾਲਿਸੀ ਲਿਖਣੀ ਕਿ ਹਾਂਜੀ ਇਕੋ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਸਰਕਾਰ ਨੇ ਕਿਹੜੀਆਂ ਇਨੀਸ਼ੀਏਟਿਵਸ ਲਏ ਨੇ, ਠੀਕ ਹੈ ਨਾ। ਠੀਕ ਹੈ। ਸੋ ਇਕੋ ਟੂਰਿਜ਼ਮ ਡਿਵੈਲਪਮੈਂਟ ਕਮੇਟੀਜ਼ ਬਣਾਈਆਂ ਗਈਆਂ ਨੇ, ਪ੍ਰਾਈਵੇਟ ਤੇ ਕਮਿਊਨਿਟੀ ਪਾਰਟਨਰਸ਼ਿਪ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਗਈ ਹੈ, ਫਿਸਕਲ ਇਨਸੈਂਟਿਵ ਦਿੱਤੇ ਗਏ ਨੇ, ਠੀਕ ਹੈ ਨਾ। ਸੋ ਇੱਥੇ ਆਪ ਤੁਹਾਡੇ ਡਿਵੈਲਪਮੈਂਟ ਆਫ ਵੈਟਲੈਂਡਸ ਬਣਾਏ ਗਏ ਨੇ, ਡੈਮਸ ਬਣਾਏ ਗਏ ਨੇ, ਠੀਕ ਹੈ ਨਾ। ਪੰਜਾਬ ਫਾਰਮ ਟੂਰਿਜ਼ਮ ਸਕੀਮ ਲੈ ਕੇ ਆਏ ਨੇ, ਟੈਂਟਡ ਅਕੋਮੋਡੇਸ਼ਨ ਹੈ ਤਾਂ ਕਿ ਇਕੋਲੋਜੀਕਲੀ ਫ੍ਰੈਜਾਈਲ ਰੀਜਨ ਨੂੰ ਵੀ ਆਪਾਂ ਨਾ ਉਹ ਡੈਮੇਜ ਨਾ ਕਰ ਸਕੀਏ। ਸਾਈਟ ਸਪੈਸਿਫਿਕ ਡਿਵੈਲਪਮੈਂਟ ਪਲਾਨਸ ਬਣਾਏ ਗਏ ਨੇ, ਐਂਡ ਅਵੇਅਰਨੈਸ ਲੈ ਕੇ ਆਈ ਗਈ ਹੈ, ਠੀਕ ਹੈ ਜੀ, ਖੇਤਾਂ ਦੇ ਵਿੱਚ, ਠੀਕ ਹੈ ਨਾ। ਸੋ ਦ ਫਾਰਮਸ ਹੈਵ ਬੀਨ ਮੇਡ ਔਨ ਦ ਵਿਊ ਪੁਆਇੰਟ ਕਿ ਅੱਜ ਉੱਥੇ ਟੂਰਿਜ਼ਮ ਪ੍ਰਮੋਟ ਕੀਤਾ ਜਾਵੇ, ਠੀਕ ਹੈ ਨਾ। ਪੰਜਾਬ ਦਾ ਫਾਰਮ ਕਲਚਰ ਪ੍ਰਮੋਟ ਕੀਤਾ ਜਾ ਰਿਹਾ ਹੈ ਅਰਾਊਂਡ ਦੀ ਮੇਜਰ ਸਿਟੀਜ਼ ਆਫ ਪੰਜਾਬ, ਠੀਕ ਹੈ ਨਾ। ਸੋ ਇਹ ਪੰਜਾਬ ਦੀ ਇਕੋ ਟੂਰਿਜ਼ਮ ਨੂੰ ਪ੍ਰਮੋਟ ਕਰਨ ਦੀ ਪਾਲਿਸੀ ਹੈ, ਓਕੇ। ਸੋ ਹੁਣ ਪੰਜਾਬ ਦੇ ਵਿੱਚ ਜਿੰਨੀਆਂ ਵੀ ਪਾਲਿਸੀਜ਼ ਪੰਜਾਬ ਗਵਰਨਮੈਂਟ ਵੱਲੋਂ ਆਈਆਂ ਹੋਈਆਂ ਨੇ, ਯੂ ਆਰ ਸਪੋਜ਼ਡ ਟੂ ਨੋ ਅਬਾਊਟ them, ਇਹ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਆਪਣੇ ਲਈ, ਠੀਕ ਹੈ ਨਾ। ਚਾਹੇ ਹੁਣ ਇੱਥੇ ਹਰੀਕੇ ਹੋ ਗਿਆ, ਰੋਪੜ ਹੋ ਗਿਆ, ਨੰਗਲ ਦਾ ਡੈਮ ਹੈ, ਠੀਕ ਹੈ ਨਾ। ਸੋ ਯੂ ਆਰ ਸਪੋਜ਼ਡ ਟੂ ਨੋ ਆਲ ਦਿਸ, ਠੀਕ ਹੈ। ਜੰਗਲ ਐਕਸਪੀਰੀਐਂਸਿਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਬਾਈ ਟੈਂਟ ਸਫਾਰੀਜ਼ ਨਾਲ, ਠੀਕ ਹੈ। ਐਂਡ ਦੈਨ ਪ੍ਰਮੋਟਿੰਗ ਅਵੇਅਰਨੈਸ, ठीक है ना। सो नेक्स्ट, गिव रीजंस व्हाई कंडी रीजन ऑफ पंजाब वाज सिलेक्टेड टू प्रमोट ड्रिप इरिगेशन। सो कैन यू सी दिस, ਇਹਨੂੰ ਆਪਾਂ ਰਿਲੇਟ ਕਰ ਸਕਦੇ ਹਾਂ। ਆਪਾਂ ਚੋ ਵਾਲਾ ਕੁਐਸਚਨ ਕੀਤਾ ਸੀਗਾ, ਚੋ ਵਾਲੇ ਕੁਐਸਚਨ ਦੇ ਵਿੱਚ ਸੈਕੰਡ ਪਾਰਟ ਕੀ ਸੀਗਾ ਕਿ ਹਾਂਜੀ ਉੱਥੇ ਪ੍ਰੋਬਲਮਸ ਕੀ ਨੇ, ਐਸੋਸੀਏਟਡ ਪ੍ਰੋਬਲਮਸ ਕੀ ਨੇ। ਉੱਥੇ ਇੱਕ ਹੀ ਮੇਨ ਪ੍ਰੋਬਲਮ ਹੈ ਵੀ ਉੱਥੇ ਨਾ ਵਾਟਰ ਦੀ ਅਵੇਲੇਬਿਲਿਟੀ ਨਹੀਂ ਹੈਗੀ ਹੈ, ਵਾਟਰ ਅਵੇਲੇਬਿਲਿਟੀ ਨਹੀਂ ਹੈਗੀ, ਲੈਂਡ ਤੁਹਾਡਾ ਇੰਨਾ ਫਰਟਾਈਲ ਨਹੀਂ ਹੈ। ਤਾਂ ਇਹ ਉਹਦਾ ਬਹੁਤ ਵੱਡਾ ਇਸ਼ੂ ਹੈ, ਠੀਕ ਹੈ ਨਾ। ਕੰਡੀ ਦਾ ਤੁਹਾਡੇ ਚੋ ਵਾਲੇ ਰੀਜਨ ਦਾ, ਕੰਡੀ ਰੀਜਨ ਦਾ। ਹੁਣ ਉਹਦਾ ਹੀ ਕੁਐਸਚਨ ਆ ਕਿ ਵਾਈ ਕੰਡੀ ਰੀਜਨ ਵਾਸ ਸਿਲੈਕਟਡ ਟੂ ਪ੍ਰਮੋਟ ਡ੍ਰਿਪ ਇਰੀਗੇਸ਼ਨ, ਕਿਉਂਕਿ ਉੱਥੇ ਤੁਹਾਡੀ ਨਾਰਮਲ ਫਾਰਮਿੰਗ ਕਰਨੀ ਔਖੀ ਹੈ, ਠੀਕ ਹੈ ਨਾ, ਕਿਉਂਕਿ ਸਲੋਪ ਹੈ ਉੱਥੇ। ਸੇਮ ਉਹੀ ਕੁਐਸਚਨ ਹੈ, ਸਿਰਫ ਕੁਐਸਚਨ ਦਾ ਅਸੈਂਸ ਉਹੀ ਹੈ ਬੱਚੇ, ਠੀਕ ਹੈ ਨਾ। ਬਸ ਉਹਦੇ ਕੁਐਸਚਨ ਨੂੰ ਫਰੇਮ ਅੱਡ ਤਰੀਕੇ ਨਾਲ ਕੀਤਾ ਗਿਆ, ਠੀਕ ਹੈ। ਸੋ ਕੀ ਰੀਜ਼ਨਸ ਨੇ, ਨੰਬਰ 1 acute water scarcity, ਠੀਕ ਹੈ ਨਾ। ਵਾਟਰ ਸਕੇਰਸਿਟੀ ਹੈ ਉੱਥੇ, ਆਪਾਂ ਉੱਥੇ ਪਹਿਲਾਂ ਵੀ ਇਹੀ ਦੇਖਿਆ ਸੀ, ਇੱਥੇ ਵੀ ਇਹੀ ਚੀਜ਼ ਹੈ ਕਿ ਵਾਟਰ ਸਕੇਰਸਿਟੀ ਹੈ, ਅਨਡਿਊਲੇਟਿੰਗ ਟੋਪੋਗ੍ਰਾਫੀ ਹੈ ਤੇ ਸੋਇਲ ਇਰੋਜਨ ਹੈ। ਉੱਥੇ ਵੀ ਆਹੀ ਪੁਆਇੰਟਸ ਹੈ, ਇੱਥੇ ਵੀ ਆਹੀ ਪੁਆਇੰਟ ਹੈ। ਫਲੱਡ ਇਰੀਗੇਸ਼ਨ ਇਸ਼ੂਜ਼ ਆ ਜਾਂਦੇ ਨੇ, ਐਂਡ ਡ੍ਰਿਪ ਇਰੀਗੇਸ਼ਨ ਸੋਲੂਸ਼ਨ ਹੈ ਇਹਦਾ। ਜਿੱਥੇ ਫਲੱਡਿੰਗ ਆ ਜਾਂਦੀ ਹੈ ਨਾ, ਜਿੱਥੇ ਟੋਪੋਗ੍ਰਾਫੀ ਠੀਕ ਨਹੀਂ, ਉੱਥੇ ਡ੍ਰਿਪ ਇਰੀਗੇਸ਼ਨ ਇਜ਼ ਦੀ ਓਨਲੀ ਸੋਲੂਸ਼ਨ, ਠੀਕ ਹੈ ਨਾ। ਐਂਡ ਜਿੱਥੇ ਡ੍ਰਿਪ ਇਰੀਗੇਸ਼ਨ ਤੁਹਾਡੀ ਹਾਰਟੀਕਲਚਰ ਹੀ ਤੁਹਾਡੀ ਉਹ ਬਹੁਤ ਵਧੀਆ ਪ੍ਰੋਡਿਊਸ ਹੋ ਜਾਂਦੀ ਹੈ, ਠੀਕ ਹੈ ਨਾ। ਐਂਡ ਇਸੇ ਕਰਕੇ ਫਿਰ ਗਵਰਨਮੈਂਟ ਨੇ ਸਬਸਿਡੀ ਦਿੱਤੀ ਹੋਈ ਹੈ, ਗਵਰਨਮੈਂਟ ਦੀ ਕੰਡੀ ਰੀਜਨ ਦੀ ਡਿਵੈਲਪਮੈਂਟ ਸਕੀਮ ਹੈ ਉਹ ਗਵਰਨਮੈਂਟ ਇਸੇ ਕਰਕੇ ਲੈ ਕੇ ਆਈ ਹੈ ਹਾਰਟੀਕਲਚਰ ਲਈ, ਠੀਕ ਹੈ। ਇਹੀ ਚੀਜ਼ ਆਪਾਂ ਪਹਿਲਾਂ ਚੋ ਵਾਲੇ ਕੁਐਸਚਨ 'ਚ ਵੀ ਆਪਣੇ ਇਹੀ ਪੁਆਇੰਟਸ ਬਣਦੇ ਨੇ, ਠੀਕ ਹੈ। ਸੋ ਇੱਥੇ ਇਸ ਰੀਜਨ ਦੇ ਵਿੱਚ ਤੁਹਾਡੀ ਹਾਰਟੀਕਲਚਰ ਤੇ ਹਾਈ ਵੈਲਿਊ ਕ੍ਰੌਪਸ ਹੀ ਸਸਟੇਨੇਬਲ ਹੁੰਦੇ ਨੇ, ਠੀਕ ਹੈ। ਠੀਕ ਹੈ ਜੀ। ਸੋ ਦੈਟਸ ਆਲ। ਸੋ ਇਹੀ ਸਾਰੇ ਕੁਐਸਚਨ ਸੀਗੇ ਜਿਹੜੇ ਕਿ ਆਪਣੇ ਪਿਛਲੇ 4 ਪੀਸੀਐਸ ਜਿਹੜੇ ਆਪਣੇ ਹੋਏ ਨੇ ਉਹਨਾਂ ਦੇ ਵਿੱਚ GS1 ਤੋਂ ਜਿਹੜੇ ਕੁਐਸਚਨ ਪੁੱਛੇ ਗਏ ਨੇ, ਠੀਕ ਹੈ ਨਾ। ਮੈਂ ਉਮੀਦ ਕਰ ਰਹੀ ਹਾਂ ਕਿ ਤੁਹਾਨੂੰ ਇੱਕ ਆਈਡੀਆ ਲੱਗ ਗਿਆ ਹੋਣਾ ਕਿ ਹਾਂਜੀ ਕਿ ਕਿਵੇਂ ਪੰਜਾਬ ਪੀਸੀਐਸ ਦੇ ਵਿੱਚ ਕਿਹੋ ਜਿਹੇ ਟੌਪਿਕਸ, ਕਿਹੜੇ ਟੌਪਿਕਸ ਉਹਨਾਂ ਨੇ ਬੇਸਿਕਲੀ ਕਵਰ ਅਪ ਕੀਤੇ ਨੇ। ਐਂਡ ਜੇ ਆਪਾਂ ਸਮਾਰਟਲੀ ਦੇਖਾਂਗੇ ਨਾ ਤਾਂ 2-3 ਟੌਪਿਕਸ ਹੀ ਨੇ ਜਿਹਨਾਂ ਤੋਂ ਕੁਐਸਚਨ ਪੁੱਛੇ ਗਏ ਨੇ। ਮਹਾਰਾਜਾ ਰਣਜੀਤ ਸਿੰਘ ਹੋ ਗਏ, ਸੋਸ਼ਲ ਰਿਫਾਰਮ ਮੂਵਮੈਂਟਸ ਹੋ ਗਈ, ਕੰਡੀ ਰੀਜਨ ਹੋ ਗਿਆ, ਐਂਡ ਇੱਕ ਟੋਪੋਗ੍ਰਾਫੀ ਦਾ ਕੁਐਸਚਨ ਆ ਗਿਆ, ਐਂਡ ਇਸ਼ੂਜ਼ ਹੋ ਗਏ। ਇਸ਼ੂਜ਼ ਹੁਣ ਇੱਥੇ ਗਰਾਊਂਡ ਵਾਟਰ ਦਾ ਇੱਕ ਇਸ਼ੂ ਆ ਗਿਆ, ਇਸ਼ੂਜ਼ ਆ ਰਹੇ ਨੇ ਨਾ ਤੁਹਾਡੇ ਇੱਥੇ। ਸੋ ਕੁਝ ਸਪੈਸਿਫਿਕ ਲਿਮਿਟਡ ਟੌਪਿਕਸ ਨੇ, ਸੋ ਇਹਨਾਂ ਨੂੰ ਮਾਸਟਰ ਕਰਨ ਦੇ ਇੱਕੋ ਤਰੀਕੇ ਬੱਚੇ ਜਸਟ ਰੀਡ ਯਰ ਸਿਲੇਬਸ ਐਂਡ ਸੀ ਦ ਪੀਵਾਈਕਿਊਜ਼, ਠੀਕ ਹੈ ਜੀ। ਸੋ ਦੈਟਸ ਆਲ। ਮੈਂ ਉਮੀਦ ਕਰ ਰਹੀ ਹਾਂ ਕਿ ਤੁਹਾਨੂੰ ਅੱਜ ਦੀ ਕਲਾਸ
ਤੁਹਾਨੂੰ ਇੱਕ ਇਨਸਾਈਟ ਮਿਲਿਆ ਹੋਊਗਾ ਕਿ ਹਾਂਜੀ ਆਪਾਂ ਮੇਨਸ ਦੀ ਅੱਗੇ ਤਿਆਰੀ ਕਰਨੀ ਕਿਵੇਂ ਹੈ, ਬਿਕੋਜ਼ ਜਦ ਤੱਕ ਆਪਾਂ PYQ ਨਹੀਂ ਕਰਾਂਗੇ ਆਪਾਂ ਨੂੰ ਕੋਈ ਵੇ ਫਾਰਵਰਡ ਨਹੀਂ ਨਾ, ਜਦ ਤੱਕ ਆਪਾਂ ਸ਼ੁਰੂ ਕਰਨਾ ਕਿਵੇਂ ਹੈ, ਕਿੱਥੇ ਐਂਡ ਕਰਨਾ ਹੈ ਜਾ ਕੇ, ਠੀਕ ਹੈ ਨਾ। ਕੰਟੈਂਟ ਪੜ੍ਹਨ ਆਪਾਂ ਕਿੱਥੇ ਰੋਕਣਾ, ਫੁੱਲ ਸਟਾਪ ਕਿੱਥੇ ਲਗਾਉਣਾ ਹੈ, ਉਹ ਆਪਾਂ ਨੂੰ ਸਿਲੇਬਸ ਤੋਂ ਤੇ PYQ ਤੋਂ ਹੀ ਪਤਾ ਲੱਗਦਾ ਹੈ, ਠੀਕ ਹੈ ਜੀ। ਸੋ ਅੱਜ ਦੀ ਕਲਾਸ ਲਈ ਬਸ ਇੰਨਾ ਹੀ, ਠੀਕ ਹੈ ਨਾ। ਅੱਜ ਇਸ ਤੋਂ ਬਾਅਦ ਆਪਾਂ ਫਿਰ ਮਿਲਾਂਗੇ, ਬਾਕੀ GS2 3 4 ਦੇ ਕੁਐਸਚਨਸ ਨੂੰ ਲੈ ਕੇ ਉੱਥੇ ਵੀ ਆਹੀ ਡਿਸਕਸ ਕਰਾਂਗੇ ਕਿ ਪੰਜਾਬ PCS ਦੇ ਵਿੱਚ ਕਿਵੇਂ ਕਿਵੇਂ ਪੰਜਾਬ ਨੂੰ ਕੇਟਰ ਕੀਤਾ ਗਿਆ, ਠੀਕ ਹੈ ਜੀ। ਸੋ ਦੈਟਸ ਆਲ ਫॉर ਟੁਡੇ। ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਐਂਡ ਕੀਪ ਸਟੱਡਿੰਗ ਐਂਡ ਕੀਪ ਹੈਲਥੀ। ਥੈਂਕ ਯੂ।